हाँ जी, रिकॉर्डिंग स्टार्टेड है। हाँ जी। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸਿੱਖੀ ਸਿੱਖਿਆ ਟੀਮ ਦੇ ਗੈਸਟ ਸਪੀਕਰ ਦੀ ਸੈਸ਼ਨ ਦੀ ਸੀਰੀਜ਼ ਦੇ ਵਿੱਚ ਮੈਂ ਅੰਗਦ ਸਿੰਘ ਅੱਜ ਫਿਰ ਤੋਂ ਆਪ ਜੀ ਦੇ ਸਨਮੁਖ ਇੱਕ ਅਜਿਹੀ ਗੁਰਸਿੱਖ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਰੂਬਰੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਸਟ੍ਰੇਲੀਅਨ ਸਿੱਖ ਵਿਰਾਸਤ ਨੂੰ ਸੰਭਾਲਣ ਅਤੇ ਸਾਂਝਾ ਕਰਨ ਦੇ ਲਈ ਬਹੁਤ ਹੀ ਸਲਾਹਣਯੋਗ ਕਾਰਜ ਕੀਤੇ ਹਨ। ਅੱਜ ਦੇ ਗੈਸਟ ਸਪੀਕਰ ਬਾਰੇ ਜੇ ਗੱਲ ਕਰੀਏ ਤਾਂ ਵੀਰ ਤਰੁਣਪ੍ਰੀਤ ਸਿੰਘ ਜੀ ਸਿੱਖ ਵਿਰਾਸਤ ਦੇ ਖੋਜੀ ਹਨ। ਉਹ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ, ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਮੈਂਬਰ ਹਨ। ਐਕਟਿਵਲੀ ਉੱਥੇ ਪਾਰਟਿਸਿਪੇਟ ਵੀ ਕਰਦੇ ਹਨ। ਉਹਨਾਂ ਨੂੰ 13 ਸਾਲ ਦਾ ਭਾਰਤ ਵਿੱਚ IT ਵਿੱਚ ਐਕਸਪੀਰੀਅੰਸ ਹੈ। ਫਿਰ ਆਸਟ੍ਰੇਲੀਆ ਦੇ ਅੰਦਰ 17 ਸਾਲ ਦਾ ਉਹਨਾਂ ਨੂੰ ਸਪਲਾਈ ਚੇਨ ਇੰਡਸਟਰੀ ਦੇ ਅੰਦਰ ਐਕਸਪੀਰੀਅੰਸ ਹੈ। ਉਹ ਆਸਟ੍ਰੇਲੀਆ 2002 ਦੇ ਅੰਦਰ ਗਏ ਸਨ। ਆਓ ਸਾਰੇ ਪਾਰਟਿਸਿਪੈਂਟਸ ਵੱਲੋਂ ਮੈਂ ਤਰੁਣਪ੍ਰੀਤ ਵੀਰ ਜੀ ਦਾ ਨਿੱਘਾ ਸਵਾਗਤ ਕਰਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬਹੁਤ ਬਹੁਤ ਸ਼ੁਕਰ ਆਪ ਜੀ ਦਾ ਸਮਾਂ ਮਿਲਿਆ ਤੇ ਆਪ ਜੀ ਅੱਜ ਆਪਾਂ ਸਾਂਝ ਕਰਾਂਗੇ ਆਪ ਜੀ ਦੇ ਨਾਲ। ਮੈਂ ਜਦ ਆਪ ਜੀ ਦੇ ਬਾਰੇ ਆਪ ਜੀ ਦੇ ਨਾਮ ਨੂੰ ਗੂਗਲ ਤੇ ਖੋਜ ਕੀਤੀ ਤੇ ਇੱਕ ਹੋਰ ਨਾਮ ਆਪ ਜੀ ਦੇ ਨਾਲ ਹਮੇਸ਼ਾ ਹੀ ਜੁੜਿਆ ਰਿਹਾ। ਉਹ ਨਾਮ ਸੀਗਾ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਜੋ ਕਿ 2012 ਵਿੱਚ ਹੋਂਦ ਵਿੱਚ ਆਈ ਸੀ, ਤੇ ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਕਿ ਇੱਕ ਨਾਨ ਪ੍ਰੋਫਿਟ ਐਸੋਸੀਏਸ਼ਨ ਹੈ ਜਿਹੜੀ ਕਿ ਆਸਟ੍ਰੇਲੀਅਨ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਤੇ ਉਹਨੂੰ ਉਜਾਗਰ ਕਰਨ ਵਾਸਤੇ ਕਾਰਜ ਕਰਦੀ ਹੈ। ਵੀਰ ਜੀ, ਮੈਂ ਆਪ ਜੀ ਤੋਂ ਪਹਿਲਾ ਸਵਾਲ ਮੇਰਾ ਇਸ ਸੈਸ਼ਨ ਦਾ ਇਹੀ ਹੋਏਗਾ ਕਿ ਇਹ ਜਿਹੜੀ ਆਸਟ੍ਰੇਲੀਅਨ ਸਿੱਖ ਵਿਰਾਸਤ ਨੂੰ ਸੰਭਾਲਣ ਦਾ ਜਿਹੜਾ ਹੈ ਆਸ਼ਾ, ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ, ਇਹਦੇ ਬਾਰੇ ਆਪ ਜੀ ਪਲੀਜ਼ ਸਾਂਝ ਪਾਓ ਸਾਡੇ ਨਾਲ। ਹਾਂਜੀ, ਮੈਂ ਇੱਥੇ ਪਰਥ ਵਿੱਚ ਮੂਵ ਹੋਇਆ ਸੀ 2002 'ਚ। ਤੇ ਇੱਥੋਂ ਦੀ ਜਿਹੜੀ ਗੁਰਦੁਆਰਾ ਕਮੇਟੀ ਹੈ ਜਿਹਦਾ ਕਿ ਨਾਮ ਹੈ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਇਹਦਾ ਮੈਂਬਰ ਬਣਿਆ। ਇੱਥੇ ਸਾਡੀ ਸੰਗਤਾਂ ਜਾਂਦੀਆਂ ਨੇ। ਹੁਣ ਪਰਥ 'ਚ 2 ਗੁਰਦੁਆਰੇ ਨੇ। ਤੇ 2010 ਦੇ ਆਸ-ਪਾਸ ਮੈਂ ਇੱਕ ਦਿਨ ਕੁਝ ਕੰਮ ਕਰ ਰਿਹਾ ਸੀ ਗੁਰਦੁਆਰਾ ਸਾਹਿਬ 'ਚ, ਤੇ ਜਿਸ ਤਰ੍ਹਾਂ ਨਾਰਮਲ ਆਪਣਾ ਜਿਹੜਾ ਹੁੰਦਾ ਹੈ ਲੇਆਊਟ ਗੁਰਦੁਆਰਾ ਸਾਹਿਬ ਦਾ ਹਾਲ ਹੁੰਦਾ, ਦੀਵਾਨ ਹਾਲ, ਜਿੱਥੇ ਬਾਬਾ ਜੀ ਦੀ ਭੀੜ ਰੱਖੀ ਹੁੰਦੀ, ਤਾਬੇ ਹੁੰਦਾ, ਉਹਦੇ ਪਿੱਛੇ ਨਾਰਮਲੀ ਕਿਸੇ ਸਾਈਡ ਤੇ ਇੱਕ ਸੁਖਾਸਨ ਵਾਲਾ ਕਮਰਾ ਹੁੰਦਾ। ਡਿਪੈਂਡਸ ਅਪੋਨ ਕਿ ਕਿੰਨੀ ਏਰੀਆ ਹੈਗਾ ਗੁਰਦੁਆਰਾ ਸਾਹਿਬ ਤੋਂ। ਉਸ ਸੁਖਾਸਨ ਵਾਲੇ ਕਮਰੇ 'ਚ ਮੈਂ ਕੁਝ ਲੱਭ ਰਿਹਾ ਸੀ। ਜਿਹੜਾ ਉਹ ਤਖਤ ਸੀਗਾ ਜਿੱਥੇ ਬਾਬਾ ਜੀ ਦੀ ਭੀੜ ਦਾ ਸੁਖਾਸਨ ਕੀਤਾ ਜਾਂਦਾ ਹੈ, ਉਹਦੇ ਥੱਲੇ ਇੱਕ ਪਿੱਤਲ ਦੀ ਪਲੇਟ ਸੀ ਕਰੀਬ 10 ਕਿੱਲੇ ਦੀ। ਉਹ ਲੱਭੀ ਤੇ ਉਹਦੇ ਉੱਤੇ ਕੁਝ ਲਿਖਿਆ ਹੋਇਆ ਸੀ, ਸਿੱਖ ਕੰਟਰੀਬਿਊਸ਼ਨ ਇਨ ਸੱਚ ਐਂਡ ਸੱਚ ਵੈਸਟਰਨ ਆਸਟ੍ਰੇਲੀਆ, ਇੱਕ ਐਡਰੈਸ ਦਿੱਤਾ ਹੋਇਆ ਸੀਗਾ। ਤੇ ਮੈਂ ਉਹ ਪਲੇਟ ਚੁੱਕ ਕੇ ਲਿਆਂਦੀ ਤੇ ਜਿਹੜੇ ਉੱਥੇ ਬਜ਼ੁਰਗ ਸੀਗੇ ਜਿਹੜੇ ਮੇਰੇ ਤੋਂ ਕਈ ਸਾਲ ਪਹਿਲੇ ਆਏ ਹੋਏ ਆ, ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਆਹ ਕੀ ਚੀਜ਼ ਹੈ? ਕਹਿੰਦੇ ਹਾਂ ਇਹ ਨਾ ਇਹ ਸਾਡੀ ਥਾਂ ਮਿਲੀ ਹੋਈ ਹੈ ਸਿੱਖਾਂ ਨੂੰ। ਅੱਛਾ ਜੀ। ਤੇ ਉਹ ਸਾਰਿਆਂ ਨੂੰ ਪਤਾ ਸੀਗਾ। ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਸ ਥਾਂ ਦਾ ਹੁਣ ਕੀ ਹੈਗਾ ਉੱਥੇ ਕਿਉਂ? ਉਹਨੇ ਨਹੀਂ, ਕੁਛ ਨਹੀਂ ਹੈਗਾ ਉੱਥੇ, ਕੋਈ ਨਹੀਂ ਜਾਂਦਾ। ਤੇ ਮੈਂ ਜਦੋਂ ਐਡਰੈਸ ਦੇਖਿਆ ਤੇ ਮੇਰੇ ਘਰ ਤੋਂ ਗੁਰਦੁਆਰਾ ਸਾਹਿਬ ਹੈਗਾ 10 ਮਿੰਟ ਦੀ ਡਰਾਈਵ ਤੇ ਇਹ ਜਿਹੜੀ ਥਾਂ ਸੀ ਇਹ 5 ਮਿੰਟ ਦੀ ਡਰਾਈਵ ਤੇ ਹੈ। ਮੈਨੂੰ ਹੋਰ ਅਟਰੈਕਸ਼ਨ ਹੋ ਗਈ। ਮੈਂ ਉਹ ਪਲਾਟ ਲੈ ਕੇ ਹੋਰ 2-4 ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਲੈ ਕੇ ਫਿਰ ਮੈਂ ਥਾਂ ਤੇ ਗਏ। ਤੇ ਉੱਥੇ ਇੱਕ ਪਾਰਕ ਜਿਹਾ ਹੈਗਾ, ਮਤਲਬ ਰਿਜ਼ਰਵ ਹੈਗਾ, ਪਲੇਇੰਗ ਗਰਾਊਂਡ, ਸਪੋਰਟਿੰਗ ਗਰਾਊਂਡ ਨਹੀਂ ਹੈ। ਉੱਥੇ ਫਿਰ ਉਹ ਪੱਥਰ ਲੱਗਾ ਹੋਇਆ ਸੀਗਾ ਤੇ ਪੱਥਰ 'ਚ 4 ਮੂਰਤੀਆਂ ਸੀਗੀਆਂ ਜਿਹੜੇ ਕਿ ਐਗਜ਼ੈਕਟਲੀ ਪਲਾਟ ਤੇ ਫਿੱਟ ਹੋ ਰਹੀਆਂ ਸੀ। ਉੱਥੇ ਪਤਾ ਲੱਗਾ ਕਿ ਥੋੜੀ ਜਿਹੀ ਇੱਥੇ ਪਲਾਟ ਇੱਥੇ ਲੱਗਾ ਹੁੰਦਾ ਸੀ, ਕਿਸੇ ਨੇ ਉੱਥੇ ਤੋੜ ਭੰਨ ਕੀਤੀ, ਵੈਂਡਲਾਈਜ਼ ਕੀਤਾ, ਤੇ ਕਿਸੇ ਨੇ ਪਲਾਟ ਚੁੱਕ ਕੇ ਪੁਲਿਸ ਨੂੰ ਦਿੱਤਾ, ਪੁਲਿਸ ਨੇ ਗੁਰਦੁਆਰਾ ਸਾਹਿਬ ਦਿੱਤਾ, ਤੇ ਗੁਰਦੁਆਰੇ ਉਹ ਪਿਆ ਹੋਇਆ ਸੀ, ਫਰਦਰ ਕੁਛ ਨਹੀਂ ਹੋਇਆ। ਤੇ ਫਿਰ ਮੈਨੂੰ ਇੰਟਰਸਟ ਹੋ ਗਿਆ ਤੇ ਉੱਥੇ ਲਿਖਿਆ ਹੋਇਆ ਸੀ ਕੋਈ ਡੇਟਸ ਪੜਿਆ, ਉੱਥੇ ਇੱਕ ਗੋਰੇ ਬੰਦੇ ਦਾ ਨਾਮ ਲਿਖਿਆ ਹੋਇਆ ਸੀ ਜਿਹਨੇ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਸੀ, ਮਿਸਟਰ ਜੌਨ ਪਾਰਕਰ।
ਪਿਛਲੇ ਸਾਲ ਉਹ ਚਲਾਣਾ ਕਰ ਗਏ। ਓਕੇ। ਉਹਨਾਂ ਨੂੰ ਜਦ ਉਹ ਵੀ ਉੱਥੇ ਕਿਸੇ ਆਸ-ਪਾਸ ਰਹਿੰਦੇ ਸੀ, ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਫਿਰ ਦੱਸਿਆ ਕਿ ਇੱਥੇ ਦੀ ਸਿੱਖਾਂ ਦੀ ਤੇ ਬੜੀ ਹਿਸਟਰੀ ਪਈ ਹੈ। ਮੈਨੂੰ ਉਸ ਤੋਂ ਪਹਿਲੇ ਹਿਸਟਰੀ ਜਿਤਨਾ ਪੜ੍ਹਿਆ ਤੇ ਹਿਸਟਰੀ 'ਚ ਨਾਰਮਲ ਜਿੰਨੀ ਅਵੇਅਰਨੈਸ ਹੁੰਦੀ ਹੈ ਉਸ ਤਰ੍ਹਾਂ ਸੀਗੀ, ਕੋਈ ਸ਼ੌਕ ਐ ਸੱਚ ਨਹੀਂ ਸੀ। ਫਿਰ ਥੋੜ੍ਹੀ ਜਿਹੀ ਕਿਊਰੀਓਸਿਟੀ ਹੋਈ, ਮੈਂ ਕਿਹਾ ਚਲੋ ਪਤਾ ਕਰੀਏ। ਉਹਨਾਂ ਨਾਲ ਮਿਲੇ, ਉਹਨਾਂ ਨੇ ਜੋ ਗੱਲਾਂ ਦੱਸੀਆਂ ਤੇ ਫਿਰ ਹੋਰ ਹੋਇਆ। ਮੈਂ ਕਿਹਾ ਨਹੀਂ, ਇਸ ਚੀਜ਼ ਨੂੰ ਇਹ ਵਰਥ ਮੋਰ ਹੈ ਤੇ ਕੁਝ ਕਰਨਾ ਚਾਹੀਦਾ ਕਮਿਊਨਿਟੀ ਨੂੰ। ਤੇ ਜਿਹੜੇ ਬਜ਼ੁਰਗ ਸੀ ਸਾਰਿਆਂ ਨੂੰ ਪਤਾ ਸੀ। ਮੈਂ ਕਿਹਾ ਹੁਣ ਇਸ ਥਾਂ ਤੇ ਆਪਾਂ ਕਰਦੇ ਕੀ ਹਾਂ, ਕੁਛ ਨਹੀਂ। ਮੈਂ ਕਿਹਾ 25-30 ਸਾਲ ਹੋ ਚੁੱਕੇ ਇੱਥੇ ਕੁਛ ਵੀ ਨਹੀਂ ਹੋ ਰਿਹਾ। ਫਿਰ ਮੈਂ ਕੁਛ ਜਿਹੜੇ ਇੰਟਰਸਟਡ ਲੋਕ ਹੁੰਦੇ ਉਹਨਾਂ ਨੇ ਗੱਲ ਕੀਤੀ, ਖਾਸ ਕਰ ਆਪਣੇ ਹਮ ਉਮਰ ਜਿਹੜੇ ਸੀਗੇ ਉਹਨਾਂ ਨਾਲ। ਅਸੀਂ ਫਿਰ ਉੱਥੇ ਸਾਲ 'ਚ ਇੱਕ ਵਾਰ ਇਕੱਠੇ ਹੋਣ ਲੱਗ ਪਏ। ਤੇ ਜਦੋਂ ਹਿਸਟਰੀ ਰਿਸਰਚ ਕੀਤੀ ਤੇ ਇੱਥੋਂ ਦੀ ਜਿਹੜੀ ਨੈਸ਼ਨਲ ਲਾਇਬ੍ਰੇਰੀ ਹੈਗੀ ਆਸਟ੍ਰੇਲੀਆ ਦੀ, ਉਹਨਾਂ ਦੀ ਵੈਬਸਾਈਟ ਹੈ ਟਰੋਵ। ਤੇ ਜੀ ਟਰੋਵ ਤੇ ਜਦੋਂ ਲੱਭਿਆ ਤਾਂ ਉੱਥੇ ਸਿੱਖਾਂ ਦੀ ਬਹੁਤ ਜ਼ਿਆਦਾ ਡਿਟੇਲ ਲੱਭੀ। ਤੇ ਹੁਣ ਹਿਸਟਰੀ ਦੀ ਜਾਂ ਮੈਨੂੰ ਰਿਸਰਚ ਕਰਨ ਦਾ ਕੋਈ ਆਈਡੀਆ ਨਹੀਂ ਸੀ ਕੀ ਪ੍ਰੋਗਰੈਸ ਹੁੰਦਾ। ਹੁਣ ਇਨਫੋਰਮੇਸ਼ਨ ਬਹੁਤ ਸਾਰੀ ਮਿਲ ਗਈ, ਉਹ 'ਚੋਂ ਫਿਰ ਸਿਲੈਕਟਿਵ ਹੌਲੀ ਸਟੱਡੀ ਕੀਤੀ ਤੇ ਅਸੀਂ ਉਸ ਥਾਂ ਤੇ ਜਾ ਕੇ ਇੱਕ ਇਕੱਠੇ ਹੋਣ ਲੱਗ ਪਏ ਸਾਲ ਭਰ ਕਿ ਇਹਨੂੰ ਕੰਟੀਨਿਊ ਕਰੀਏ। ਤੇ ਜਦੋਂ 2-4 ਵਾਰ ਕੰਟੀਨਿਊ ਕੀਤਾ ਤੇ ਫਿਰ ਉਹ 'ਚ ਲੱਗਾ ਕਿ ਨਹੀਂ, ਜਿਸ ਤਰ੍ਹਾਂ ਕੁਛ ਹਰ ਇੱਕ ਦਾ ਇੰਟਰਸਟ ਨਹੀਂ ਹੁੰਦਾ ਹਿਸਟਰੀ ਦਾ, ਹਰ ਇੱਕ ਦੇ ਲਾਈਕਸ ਡਿਸਲਾਈਕਸ ਆਪਣੀ ਓਰੀਐਂਟੇਸ਼ਨ ਫਰਕ ਹੁੰਦੀ ਹੈ। ਤੇ ਫਿਰ ਇੱਕ ਅਸੀਂ ਸੈਪਰੇਟ ਐਸੋਸੀਏਸ਼ਨ ਬਣਾਉਣ ਦੀ ਅਟੈਂਪਟ ਕੀਤਾ ਜਿਹਦਾ ਕਿ ਨਾਮ ਸੀ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ। ਤੇ ਅਸੀਂ 4-5 ਜਣੇ ਫਿਰ ਇਕੱਠੇ ਹੋਏ, ਇੱਕ ਐਸੋਸੀਏਸ਼ਨ ਬਣਾਈ ਕਿ ਇਸ ਕੰਮ ਨੂੰ ਥੋੜਾ ਹੋਰ ਸਿੰਸੀਅਰਲੀ, ਹੋਰ ਥੋੜਾ ਕੰਸਨਟ੍ਰੇਟਡ ਜਾਂ ਰਿਸਰਚ ਦੇ ਐਂਗਲ ਤੋਂ ਕੰਮ ਸਟਾਰਟ ਕਰੀਏ। ਫਿਰ ਉਸ 'ਤੇ ਕੰਮ ਸਟਾਰਟ ਕੀਤਾ ਤੇ ਫਿਰ ਉਸ ਪਾਰਕ ਵਿੱਚ ਗੌਰਮੈਂਟ ਤੋਂ ਥੋੜ੍ਹੀ ਸਪੋਰਟ ਮਿਲੀ। ਉੱਥੇ ਪਾਰਕ ਵਿੱਚ ਆਪਾਂ ਸਿੱਖਾਂ ਦੀ ਹਿਸਟਰੀ ਲਗਾਈ ਤੇ ਫਿਰ ਇੱਕ ਕੰਸਲਟੈਂਟ ਆਏ ਕਿ ਕਿਉਂਕਿ ਹੈਰੀਟੇਜ ਜਾਂ ਹਿਸਟਰੀ ਦਾ ਕੰਮ ਕਰਨ ਦਾ ਸਾਨੂੰ ਆਈਡੀਆ ਨਹੀਂ ਹੈ, ਸਿਰਫ ਪੈਸ਼ਨ ਸੀਗਾ, ਹਾਂ ਇਹ ਵਧੀਆ ਚੀਜ਼ ਹੈ, ਇਹਨੂੰ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਇਹ ਨਹੀਂ ਪਤਾ। ਫਿਰ ਗੁਰਦੁਆਰਾ ਸਾਹਿਬ ਨੇ ਸਾਨੂੰ ਥੋੜ੍ਹੀ ਫਾਈਨੈਂਸ਼ੀਅਲ ਸਪੋਰਟ ਕੀਤੀ ਤੇ ਇੱਕ ਪ੍ਰੋਜੈਕਟ ਰਿਪੋਰਟ ਬਣਾਈ ਲੈ ਕੇ ਰਿਸਰਚ ਕੋਲੋਂ, ਜੀ ਜਿਨ੍ਹਾਂ ਨੇ ਕਿ $12,000 ਲਏ ਤੇ ਇੱਕ ਰਿਪੋਰਟ ਬਣਾਈ। ਉਸ ਰਿਪੋਰਟ 'ਚ ਫਿਰ ਉਹਨਾਂ ਨੇ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਹਿਸਟਰੀ ਔਰ ਹੈਰੀਟੇਜ ਦੇ ਕੰਮ ਆਸਟ੍ਰੇਲੀਆ 'ਚ ਕਰ ਸਕਦੇ ਹੋ। ਫਿਰ ਜਿਸ ਤਰ੍ਹਾਂ ਅਸੀਂ ਪ੍ਰੋਗਰੈਸ ਕਰਦੇ ਗਏ ਤੇ ਉਹ 'ਚ ਸਮਝ ਆਉਂਦਾ ਰਿਹਾ ਕਿ ਆਹ ਕੰਮ ਕੀਤੇ ਜਾ ਸਕਦੇ ਹੋ। ਫਿਰ ਅਸੀਂ ਐਸੋਸੀਏਸ਼ਨ ਬਣਾਈ, ਫਿਰ ਉਹ ਪਾਰਕ ਨੂੰ ਡਿਵੈਲਪ ਕੀਤਾ। ਫਿਰ ਉਹ 'ਚ ਇਹ ਆਇਆ ਕਿ ਜਿਹੜਾ ਹਿਸਟਰੀ ਸੀ, ਬਿਕੋਜ਼ ਇਹ ਆਸਟ੍ਰੇਲੀਅਨ ਹਿਸਟਰੀ ਹੈ, ਠੀਕ ਹੈ, ਅਸੀਂ ਸਿੱਖ ਹਿਸਟਰੀ ਦੇ ਐਂਗਲ ਤੋਂ ਕਰ ਰਹੇ ਹਾਂ ਤੇ ਲੇਕਿਨ ਆਸਟ੍ਰੇਲੀਅਨ ਹਿਸਟਰੀ 'ਚ ਇਹ ਜਿਹੜੇ ਚੈਪਟਰ ਸੀਗੇ ਇਹ ਮਿਸ ਕਰ ਗਏ। ਜਿੱਦਾਂ ਕਰੈਕਸ ਹੁੰਦੇ ਆ, ਕਰੈਕ ਦੇ ਵਿੱਚੋਂ ਪੇਪਰ ਡਿੱਗ ਗਿਆ ਥੱਲੇ, ਕਿਸੇ ਨੇ ਚੁੱਕਿਆ ਨਹੀਂ। ਅਸੀਂ ਸਿਰਫ ਉਹ ਪੇਪਰ ਆਸਟ੍ਰੇਲੀਅਨ ਰਿਕਾਰਡਸ ਤੋਂ ਉਹਨਾਂ ਦੀ ਮਿੱਟੀ ਝਾੜ ਕੇ ਫਿਰ ਤੇ ਟੇਬਲ ਤੇ ਰੱਖ ਦਿੱਤੇ। ਹੁਣ ਜਦੋਂ ਟੇਬਲ ਤੇ ਰੱਖੇ ਤੇ ਸਾਰਿਆਂ ਨੂੰ ਇੰਟਰਸਟ ਹੋ ਗਿਆ ਤੇ ਗੌਰਮੈਂਟ ਮਸ਼ੀਨਰੀ ਵੀ ਹੌਲੀ ਹਿੱਲਣੀ ਸਟਾਰਟ ਹੋਈ। ਫਿਰ ਅਸੀਂ ਗ੍ਰਾਂਟ ਅਪਲਾਈ ਕੀਤੀ ਤੇ $150,000 ਦੀ ਗ੍ਰਾਂਟ ਮਿਲੀ ਕਿ ਉਸ ਪਾਰਕ ਨੂੰ ਡਿਵੈਲਪ ਕਰੀਏ। ਜੀ ਜੀ ਵੀਰ ਉਹ ਜੀ। ਸਟੇਟ ਗੌਰਮੈਂਟ ਨੇ ਦਿੱਤੀ ਤੇ ਨਾਲ ਜਿਹੜੀ ਲੋਕਲ ਗੌਰਮੈਂਟ ਹੈ ਉਹ ਵੀ ਸਾਡੇ ਨਾਲ ਪਾਰਟਨਰਸ਼ਿਪ 'ਚ ਆਈ, ਉਹਨਾਂ ਨੇ ਵੀ 35,000 ਕੀਤਾ। ਫਿਰ ਅਸੀਂ ਸਾਰੇ ਕਮਿਊਨਿਟੀਜ਼ 'ਚੋਂ ਗੁਰਦੁਆਰੇ ਸਾਹਿਬ ਸੇਵਾ ਕਰਕੇ ਉਹਨਾਂ ਕੋਲ ਉਗਰਾਈ ਕਰਕੇ ਸਾਰੀ ਜਿੰਨੇ ਵੀ ਲੋਕ ਸੀਗੇ ਫਿਰ ਸਾਰੀ ਅਮਾਊਂਟ ਇਕੱਠੀ ਕਰਕੇ ਫਿਰ ਪ੍ਰੋਜੈਕਟ ਬਣਾ ਕੇ ਉਹ ਪਾਰਕ ਬਣਾਇਆ। ਉਸੇ ਪ੍ਰੋਜੈਕਟ ਦੇ ਅਕੋਰਡਿੰਗਲੀ ਫਿਰ ਅਸੀਂ ਹਿਸਟਰੀ ਸਿਲੇਬਸ ਐਜੂਕੇਸ਼ਨ ਡਿਪਾਰਟਮੈਂਟ ਨਾਲ ਗੱਲ ਕੀਤੀ ਤੇ ਫਿਰ ਇਹ ਕੰਮ ਥੋੜਾ ਸੀਰੀਅਸਲੀ ਅੱਗੇ ਚੱਲਦਾ ਪਿਆ। ਜੀ ਜੀ ਵੀਰ ਜੀ, ਆਪਾਂ ਐਜੂਕੇਸ਼ਨ ਦਾ ਜਿਹੜਾ ਉਹ ਆਪ ਜੀ ਨੇ ਸਾਂਝ ਪਾਈ, ਆਪਾਂ ਉਹ ਜ਼ਰੂਰ ਗੱਲ ਕਰਾਂਗੇ। ਇਹਦੇ ਨਾਲ ਹੀ ਆਪ ਜੀ ਨੇ ਬਹੁਤ ਹੀ ਪਿਆਰੇ ਤਰੀਕੇ ਨਾਲ ਪੂਰੀ ਜਰਨੀ ਆਪ ਸਾਡੇ ਨਾਲ ਸ਼ੇਅਰ ਕੀਤੀ ਹੈ, ਸਾਂਝ ਪਾਈ ਹੈ। ਤੇ ਜਿਵੇਂ ਆਪ ਜੀ ਨੇ ਕਿਹਾ ਵੀ ਆਪ ਜੀ ਗੁਰਦੁਆਰਾ ਸਾਹਿਬ, ਗੁਰੂ ਘਰ ਸਾਹਿਬ ਗਏ ਸੀਗੇ ਤੇ ਜਿਵੇਂ ਸੇਵਾ ਕਰਦੇ ਜਾਂ ਲੱਭਦੇ ਆਪ ਜੀ ਨੂੰ ਕੁਝ ਮਿਲ ਗਿਆ। ਮੈਨੂੰ ਲੱਗਦਾ ਵਾਹਿਗੁਰੂ ਜੀ ਏਦਾਂ ਹੀ ਵਿਉਂਤ ਬਣਾਉਂਦੇ ਨੇ। ਕਦੀ ਵੀ ਆਪਾਂ ਪਲੈਨਿੰਗ ਕਰਦੇ ਹਾਂ ਪਰ ਕਿਤੇ ਨਾ ਕਿਤੇ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੁੰਦਾ ਉਹ ਸਾਨੂੰ ਆਪ ਹੀ ਆਪਣਾ ਹੱਥ ਫੜ ਕੇ ਲੈ ਜਾਂਦੇ ਨੇ ਨਾਲ ਹੀ। ਤੇ ਸ਼ਾਇਦ ਆਪ ਜੀ ਦੇ ਨਾਲ ਉਹ ਏਦਾਂ ਹੀ ਚੀਜ਼ ਹੋਈ। ਇਹਦੇ ਨਾਲ ਇੱਕ ਜੁੜਿਆ ਸਵਾਲ ਮੇਰੇ ਮਨ ਵਿੱਚ ਆਉਂਦਾ, ਕਿਉਂਕਿ ਆਪ ਜੀ ਨੇ ਕਿਹਾ ਕਿ ਹਾਂਜੀ ਸਹਿਯੋਗ ਮਿਲਿਆ ਆਪ ਜੀ ਨੂੰ ਸਟੇਟ ਗਵਰਨਮੈਂਟ ਤੇ ਹੋਰ ਸੰਸਥਾਵਾਂ ਤੋਂ ਵੀ। ਮੈਂ ਪੜ੍ਹਦਾ ਪਿਆ ਸੀ ਕਿ ਆਪਾਂ ਇਹਨੂੰ ਨੈਸ਼ਨਲ ਲੈਵਲ ਤੇ ਇਹਨੂੰ ਆਪਾਂ ਰਜਿਸਟਰ ਵੀ ਕੀਤਾ ਇਸ ਸੰਸਥਾ ਨੂੰ। ਬਟ ਜੇ ਮੈਂ ਥੋੜਾ ਇੱਕ ਬਾਹਰ ਨਿਕਲ ਕੇ ਸੋਚਾਂ ਤੇ ਕਿਉਂਕਿ ਇਹ ਏਦਾਂ ਦੇ ਕਾਰਜ ਨੇ ਜਿਹੜੇ ਜਿਹੜੀ ਮੈਜੋਰਿਟੀ ਹੈ ਉਹ ਮੈਜੋਰਿਟੀ ਦੇ ਤੋਂ ਵੱਖ ਜਾਂਦੀ ਹੈ ਚੀਜ਼ਾਂ, ਤੇ ਜਿਨ੍ਹਾਂ ਦਾ ਕੋਈ ਸੈਲਫ ਇੰਟਰਸਟ ਆਪਣਾ ਨਾ ਹੋਵੇ। ਕਿਉਂਕਿ ਆਪ ਜੀ ਨੇ ਪਹਿਲਾਂ ਤਾਂ ਸਿੱਖ ਹਿਸਟਰੀ ਬਾਰੇ ਹੀ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਗ੍ਰੈਜੂਅਲੀ ਆਪਾਂ ਆਸਟ੍ਰੇਲੀਅਨ ਹਿਸਟਰੀ ਬਾਰੇ ਨਾਲ ਜਿਵੇਂ ਜਿਵੇਂ ਵਾਹਿਗੁਰੂ ਜੀ ਮਿਲਾਉਂਦੇ ਗਏ ਆਪਾਂ ਜੋੜਦੇ ਗਏ। ਪਰ ਕੁਛ ਚੁਣੌਤੀਆਂ ਤਾਂ ਜ਼ਰੂਰ ਆਪ ਜੀ ਦੇ ਸਾਹਮਣੇ ਆਈਆਂ ਹੋਣਗੀਆਂ, ਜਾਂ ਜਦ ਆਪਾਂ ਕੀ ਕਹਿੰਦੇ ਆ ਇਸ ਸੰਸਥਾ ਨੂੰ ਹੋਂਦ ਵਿੱਚ ਲੈ ਕੇ ਆ ਰਹੇ ਹਾਂ ਤੇ ਜਿਹੜੇ ਚਾਰ ਬੰਦੇ ਨੇ ਉਹਨਾਂ ਨਾਲ ਮਿਲਣਾ, ਸੇਮ ਸੋਚ ਰੱਖਣੀ, ਤੇ ਜਾਂ ਜਦ ਆਪਾਂ ਆਊਟਰ
ਵਿਚਰਦੇ ਹਾਂ ਤੇ ਆਪਾਂ ਗੁਰਦੁਆਰਾ ਸਾਹਿਬਾਂ ਵਿੱਚ ਜਾ ਕੇ ਇਹਦੇ ਬਾਰੇ ਦੱਸ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ, ਗਵਰਨਮੈਂਟ ਨੂੰ ਮਿਲ ਰਹੇ ਹਾਂ, ਕੁਝ ਚੁਣੌਤੀਆਂ ਜੇ ਆਪਣੀ ਜ਼ਿੰਦਗੀ ਦੇ ਅੰਦਰ ਇਸ ਆਸ਼ਾ ਦੇ ਰਿਲੇਟਡ ਆਈਆਂ ਹੋਣ, ਜੇ ਆਪ ਜੀ ਕੁਝ ਸ਼ੇਅਰ ਸਾਂਝ ਪਾਣਾ ਚਾਹੋ ਤਾਂ। ਜਿਹੜੇ ਚੈਲੰਜਸ ਦੀ ਤੁਸੀਂ ਗੱਲ ਕਰ ਰਹੇ ਹੋ, ਚੈਲੰਜ ਜੇ ਤੇ ਕੋਈ ਟਾਰਗੇਟ ਹੋਵੇ ਕਿ ਅਸੀਂ ਇਹ ਅਚੀਵ ਕਰਨਾ, ਅਸੀਂ ਜਿਹੜਾ ਇਸ ਉਦਮ ਹੈ ਇਹ 'ਚ ਜਰਨੀ 'ਚ ਹੀ ਇੰਜੋਇਮੈਂਟ ਹੈ। ਜਦੋਂ ਇਹਨਾਂ ਦੀ ਹਿਸਟਰੀ ਇਕੱਠੀ ਕੀਤੀ, ਉਹਨੂੰ ਬਾਰ-ਬਾਰ ਪੜ੍ਹਿਆ, ਤੇ ਫਿਰ ਜਦੋਂ ਆਪਣੇ ਲੋਕਾਂ 'ਚ ਵੀ ਜਿਹੜੇ ਨੌਨ ਸਿੱਖ ਲੋਕੀ ਹੈ, ਜਿਹੜੇ ਗੌਰਮੈਂਟ ਡਿਪਾਰਟਮੈਂਟਸ ਹੈ ਜਾਂ ਵੈਸੇ ਵੀ ਜਿਸ ਤਰ੍ਹਾਂ ਲੋਕ ਹੈ, ਉਹਨਾਂ ਨੇ ਕਿਹਾ ਕਿ ਇਹ ਤਾਂ ਆਸਟ੍ਰੇਲੀਅਨ ਹਿਸਟਰੀ ਹੈ। ਤੇ ਇੱਥੇ ਖਾਸ ਕਰ ਵੈਸਟਰਨ ਵਰਲਡ, ਕਿਉਂਕਿ ਆਸਟ੍ਰੇਲੀਆ यूरोपियंस ने ज़्यादा आगे सैटल किया, तो यूरोपियन कल्चर च वो सारी अपनी रिकॉर्डिंग अपनी हिस्टरी बड़ी प्रिजर्व करके रखते हैं, जो कि अनफॉर्चुनेटली साढ़े इंडियन सब कॉन्टीनेंट वाले पासे एक कल्चर इन्ना नहीं है, वो सिर्फ एक एजुकेशनल मैटर रह जाता है। लेकिन जो इत्थे किया तो जिन्ने भी डॉक्यूमेंट्स ने असी फिर रिसर्च सिर्फ आस्ट्रेलियन मीडिया तो ही करी, ये तुहाडे ही डॉक्यूमेंट्स ने, तुसीं कह रहे हो तो ये तुहाडे सामने रख दो। इस तरह जो एजुकेशन डिपार्टमेंट के सामने रखते हैं तो चैलेंज ऑटोमैटिकली खत्म हो गया, क्योंकि मेरी रिसर्च नहीं है, मैं सिर्फ इंफॉर्मेशन इकट्ठी करके तुहाडी है कि तुहाडे डिपार्टमेंट के तुहाडे डॉक्यूमेंट्स ने आ होया, आप सब कुछ एविडेंस है, फैक्ट्स है, तो उन्होंने कन्विंस करना बड़ा ईजी हो गया। फिर जो कन्विंस किया, हुण जिस तरह चैलेंज की गल है, इत्थों की हिस्टरी सिलेबस च ये गल की, इस तरह मैं गल की प्रोजेक्ट रिपोर्ट की, कुछ उन्होंने कहा ये दिस इज आस्ट्रेलियन हिस्टरी, तो ये आनी चाहिए। ये सिर्फ सानू नहीं, सारे पता होना चाहिए कि आस्ट्रेलिया किस तरह वसया, किहड़े लोगों ने आके किस तरह कॉन्ट्रीब्यूशन की। तो मैं 4-5 सालों तो 2012-13 तो एजुकेशन डिपार्टमेंट लगता रहा, किनू कॉन्टैक्ट करिए, कौन ये करता है, किहड़ा एजुकेशन डिपार्टमेंट अंदर किहड़ा सब डिपार्टमेंट है जिथे होएगा, तो कोई रिस्पॉन्स या नहीं मिला। अराउंड 2016 की गल है, तो मैं फिर एक दिन फ्राइडे को फिर ईमेल करती, पुरानी वही ईमेल की चेंज चली जा रही थी, मैं फिर उन्होंने की, अगों रिस्पॉन्स आ गया कि हाँ ये बड़ा इंटरेस्टेड है, इंटरेस्टिंग चैप्टर, वी शुड मीट। मैं एकदम फिर रिस्पॉन्स किया, जिथे मैं तुहानूं दस्सिया कि मेरे घर तो 5 मिनट की ड्राइव से ये पार्क है, उस पार्क के जिहड़ा नीयरेस्ट स्कूल है उसका नाम है लिनवुड हाई स्कूल। हुण जिहड़ा एजुकेशन डिपार्टमेंट का जिहड़ा सब डिपार्टमेंट इस तरीके की इनकुआरीज डील करता सी, उहदी कमेटी चेंज हुई सी। हुण जिहदा फोटोज तुसीं देखो, एक्सट्रीम राइट ते ऑरेंज ड्रेस पा के एक लेडी खड़ी है, इन्हां दा नाम है कैथी बैरन। ये उदों कमेटी चेंज हुई तो जिहड़ी हिस्टरी टीचर्स एसोसीएशन उहदे प्रेजिडेंट सीगे, ये प्रेजिडेंट बने तो उस स्कूल सीगे जिहड़ा कि उस पार्क तो 1 किलोमीटर ते है। तो मैं उन्होंने फ्राइडे में की, वो कहती हाँ ये ठीक, उन्होंने इंटरेस्ट हो गया। पिछले कमेटीज में ये इंटरेस्ट नहीं लगा, वो रिस्पॉन्ड नहीं करते रहे, इन्होंने रिस्पॉन्ड किया तो कहते कितने, मैं कहा थां तो तुहाडे स्कूल तो वॉकिंग डिस्टेंस से, तो आप मिल सके, कहती आई एम रेडी। शामी 4 बजे मैं पार्क पहुँच गया, वो आई, उन्होंने फिर वो मेरे तो ज़्यादा इंटरेस्टेड हो गए हुण, उन्होंने भी जो इंटरेस्ट शो किया तो फिर एक काम अगे पढ़िया, असी फिर सारी रिसर्च उन्होंने सामने रखी कि आ साड़ी रिसर्च है। उन्होंने फिर जिस तरह सिलेबस क्लास वाइज होंगे ना, क्लास 5 इन्ना पढ़ाना है, 6 स्टैंडर्ड इन्ना, 7th इन्ना, उन्होंने फिर साड़ी रिसर्च में लैके कुछ ईयर 5वीं कुछ 6वीं कुछ 9वीं जिहड़ा रेलीवेंट पोर्शन सीगा उतना डिवाइड करता, उसका पूरा स्ट्रक्चर बनाया। जिस तरह तुसीं लिंक दिता है ना htawa.net, इसका फुल फॉर्म है हिस्टरी टीचर्स एसोसीएशन ऑफ वेस्टर्न ऑस्ट्रेलिया। उन्होंने वैबसाइट पर फिर तुसीं जाके सारा डिटेल्स लै सकते हो कि उन्होंने कहा कि दिस इज ऑस्ट्रेलिया, इस तरह ही गांव वधदा है। हुण यही चीज़ अगर कंपेयर करिए इंडिया च नेक्स्ट टू इंपॉसिबल टास्क है, लेकिन ये मेरा जो चैलेंज सीगा 2-3 साल मैं सब्र करके वेट करी गया कि हाँ चलो करी चलो, देखी जाएगी, जिथे भी पहुंचे। तो अज आप तुहाडे नाल मैं सारे दर्शन कर रहे हैं, रूबरू हो रहे हैं। ये 2 महीने पहले मैंने नहीं पता सी, हुण अज इत्थे खड़े हैं, असीं इंजॉय कर रहे हैं। इस सेम चीज़ हिस्टरी टीचर्स वाले नाल हुई, उन्होंने जो एक्सेप्ट कर लिया, कमेटी चेंज हुई, गल बन गई और विद इन 3-4 मंथ्स हो गया, उन्होंने वो फिर 2017 ऑनवर्ड्स इंक्लूड कर लिया। हुण की है, उन्हें सारे पढ़नगे, सिख नॉन सिख, उन्होंने ये पता लगेगा कि ये भी आए है की करते सी, किहड़े खेतर च इन्होंने कॉन्ट्रीब्यूशन की, ये जॉब भी करते सी, बिजनेस भी करते सीगे और स्पोर्ट्स भी सीगे। जो फर्स्ट वर्ल्ड वार
ਉਹ 'ਚ ਵੀ ਫੌਜ 'ਚ ਵੀ ਭਰਤੇ ਹੋਏ। ਸੋ ਜੀ ਵੀਰ ਜੀ। ਮਤਲਬ ਕਿ ਡਲ ਲਾਈਫ ਨਹੀਂ, ਤੇ ਬੜੀ ਫੁੱਲ ਔਨ ਲਾਈਫ ਇੰਜੋਏ ਕਰਦੇ ਸੀ, ਲੇਕਿਨ ਇਹ ਬੜੇ ਥੋੜੇ ਗਿਣਤੀ ਸੀਗੇ। ਤੇ ਇੱਥੇ ਸਾਡੀ ਇਹ ਚੀਜ਼ ਵਾਈਡਰ ਕਮਿਊਨਿਟੀ 'ਚ ਜਾਣਾ, ਜਿਹਨੂੰ ਕੀ ਕਹਿੰਦੇ ਕਿ ਸਾਰੇ ਲੋਕਾਂ 'ਚ ਜਾਣਾ, ਇਹ ਬੜਾ ਅੱਛਾ ਪਲੇਟਫਾਰਮ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਥਰੂ ਜਿਹੜੇ ਬੱਚੇ ਅੱਜ 5ਵੀਂ 6ਵੀਂ 7ਵੀਂ 'ਚ ਹੈਗੇ ਨੇ, ਇਹ ਜਦੋਂ 10-15 ਸਾਲ ਬਾਅਦ ਜਾ ਕੇ ਜੌਬ ਕਰਨਗੇ, ਬਿਜ਼ਨਸ ਕਰਨਗੇ, ਪੋਲੀਟੀਸ਼ੀਅਨ ਬਣਨਗੇ, ਇਹਨਾਂ ਦਾ ਡਿਸੀਜਨ ਅੱਜ ਜਿਹੜੀ ਸਾਡੇ ਸਿੱਖ ਬੱਚੇ ਹੈਗੇ ਨੇ, ਇਹ ਜਦੋਂ ਵੱਡੇ ਹੋਣਗੇ, ਉਹਨਾਂ ਦੀ ਲਾਈਫ ਮੋਰ ਸਿੱਖ, ਮੋਰ ਆਸਟ੍ਰੇਲੀਅਨ ਹੋਏਗੀ। ਬਿਲਕੁਲ ਬਿਲਕੁਲ ਵੀਰ ਜੀ, ਮੈਨੂੰ ਇਹਦਾ ਲੱਗਦਾ ਵੀ ਜੇ ਆਪਾਂ ਸਿੱਖਿਆ ਦੇ ਉਹਦੀ ਗੱਲ ਕਰੀਏ, ਆਪਾਂ ਐਜੂਕੇਸ਼ਨ ਦੇ ਅੰਦਰ, ਜਿਵੇਂ ਆਪ ਜੀ ਨੇ ਕਿਹਾ ਵੀ ਜੇ ਆਪਾਂ ਭਾਰਤ ਦੇ ਅੰਦਰ ਜਾਂ ਕਿਸੇ ਹੋਰ ਦੇਸ਼ ਦੇ ਅੰਦਰ ਜੇ ਆਪਾਂ ਕੋਈ ਇੱਕ ਚੈਪਟਰ ਦਾ ਇੱਕ ਵਰਡ ਵੀ ਜੇ ਆਪਾਂ ਹਜੇ ਐਡਿਟ ਵੀ ਕਰਾਉਣਾ ਹੋਵੇ, ਆਪਾਂ ਚੇਂਜ ਕਰਾਉਣਾ ਹੋਵੇ, ਮੈਨੂੰ ਲੱਗਦਾ ਨਹੀਂ ਵੀ ਆਪਾਂ ਇੰਨੇ ਪੰਜਾਬੀ ਇੱਥੇ ਹੈਗੇ ਆ, ਅਸੀਂ ਉਹ ਵੀ ਕਰਵਾ ਪਾਏ ਆ ਜਾਂ ਆਪਾਂ ਉਹ ਇਤਿਹਾਸ ਨੂੰ ਬਚਾ ਵੀ ਪਾਏ ਆ। ਬਟ ਕੋਸ਼ਿਸ਼ਾਂ ਚੱਲਦੀਆਂ ਨੇ, ਸਾਰੇ ਉੱਦਮ ਕਰਦੇ ਨੇ, ਪਰ ਆਪ ਜੀ ਦਾ ਜਿਹੜਾ ਉੱਦਮ ਹੈਗਾ ਕਿਸੇ ਹੋਰ ਧਰਤੀ ਤੇ ਜਾ ਕੇ ਜੇ ਆਪਾਂ ਆਪਣੇ ਸਿੱਖ ਹੈਰੀਟੇਜ ਨੂੰ, ਆਪਾਂ ਵਿਰਾਸਤ ਨੂੰ, ਜੇ ਆਪਾਂ ਉਹਨਾਂ ਦੇ ਸਕੂਲ ਦੀ ਹਿਸਟਰੀ ਬੁੱਕਸ ਦੇ ਅੰਦਰ ਜੇ ਆਪਾਂ ਲੈ ਕੇ ਆ ਸਕਦੇ ਹਾਂ, ਮੈਨੂੰ ਲੱਗਦਾ ਇਹ ਬਹੁਤ ਹੀ ਵੱਡੀ ਪ੍ਰਾਪਤੀ ਹੈ ਜਿਹੜੀ ਆਪਾਂ ਵਾਹਿਗੁਰੂ ਜੀ ਨੇ ਕਰਵਾਈ ਹੈ ਸਾਡੇ ਕੋਲੋਂ। ਐਂਡ ਨਾਲ ਦੀ ਨਾਲ ਹੀ ਜੇ ਆਪਾਂ ਨੀਂਵ ਜਿਹੜੀ ਹੁੰਦੀ ਹੈ ਨਾ ਬੱਚਿਆਂ ਨੂੰ ਐਜੂਕੇਸ਼ਨ ਦੇ ਰਾਹੀਂ, ਜੇ ਆਪਾਂ ਨੀਂਵ ਪੱਕੀ ਕਰਤੀ, ਤੇ ਇੱਕ ਅੱਜ ਕੱਲ੍ਹ ਅਸੀਂ ਸਾਰੇ ਜਿੰਨੀਆਂ ਸੰਸਥਾਵਾਂ ਨੇ, ਹੋਰ ਵੀ ਬਹੁਤ ਜਗ੍ਹਾ ਮੈਂ ਇਹ ਚੀਜ਼ ਦੇਖਦਾ ਕਿ ਵਨਨੈਸ ਦੀ ਗੱਲ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਬਹੁਤ ਕੇਸਿਸ ਵੀ ਹੋ ਰਹੇ ਨੇ ਕਲਰ ਤੇ ਉਹਦੇ ਉੱਪਰ। ਮੈਨੂੰ ਲੱਗਦਾ ਜੇ ਨੀਂਵ ਤੋਂ ਹੀ ਬੱਚਿਆਂ ਨਾਲ ਸਾਂਝ ਪਾਈ ਜਾਵੇ, ਵੀ ਜਿਹੜੇ ਟਰਬਨ ਪਾਉਂਦੇ ਨੇ ਉਹ ਵੀ ਮਤਲਬ ਦੇ ਹੈਵ ਆਲਸੋ ਕੰਟਰੀਬਿਊਟਡ, ਉਹ ਕੀ ਕਹਿੰਦੇ ਲੈਫਟ ਆਊਟ, ਮਤਲਬ ਅਲੱਗ ਜਿਹੇ ਨਹੀਂ ਫੀਲ ਹੁੰਦੇ, ਉਹਨਾਂ ਨੂੰ ਲੱਗਦਾ ਵੀ ਮੈਂ ਇਸ ਧਰਤੀ ਦਾ ਹੀ ਪਾਰਟ ਹਾਂ, ਤੇ ਮੈਂ ਅੱਜ ਦਾ ਨਹੀਂ, ਮੇਰੇ ਜਿਹੜੇ ਜਿਵੇਂ ਆਪਾਂ ਕਹਿ ਰਹੀਏ ਵੀ ਜਿਹੜੇ ਮੇਰੇ ਪੂਰਵਜ ਸੀਗੇ ਜਾਂ ਜਿਹੜੇ ਐਂਸੈਸਟਰਲ ਸੀਗੇ, ਉਹ 180 ਸਾਲ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਆਏ ਸਨ। ਸੋ ਜਿਹਦੇ ਬਾਰੇ ਅਸੀਂ ਐਕਚੁਅਲੀ ਆਉਣ ਵਾਲੇ ਹੁਣੇ ਆਪਾਂ ਹੋਰ ਸਾਂਝ ਵੀ ਪਾਵਾਂਗੇ। ਇਹਦੇ ਨਾਲ ਹੀ ਮੈਂ ਇੱਕ ਚੀਜ਼ ਆਪ ਜੀ ਤੋਂ ਪੁੱਛਣਾ ਸੀਗਾ ਕਿ ਕਿਉਂਕਿ ਹੁਣ ਆਪ ਜੀ ਸਿੱਖ ਇਤਿਹਾਸ ਜਾਂ ਵਿਰਾਸਤ ਦੇ ਵਿੱਚ ਆਪ ਜੀ ਕਾਰਜ ਕਰਦੇ ਹੋ, ਤੇ ਇੱਥੇ ਇੱਕ ਬੜਾ ਹੀ ਸਵਾਲ ਮੇਰੇ ਮਨ ਵਿੱਚ ਇਹ ਆਉਂਦਾ ਸੀਗਾ ਕਿ ਆਪ ਜੀ ਕੋਲ ਮੈਂ ਪੁੱਛਾਂ ਕਿ ਕਿੰਨਾ ਕੁ ਜ਼ਰੂਰੀ ਹੈ ਇੱਕ ਬੱਚੇ ਦਾ, ਇੱਕ ਇੰਡੀਵਿਜੂਅਲ ਦਾ, ਇੱਕ ਗੁਰਸਿੱਖ ਦਾ ਵਿਰਾਸਤ ਨੂੰ ਸਾਂਭ ਕੇ ਰੱਖਣਾ ਤੇ ਸਿੱਖ ਇਤਿਹਾਸ ਨਾਲ ਜੁੜਨਾ। ਆਪ ਜੀ ਨੂੰ ਕੀ ਮਹਿਸੂਸ ਹੋਇਆ ਪੂਰੀ ਆਪ ਜੀ ਦੀ ਰਿਸਰਚ ਤੇ ਜਰਨੀ ਦੇ ਵਿੱਚ ਵੀਰ ਜੀ? ਇਹ ਜਿਸ ਤਰ੍ਹਾਂ ਖਾਸ ਕਰ ਸਾਨੂੰ ਇਹ ਬਿਲਕੁਲ ਫੰਡੇ ਬਿਲਕੁਲ ਕਲੀਅਰ ਹੋਣੀ ਚਾਹੀਦੀ ਕਿ ਅੱਜ ਵਰਲਡ ਲੈਵਲ ਤੇ ਕਹਿੰਦੇ ਇੰਡੀਆ ਲੈਵਲ ਤੇ ਅਸੀਂ ਮਾਈਨੋਰਿਟੀ ਹਾਂ, ਠੀਕ ਹੈ ਨਾ। ਹੁਣ ਮਾਈਨੋਰਿਟੀ ਹੋ ਕੇ ਸਾਨੂੰ ਉਦਮ ਦੂਜਿਆਂ ਨਾਲੋਂ ਡਬਲ ਟ੍ਰਿਪਲ ਕਈ ਟਾਈਮਸ ਜ਼ਿਆਦਾ ਕਰਨਾ ਪਏਗਾ। ਉਹਦੇ ਵਿੱਚ ਮੈਨੂੰ ਆਪਣਾ ਕੰਮ ਬੜਾ ਆਸਾਨ ਲੱਗਦਾ ਹੈ। ਜਿੱਦਾਂ ਤੁਸੀਂ ਹੁਣ ਆ ਪੂਰਾ ਸੈਟਅਪ ਕਰਕੇ ਕਰ ਰਹੇ ਹੋ, ਇਹ ਬਹੁਤ ਸ਼ਲਾਘਾਯੋਗ ਹੈ। ਮੇਰੀ ਪੈਸ਼ਨ, ਮੇਰਾ ਇੰਟਰਸਟ ਹਿਸਟਰੀ 'ਚ ਹੈ, ਲੇਕਿਨ ਹਿਸਟਰੀ ਨੂੰ ਸਪਰੈਡ ਕਰਨ ਵਾਸਤੇ ਜਿਸ ਤਰ੍ਹਾਂ ਉਹਦੀ ਆਡੀਅੰਸ ਵਾਈਡ ਕਰਨੀ ਆ, ਇੰਟਰਨੈਸ਼ਨਲ ਕਰਨੀ ਹੈ, ਇਹ ਤੁਹਾਡੇ ਵਰਗੇ ਉਦਮੀ ਲੋਕਾਂ ਦੀ ਜ਼ਰੂਰਤ ਹੈ। ਖਾਸ ਕਰ ਹੁਣ ਇਹ 'ਚ ਮੈਂ ਹਰਪ੍ਰੀਤ ਵੀਰ ਜੀ ਦਾ ਕਹਾਂਗਾ, ਮੇਰਾ ਇਹਨਾਂ ਦੇ ਨਾਲ ਕੰਟੈਕਟ ਹੈ ਪਿਛਲੇ ਕਈ ਸਾਲਾਂ ਦਾ, ਇਹਨਾਂ ਦੇ ਫਾਦਰ ਸਾਹਿਬ ਨਾਲ। ਇਹਨਾਂ ਦੇ ਫਾਦਰ ਸਾਹਿਬ ਤੋਂ ਇੰਸਪੀਰੇਸ਼ਨ ਮਿਲੀ, ਉਹ ਕਹਿੰਦੇ ਹੁੰਦੇ ਸੀ ਕਿ ਨਹੀਂ ਗਾਂ ਫਿਊਚਰ ਜਨਰੇਸ਼ਨ ਜਿਹੜੀ ਬੱਚੀ ਹੈ ਇਹਨਾਂ ਦੇ ਨਾਲ ਕੰਮ ਕਰੋ। ਹੁਣ ਮੇਰਾ ਇੰਟਰਸਟ ਹਿਸਟਰੀ 'ਚ ਹੈ, ਤੁਹਾਡਾ ਇੰਟਰਸਟ ਆਰਗੇਨਾਈਜ਼ ਕਰਨ 'ਚ ਹੈ, ਔਰ ਤੁਹਾਡਾ ਜਿਹੜਾ ਐਕਸਪਰਟੀਜ਼ ਹੈ IT ਹੋ ਗਈ। ਹੁਣ ਇਹ ਸਾਰੀ ਚੀਜ਼ਾਂ ਕੰਬਾਈਨ ਹੋ ਕੇ ਇੱਕ ਟੀਮ ਸਪਿਰਿਟ ਬਣਦੀ ਹੈ। ਟੀਮ ਸਪਿਰਿਟ 'ਚ ਮੇਰਾ ਰੋਲ ਇਹ ਹੈ ਕਿ ਜਿਹੜੀ ਮੇਰੀ ਸਕਿੱਲ ਸੈਟ ਹੈ, ਜਿਹੜੀ ਹਿਸਟਰੀ ਹੈ, ਹੁਣ ਉਸ 'ਚੋਂ ਐਸੇ ਖੂਬਸੂਰਤ ਸ਼ਾਨਦਾਰ ਹੀਰੇ ਨੇ ਜਿਨ੍ਹਾਂ ਨੂੰ ਮੈਂ ਕਹਾਂਗਾ, ਜਿਨ੍ਹਾਂ 'ਚੋਂ ਇੱਕ ਮੈਂ ਜਿੱਦਾਂ ਸ਼ੇਅਰ ਕਰਾਂਗਾ ਭਾਈ ਮੱਸਾ ਸਿੰਘ ਹੋਰਾਂ ਦੀ। ਜੀ ਜੀ। ਹੁਣ ਇਹ ਇੰਨੀ ਪਾਵਰਫੁਲ, ਇੰਨੀ ਇੰਸਪੀਰੇਸ਼ਨਲ ਸਟੋਰੀ ਹੈ ਕਿ ਮੇਰੇ ਹਿਸਾਬ ਨਾਲ ਪੂਰੇ ਵਰਲਡ ਦੇ ਇੱਕ ਸਿੱਖ ਨੂੰ ਪਤਾ ਹੋਣੀ ਚਾਹੀਦੀ। ਹੁਣ ਇਸ ਜਿਹੜੇ ਸੀਗੇ ਮਿਸਟਰ ਮੱਸਾ ਸਿੰਘ, ਇਹ 1896 'ਚ ਆਏ, ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ, ਤੇ ਇਹਨਾਂ ਨੇ ਅੱਗੇ ਜਿਸ ਤਰ੍ਹਾਂ ਜਿਹੜਾ ਕੰਮ ਕੀਤੇ ਨੇ ਉਹ ਇੰਨੇ ਜ਼ਿਆਦਾ ਸ਼ਲਾਘਾਯੋਗ ਨੇ ਕਿ ਉਹ ਆਪਣੀ ਬਿਜ਼ਨਸ ਵੀ ਕਰਦੇ ਸੀ, ਨਾਲ ਪਾਰਟ ਟਾਈਮ ਸਪੋਰਟਸ ਵੀ ਖੇਡਦੇ ਸੀ, ਨਾਲ ਪਾਰਟ ਟਾਈਮ ਸੋਸ਼ਲ ਵਰਕ ਕਰਦੇ ਸੀਗੇ। ਹੁਣ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜੇ ਸਾਨੂੰ ਅਗਰ ਪਤਾ ਲੱਗੀ ਹੈ ਕਿ ਮੇਰਾ ਇਹ ਡਿਊਟੀ ਬਣਦੀ ਹੈ, ਫਰਜ਼ ਬਣਦੀ ਹੈ ਕਿ ਮੈਂ ਸਾਰੇ ਤੱਕ ਪਹੁੰਚਾਵਾਂ, ਇਹਨਾਂ ਨੂੰ ਅਸੀਂ ਛੱਡ ਕੇ ਅੱਗੇ ਨਹੀਂ ਜਾ ਸਕਦੇ। ਜਿਸ ਤਰ੍ਹਾਂ ਸਾਰੇ ਫੋਟੋ ਦੇਖਦੇ ਪਏ ਹੋ ਮੱਸਾ ਸਿੰਘ, ਇਹ ਜਿਹੜੀ ਫੋਟੋ ਹੈਗੀ ਹੈ,
ਤੁਹਾਡੀ ਸਕਰੀਨ ਚੇਂਜ ਹੋ ਗਈ ਜੀ। ਮੱਸਾ ਸਿੰਘ ਵਾਲੀ ਸਲਾਈਡ, ਹਾਂਜੀ। ਮੱਸਾ ਸਿੰਘ ਜੀ ਜਿਹੜੀ ਲੈਫਟ ਦੇ ਉੱਪਰ ਫੋਟੋ ਹੈਗੀ ਹੈ, ਇਹ 1934 ਦੀ ਫੋਟੋ ਹੈ। ਇਹ ਜਿਹੜੇ ਪਾਰਕ ਦੀ ਮੈਂ ਗੱਲ ਕਰਨਾ, ਜਿਹੜਾ ਪਾਰਕ ਡਿਵੈਲਪ ਹੋਇਆ, ਇਹ ਉਸ ਪਾਰਕ ਦੀ ਫੋਟੋ ਹੈ। ਇਹ ਜਦੋਂ ਸੈਕੰਡ ਲੈਫਟ ਬੈਠੇ ਹੋਏ ਨਾ ਚਿੱਟੀ ਪੱਗ ਵਾਲੇ, ਇਹ ਨੇ ਸਰਦਾਰ ਮੱਸਾ ਸਿੰਘ। ਤੇ ਰਾਈਟ ਤੇ ਜਿਹੜੀ ਫੋਟੋ ਹੈ ਜੂੜੇ ਦੇ ਨਾਲ, ਇਹ 1900 ਦੀ ਫੋਟੋ ਹੈ, 1900 ਦੀ। 34 ਸਾਲ ਦਾ ਗੈਪ ਹੈ ਇੱਥੇ। ਔਰ ਇਹ ਮੱਸਾ ਸਿੰਘ ਕਾਲੇ ਕੇ ਪਿੰਡ ਤੋਂ 1896 ਚ ਆਏ। ਅੱਛਾ, ਕਈ ਮੈਂ ਆਪਣੇ ਸਾਰੇ ਜਿੰਨੇ ਵੀ ਹੈਗੇ ਨੇ ਆਪਣੇ ਜਿਹੜੇ ਜੁਆਇਨ ਕੀਤੇ ਹੋਏ ਨੇ, ਉਦੋਂ ਸਿੱਖਾਂ ਨੂੰ ਇੱਥੇ ਆਉਂਦੇ ਸੀ, ਫੈਮਿਲੀ ਲਿਆਉਣਾ ਅਲਾਉਡ ਨਹੀਂ ਸੀ। ਇੱਥੇ ਬੜਾ, ਜਿਹਨੂੰ ਅੱਜ ਅਸੀਂ ਵਰਡ ਰੇਸਿਸਟ ਯੂਜ਼ ਕਰਦੇ ਹਾਂ, ਕਿ ਇਹ ਕਹਿੰਦੇ ਸੀ ਕਿ ਸਾਡਾ ਕੰਟਰੀ ਬਲੈਕ ਹੋ ਜਾਏਗਾ। ਇਹ ਆਉਂਦੇ ਸੀ, ਬਿਜ਼ਨਸ ਕਰਦੇ ਸੀ। ਉਦੋਂ ਵੀ ਇਹਨਾਂ ਦਾ ਇੰਗਲਿਸ਼ ਦਾ ਟੈਸਟ ਹੁੰਦਾ ਸੀ, ਇੰਗਲਿਸ਼ ਟੈਸਟ ਪਾਸ ਕਰਕੇ ਆਉਂਦੇ ਸੀ। ਫਿਰ ਇੱਥੇ ਇਹਨਾਂ ਨੂੰ 2 ਜਾਂ 3 ਸਾਲ ਦਾ ਵੀਜ਼ਾ ਭੇਜਦਾ ਸੀ, ਜਿਹੜਾ ਕਿ ਵਰਕ ਵੀਜ਼ਾ, ਆਓ ਆਪਣਾ ਬਿਜ਼ਨਸ ਕਰੋ ਔਰ ਚਲੇ ਜਾਓ। ਔਰ ਜਦੋਂ ਵਾਪਸ ਇੰਡੀਆ ਜਾਂਦੇ ਸੀ, ਇਹਨਾਂ ਨੂੰ ਸਾਰਾ ਜੋ ਕੁਝ ਇਹਨਾਂ ਨੇ ਬਣਾਇਆ ਵੇਚ ਕੇ, ਪੂਰਾ ਅਕਾਊਂਟ ਕਲੀਅਰ ਕਰਕੇ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਸੀ ਕਿ ਦੁਬਾਰਾ ਆ ਸਕਦੇ ਆ ਕਿ ਨਹੀਂ। ਇਹ ਹੁਣ 1896 ਚ ਆਏ, 1936 ਦੇ ਆਸ-ਪਾਸ ਇਹ ਵਾਪਸ ਗਏ ਨੇ ਇੰਡੀਆ। ਤੇ 40 ਸਾਲ ਇਹਨਾਂ ਨੇ ਜ਼ਿੰਦਗੀ ਦੇ ਇੱਥੇ ਬਿਤਾਏ। ਤੇ ਜਦੋਂ ਇਹਨਾਂ ਦੇ ਕੰਮ ਦੇਖੇ ਕਿ ਹੁਣ ਦੇਖੋ 1900 ਚ ਇਹ ਆਪਣਾ ਟਰਾਂਸਪੋਰਟ ਦਾ ਕੰਮ ਸੀ, ਊਂਚ ਲੈ ਕੇ ਸਮਾਨ ਲੈ ਕੇ ਢੁੰਦੇ, ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਇੱਥੋਂ ਦੀ ਜਿਹੜੀ ਜ਼ਮੀਨ ਹੈ ਰੇਤਲੀ ਹੈ। ਉਸ ਜ਼ਮਾਨੇ 1900 ਟਰੱਕਸ ਵਗੈਰਾ ਇੰਨੇ ਨਹੀਂ ਸੀਗੇ, ਸੜਕਾਂ ਨਹੀਂ ਸੀਗੀਆਂ, ਤੇ ਰੇਤਲੀ ਜ਼ਮੀਨ ਤੇ ਊਂਠਾਂ ਦੇ ਨਾਲ ਸਮਾਨ ਟਰਾਂਸਫਰ ਹੁੰਦਾ ਸੀ। ਔਰ ਜਿਹੜਾ ਸਿਰਫ ਵੈਸਟਰਨ ਆਸਟ੍ਰੇਲੀਆ ਹੈ, ਇਹਦਾ ਏਰੀਆ ਇੰਡੀਆ ਜਿੱਡਾ ਹੈ। ਔਰ ਪੋਪੂਲੇਸ਼ਨ ਅੱਜ ਵੀ ਮਸਾਂ ਇੱਕ ਡਿਸਟ੍ਰਿਕਟ ਅੰਮ੍ਰਿਤਸਰ ਜਾਂ ਜਲੰਧਰ ਜਾਂ ਤੁਹਾਡੇ ਚੰਡੀਗੜ੍ਹ 20-25 ਲੱਖ ਦੇ ਆਸ-ਪਾਸ ਹੈ। ਉਦੋਂ ਜਿਹੜੇ ਪਿੰਡਾਂ ਜਾ ਕੇ ਸਮਾਨ ਕਰਨਾ, ਊਂਠਾਂ 'ਚ ਹੌਲੀ ਹੌਲੀ, ਊਂਠ ਦੀ ਕਿੰਨੀ ਸਪੀਡ ਹੋਏਗੀ, ਕਿੰਨੀ ਦੇਰ 'ਚ ਪਹੁੰਚੋਗੇ, 200 ਕਿਲੋਮੀਟਰ, 500 ਕਿਲੋਮੀਟਰ। ਇਹ ਆਪਣੇ ਟਰਾਂਸਪੋਰਟ ਦੇ ਨਾਲ ਨਾਲ ਇਹ ਪਾਰਟ ਟਾਈਮ ਰੈਸਲਿੰਗ ਵੀ ਕਰਦੇ ਸੀ, ਕਿਉਂਕਿ ਇਹ ਪੋਰਟ ਟਾਊਨ ਸੀ। ਉਦੋਂ ਹੋਰ ਸਪੋਰਟਸ ਇੰਨੇ ਪਪੂਲਰ ਨਹੀਂ ਸੀ, ਤੇ ਰੈਸਲਿੰਗ ਹੁੰਦੀ ਸੀ। ਜਿੱਦਾਂ ਅੱਜ ਕੱਲ੍ਹ ਵੀ ਤੁਸੀਂ ਦੇਖਦੇ ਹੋ, ਉਹ ਰੈਸਲਿੰਗ ਮੈਚਸ ਹੁੰਦੀ, ਉੱਤੇ ਸ਼ਰਤਾਂ ਲੱਗਦੀਆਂ ਨੇ, ਬੈਟਿੰਗ ਹੁੰਦੀ ਹੈ, ਬਾਕਸਿੰਗ ਹੁੰਦੀ ਹੈ, ਜਾਂ ਹੋਰ ਕੀ। ਉਦੋਂ ਰੈਸਲਿੰਗ ਪਪੂਲਰ ਸੀ। ਹੁਣ 1900 ਸਰਦਾਰ ਮੱਸਾ ਸਿੰਘ ਇੱਥੇ ਆਪਣਾ ਬਿਜ਼ਨਸ ਦੇ ਨਾਲ ਨਾਲ ਰੈਸਲਿੰਗ ਕਰ ਰਹੇ ਨੇ। 1900 ਆਸਟ੍ਰੇਲੀਆ 'ਚ ਰੈਸਲਿੰਗ ਕਰ ਰਹੇ, ਔਰ ਇਹਨਾਂ ਦੀ ਦੇਖੋ ਜੂੜੇ ਔਰ ਦਾੜੀ 'ਚ ਰੈਸਲਿੰਗ ਕਰ ਰਹੇ। ਅੱਜ ਆਪਾਂ ਦੇਖੀਏ ਆਪਣੇ ਕਿੰਨੇ ਨੇ ਜਿਹੜੇ ਜੂੜੇ ਔਰ ਦਾੜੀ ਰੈਸਲਿੰਗ ਵਰਗੀ ਸਪੋਰਟਸ ਖੇਡ ਰਹੇ ਨੇ, ਬਹੁਤ ਘੱਟ ਮਿਲਣਗੇ। ਔਰ 120 ਸਾਲ ਆਸਟ੍ਰੇਲੀਆ ਦੇ ਧਰਤੀ ਤੇ ਇਹਨਾਂ ਨੇ ਕਰਕੇ ਦਿਖਾਇਆ। ਫਿਰ ਇਹ ਟਰਾਂਸਪੋਰਟ ਦਾ ਕੰਮ ਕਰਦੇ ਸੀ। ਫਿਰ ਜਿਹੜਾ ਇੱਥੋਂ ਕੀ ਸੀ, ਇਹ ਕ੍ਰਿਸਚੀਅਨ ਕੰਟਰੀ ਸੀਗਾ ਹੈਗਾ। ਇੱਥੇ ਕੀ ਸੀਗਾ ਕਿ ਜਿਨ੍ਹਾਂ ਦੀ ਕਿਸੇ ਦੀ ਡੈਥ ਹੋਣ ਲੱਗਦੀ ਸੀ, ਇਹਨਾਂ ਦਾ ਇੱਕੋ ਹੀ ਰੂਲ ਸੀ ਕਿ ਸਭ ਨੂੰ ਬਰੀ ਕਰ ਦਿੱਤਾ ਜਾਏ। ਲੇਕਿਨ ਜਿੰਨੇ ਵੀ ਮੇਰੀ ਰਿਸਰਚ 1890 ਤੋਂ ਲੈ ਕੇ 1929-30 ਤੱਕ ਇਹ ਐਕਟ ਬਣਿਆ। ਹੁਣ 1929 'ਚ ਇਹ ਐਕਟ ਬਣਿਆ, ਤੇ ਇਹ ਫਿਰ ਜਿਹੜੀ ਮੈਂ ਪਾਰਕ ਦੀ ਗੱਲ ਕਰ ਰਿਹਾ, ਇਹ ਜ਼ਮੀਨ ਇੱਕ ਰਿਵਰ ਦੇ ਕੰਢੇ ਤੇ ਹੈ, ਨਾਲ ਇੱਕ ਰਿਵਰ ਹੈ, ਉਹ ਕੰਢੇ ਦੀ ਜ਼ਮੀਨ ਅਲਾਟ ਹੋਈ ਸੀ। ਉਹ ਜ਼ਮੀਨ 2 ਸਿੱਖਾਂ ਦੇ ਨਾਂ ਤੇ ਸੀ, ਇੱਕ ਇਹਨਾਂ ਦਾ ਨਾਮ ਸੀ ਮੱਸਾ ਸਿੰਘ, ਇੱਕ ਸਰਦਾਰ ਭੋਲਾ ਸਿੰਘ ਸੀ। ਹੁਣ ਮੱਸਾ ਸਿੰਘ ਦੀ ਦੇਖੀਏ ਕਿ ਤੁਸੀਂ ਜਸਟ ਇਮੈਜਿਨ ਕਰੋ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ, ਉਹਦੇ ਵਿੱਚ ਇੱਕ ਲਾਅ ਬਣਦਾ ਪਿਆ, ਲਾਅ ਪਾਸ ਹੋਇਆ ਕ੍ਰਿਮੇਸ਼ਨ ਦਾ। ਕਿ ਕ੍ਰਿਸਚੀਅਨ ਕੰਟਰੀ ਜਿਨ੍ਹਾਂ ਦਾ ਕਿ ਰਿਲੀਜੀਅਸ ਸਿਸਟਮ ਹੈਗਾ ਬਰੀ ਕਰਨ ਦਾ, ਔਰ ਸਿੱਖ ਇਹ ਜਿਹੜੇ ਜਿੰਨੇ ਵੀ ਸੀ, ਕਿਸੇ ਵੀ ਪੁਆਇੰਟ ਆਫ ਟਾਈਮ ਉਸ ਐਰਾ 'ਚ ਉਹ 150 ਤੋਂ ਜ਼ਿਆਦਾ ਨਹੀਂ ਹੋਏ, ਨੋ ਫੈਮਿਲੀਜ਼, ਇਕੱਲੇ ਇਕੱਲੇ ਸਿੱਖ ਸੀ। ਇੰਡੀਆ ਜਿੱਡਾ ਵੱਡਾ ਕੰਟਰੀ ਹੈ, ਏਰੀਆ ਇਹਦਾ, ਉਹ ਕਿਤੇ ਕਿਤੇ ਟਰੈਵਲ ਕਰਦੇ ਸੀ। ਲੇਕਿਨ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਸੀ, ਦੂਜੇ ਜਿਹੜੇ ਸਿੱਖ ਸੀਗੇ ਉਹ ਜਾ ਕੇ ਲੋਕਲ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਉਹਦਾ ਕ੍ਰਿਮੇਸ਼ਨ ਕਰਦੇ ਸੀ। ਹੁਣ ਦੇਖੋ ਇਹ ਲਾਅ ਹੀ ਨਹੀਂ ਹੈਗਾ, ਲੋਕਲ ਗਵਰਨਮੈਂਟ ਨੂੰ ਦਿੱਕਤ ਆਉਂਦੀ ਸੀ, ਲੇਕਿਨ ਇਹ ਕਿਸੇ ਤਰੀਕੇ ਕਨਵਿੰਸ ਕਰਦੇ ਸੀ। ਇਹਦਾ ਮਤਲਬ ਓਵਰਆਲ ਸਿੱਖਾਂ ਦਾ ਕੈਸਾ ਇੰਪ੍ਰੈਸ਼ਨ ਸੀ 100-150 ਬੰਦਿਆਂ ਨੇ। ਫਿਰ ਗਵਰਨਮੈਂਟ ਨੇ 1929 ਐਕਟ ਪਾਸ ਕੀਤਾ ਡੈਮੋਕ੍ਰੈਟਿਕ ਪ੍ਰੋਸੈਸ। ਹੁਣ ਅਸੀਂ ਕੋਈ ਛੋਟੀ ਜੀ ਗੱਲ ਕਰਨੀ ਹੁੰਦੀ ਹੈ ਪਿੰਡ 'ਚ ਜਾਂ ਸਿਟੀ 'ਚ, ਜੇ ਤੁਹਾਡੇ ਕੋਲ ਨੰਬਰ ਨਹੀਂ ਹੈ, ਤੁਹਾਡੀ ਗੱਲ ਕੋਈ ਨਹੀਂ ਸੁਣੇਗਾ। ਤੁਹਾਡੇ ਨਾਲ 100-500 ਬੰਦੇ ਹੋਣਗੇ, ਤੁਹਾਡੀ ਗੱਲ ਕੋਈ ਸੁਣੇਗਾ, ਅਦਰਵਾਈਜ਼ ਤੁਰੇ ਫਿਰੋ। ਹੁਣ ਉਸ ਪੈਰਲਲ ਟਾਈਮ ਜਦੋਂ ਇੱਥੇ ਐਕਟ ਬਣ ਰਿਹਾ 1929 'ਚ, 100-150 ਸਿੱਖ ਨੇ ਜਿਨ੍ਹਾਂ ਕੀ ਆਪਣੀ ਪਰੰਪਰਾਵਾਂ, ਆਪਣੀ ਜਿਹੜਾ ਟ੍ਰੈਡੀਸ਼ਨ ਹੈ ਉਹਨੂੰ ਫੋਲੋ ਕਰਦੇ ਹੋਏ ਇਹ ਸੰਸਕਾਰ ਕਰ ਰਹੇ ਨੇ। ਉਸੇ ਟਾਈਮ ਵੈਸਟਰਨ ਆਸਟ੍ਰੇਲੀਆ 'ਚ ਮੇਰੀ ਰਿਸਰਚ ਦੇ ਅਕੋਰਡਿੰਗਲੀ 5000 ਤੋਂ ਲੈ ਕੇ 10,000 ਦੇ ਵਿੱਚ ਚਾਈਨੀਜ਼ ਵੀ ਸੀਗੇ,
ਚਾਈਨੀਜ਼ ਦਾ ਵੀ ਹਜ਼ਾਰਾਂ ਸਾਲ ਦਾ ਟ੍ਰੈਡੀਸ਼ਨ ਕ੍ਰਿਮੇਟ ਕਰਨ ਦਾ, ਉਹ ਹਟ ਗਏ, ਉਹ ਬੈਰੀ ਕਰਨ ਲੱਗ ਪਏ। ਲੇਕਿਨ ਸਾਡੇ ਸਿੱਖ ਆਪਣੀ ਸਿੱਖੀ ਤੇ ਕਾਇਮ ਰਹੇ, ਆਪਣੀ ਟ੍ਰੈਡੀਸ਼ਨ ਦੀ ਰਿਸਪੈਕਟ ਕਰਦੇ ਹੋਏ ਇਹਨਾਂ ਨੇ ਲਾਅ ਬਣਵਾਇਆ। ਹੁਣ ਲਾਅ ਬਣਨਾ, ਪਾਰਲੀਮੈਂਟ ਮੀਨਸ ਰੂਲਿੰਗ ਪਾਰਟੀ ਆਪੋਜੀਸ਼ਨ ਦੋਨੇ ਕਨਵਿੰਸ ਹੋਣਗੀ ਤਾਂ 75% ਹੋਏਗਾ, ਤਾਂ ਲਾਅ ਬਣੇਗਾ। ਇਹਨਾਂ ਨੇ ਲਾਅ ਬਣਵਾਇਆ ਆਪਣੇ ਲਈ, ਲੇਕਿਨ ਲਾਅ ਕੀ ਹੋ ਰਿਹਾ ਹੈ, ਇਹ ਨਾ ਸਿਟੀਜ਼ਨਸ ਨੇ ਨਾ ਪਰਮਾਨੈਂਟ ਰੈਜ਼ੀਡੈਂਟਸ ਨੇ। ਹੁਣ ਆਪਣੇ ਇੰਡੀਆ ਤੁਸੀਂ ਦੇਖੋ ਪਿਛਲੇ 5-6 ਸਾਲਾਂ 'ਚ ਕਿੰਨਾ ਸਿਟੀਜ਼ਨਸ਼ਿਪ ਦਾ ਰੌਲਾ ਪੈ ਰਿਹਾ। ਹੁਣ ਇਹ 100-150 ਬੰਦੇ ਆਪਣੀ ਟ੍ਰੈਡੀਸ਼ਨ, ਆਪਣੀ ਸਿੱਖੀ, ਹੁਣ ਇੱਥੇ ਮੈਨੂੰ ਲੱਗਦਾ ਕਿ ਇਹਨਾਂ ਨਾਲ ਇਹ ਵਾਈਟ ਪਾਲਿਸੀ ਸੀਗੀ ਇੱਥੇ, ਕਿਆ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਹੋਏਗੀ? 100% ਹੁੰਦੀ ਹੋਏਗੀ। ਲੇਕਿਨ ਜਿਹੜੀ ਆਪਣੀ ਸਿੱਖੀ ਦੀ ਇੱਕ ਫਿਲਾਸਫੀ ਹੈਗੀ ਨਿਰਵੈਰ ਰਹਿਣਾ, ਇਹ ਹਟੇ ਵੀ ਨਹੀਂ, ਲੇਕਿਨ ਇਹਨਾਂ ਨੇ ਗੁੱਸਾ ਵੀ ਨਹੀਂ ਕੀਤਾ। ਉਸ ਤਰੀਕੇ ਦੇ ਨਾਲ ਉਹ ਸਿਸਟਮ, ਉਹ ਸੋਸਾਇਟੀ ਦੇ ਨਾਲ ਕਨਵਿੰਸ ਕੀਤਾ ਅਥਾਰਟੀਜ਼ ਦੀ, ਦੋਵੇਂ ਪਾਰਟੀਆਂ, ਪੋਲੀਟੀਕਲ ਪਾਰਟੀਆਂ, ਔਰ ਓਵਰਆਲ ਕਨਵਿੰਸ ਹੋਈਆਂ ਹੋਈਆਂ, ਔਰ ਤਾਂ ਇਹ ਕਾਨੂੰਨ ਬਣਿਆ। ਤੇ ਕਿੱਡੀ ਵੱਡੀ ਅਚੀਵਮੈਂਟ ਹੈ, ਜਿਹਨਾਂ ਕਹਿੰਦੇ ਨਾ ਕਿ ਇੱਕ ਤਲਵਾਰ ਇੱਕ ਕਲਮ ਨਹੀਂ ਪੈਦਾ ਕਰ ਸਕਦੀ, ਲੇਕਿਨ ਇੱਕ ਕਲਮ 100 ਤਲਵਾਰ ਪੈਦਾ ਕਰ ਸਕਦੀ ਹੈ। ਇੱਥੇ ਕਲਮ ਦੀ ਗੱਲ ਹੈ। ਇਹਨਾਂ ਨੂੰ ਕਈ ਸਾਲ, 10, 20, 30 ਸਾਲ ਲੱਗੇ ਹੋਣੇ ਹੈ ਗੌਰਮੈਂਟ ਨੂੰ ਕਨਵਿੰਸ ਕਰਨ। ਕਿੰਨੀਆਂ ਮੀਟਿੰਗ, ਕਿੰਨੀ ਕਰਸਪੋਂਡੈਂਸ, ਕਿੰਨੀ ਕਮਿਊਨੀਕੇਸ਼ਨ ਹੋਏਗੀ। ਅਸੀਂ ਕਹੀਏ ਕਿ ਆਪਣੇ ਜਿਹੜੇ ਪੇਰੈਂਟ ਜਾਂ ਬਜ਼ੁਰਗ ਨੇ, ਐਲਡਰਸ ਨੇ, ਕਿਆ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੋਏਗੀ? ਤੇ ਇੰਗਲਿਸ਼ ਵੀ ਆਉਂਦੀ ਸੀ। ਇਹਨਾਂ ਦਾ ਓਵਰਆਲ ਪਰਸਨੈਲਿਟੀ, ਬੋਡੀ ਲੈਂਗੁਏਜ, ਵੋਕੈਬਲਰੀ, capability to discuss and convince and get the work done without having substantial numbers, ਇਹਨਾਂ ਨੇ ਇਹ ਗੱਲਾਂ ਕੀਤੀਆਂ ਔਰ ਇਹ ਪ੍ਰੂਫ ਹੈ। ਹੁਣ ਐਸੀ ਚੀਜ਼ ਅਗਰ ਮੈਨੂੰ ਲੱਗਦੀ ਹੈ, ਮੇਰਾ ਬਿਲਕੁਲ ਪੈਸ਼ਨ ਹੈ ਕਿ ਇਹ ਚੀਜ਼ ਪੂਰੇ ਵਰਲਡ 'ਚ ਜਾਵੇ ਕਿ ਸਿੱਖ ਫਿਲਾਸਫੀ ਨੂੰ ਫੋਲੋ ਕਰਨ ਵਾਲਾ ਅਨਕੰਪੇਰੇਬਲ, ਅਨਪੈਰਲਲ ਕੰਮ ਅਚੀਵ ਕਰ ਸਕਦਾ ਹੈ। ਔਰ ਇਹ ਪ੍ਰੂਫ ਹੈ ਇੱਕ ਵੈਸਟਰਨ ਵਰਲਡ ਜਿੱਥੇ 100-150 ਬੰਦੇ ਆ ਡੈਮੋਕ੍ਰੈਟਿਕ ਪ੍ਰੋਸੈਸ ਹੁੰਦੇ ਹੋਏ ਇਹ ਕਾਨੂੰਨ ਬਣਵਾਉਂਦੇ ਪਏ ਆ। ਕਾਨੂੰਨ ਬਣਿਆ ਅੱਜ ਵੀ ਇੰਪਲੀਮੈਂਟਡ ਹੈ ਵੈਸਟਰਨ ਆਸਟ੍ਰੇਲੀਆ 'ਚ, ਔਰ ਇਹ ਸਿਟੀਜ਼ਨ ਵੀ ਨਹੀਂ ਨੇ। ਕੋਈ ਲੋੜ ਨਹੀਂ ਸੀ, ਗਵਰਨਮੈਂਟ ਕਹਿ ਸਕਦੀ ਕਿ ਚਾਈਨੀਜ਼ ਨੇ ਮਨਾ ਕਰਤਾ ਤੁਸੀਂ ਵੀ ਜਾਓ। ਲੇਕਿਨ ਇਹਨਾਂ ਦਾ ਓਵਰਆਲ ਕੈਸਾ ਆਚਰਣ, ਕੈਸਾ ਇਹਨਾਂ ਦਾ ਵਿਵਹਾਰ ਕੈਸਾ ਰਿਹਾ ਹੋਏਗਾ ਕਿ ਇਹ ਇਹਨਾਂ ਨੇ ਐਡਾ ਵੱਡਾ ਟਾਸਕ ਅਚੀਵ ਕੀਤਾ। ਅਸੀਂ ਤਾਂ ਕੁਛ ਵੀ ਨਹੀਂ ਹੈ, ਅਸੀਂ ਤਾਂ ਆ ਕੇ ਫਟਾਫਟ ਰੌਲਾ ਪਾਉਂਦੇ, ਆਹ ਹੋ ਰਿਹਾ ਸਾਡਾ, ਆਹ ਹੋ ਰਿਹਾ, ਆਹ ਕੀਤਾ ਹੈ ਨਾ। ਸੋ ਵੀ ਆਰ ਸੈਕੰਡ ਟੂ ਨਨ। ਜੀ ਵੀਰ ਜੀ, ਜੀ ਬਿਲਕੁਲ। ਮੈਨੂੰ ਲੱਗਦਾ ਹੈ ਕਿ ਜਦ ਮੈਂ ਪਹਿਲੀ ਵਾਰੀ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦ ਆ ਸਾਰੀ ਸਿੱਖਿਆ ਟੀਮ ਦਾ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ, ਸਾਰਿਆਂ ਨੂੰ ਮੌਕਾ ਮਿਲ ਰਿਹਾ ਆਪ ਜੀ ਦੇ ਰਾਹੀਂ ਸਰਦਾਰ ਮੱਸਾ ਸਿੰਘ ਜੀ ਨੂੰ ਜਾਣਨ ਦਾ। ਤੇ ਜੇ ਮੈਂ ਆਪ ਜੀ ਨੇ ਬਹੁਤ ਹੀ ਮਤਲਬ ਜੇ ਆਪਾਂ ਕਹੀਏ ਤਾਂ ਬੜੇ ਛੋਟੀ ਜਿਹੀ ਮਤਲਬ ਤਰੀਕੇ ਨਾਲ ਦੱਸਿਆ, ਬਟ ਉਪਲਬਧੀਆਂ ਇੱਦਾਂ ਦੀਆਂ ਨੇ ਜਿਹੜੀਆਂ ਆਈ ਥਿੰਕ ਲਫ਼ਜ਼ਾਂ ਵਿੱਚ ਵੀ ਨਹੀਂ ਪਰੋਈਆਂ ਜਾ ਸਕਦੀਆਂ। ਆਪਾਂ ਅੱਜ ਵੀ ਸਿੱਖ ਇਤਿਹਾਸ ਬਾਰੇ ਆਪਣੀ ਗਵਰਨਮੈਂਟ ਤੋਂ ਇਨਸਾਫ ਮੰਗਦੇ ਪਏ ਹਾਂ, ਬਟ ਮੈਨੂੰ ਲੱਗਦਾ ਕਿ ਉਸ ਟਾਈਮ ਤੇ ਵੀ ਇਹਨਾਂ ਨੇ ਜੇ ਐਕਟ ਬਣਵਾਇਆ, ਜਿਵੇਂ ਆਪ ਜੀ ਨੇ ਕਿਹਾ ਸਿਟੀਜ਼ਨ ਵੀ ਨਹੀਂ ਸੀਗੇ, ਤੇ ਤਾਂ ਵੀ ਉਹਨਾਂ ਨੇ ਇੰਨੇ ਉਪਰਾਲੇ ਕੀਤੇ। ਐਂਡ ਅੱਜ ਕੱਲ੍ਹ ਦੇ ਜ਼ਮਾਨੇ ਦੇ ਅੰਦਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਜ਼ਰੂਰ ਜਾਣਦੇ ਹੋਣਗੇ ਕਿ ਇੰਗਲਿਸ਼ ਦਾ ਜਿਹੜਾ ਆਸਟ੍ਰੇਲੀਅਨ ਐਕਸੈਂਟ ਹੈਗਾ ਉਹ ਸਭ ਤੋਂ ਔਖਾ ਹੈ ਸਮਝਣਾ ਤੇ ਬੋਲਣਾ। ਮਤਲਬ ਇੰਗਲਿਸ਼ ਜਿਹੜੀ ਆਪਾਂ ਵੈਸੇ ਪੜ੍ਹਦੇ ਹਾਂ ਬ੍ਰਿਟਿਸ਼ ਤੇ ਜਿਹੜੀ ਇੰਡੀਅਨ ਇੰਗਲਿਸ਼ ਹੈ ਬਹੁਤ ਸਿੰਪਲ ਹੁੰਦੀ ਹੈ, ਪਰ ਆਸਟ੍ਰੇਲੀਅਨ ਨੂੰ ਜੇ ਤੁਸੀਂ ਵੈਸੇ ਵੀ YouTube ਤੇ ਦੇਖੋ ਉਹਦਾ ਬਹੁਤ ਔਖਾ ਹੁੰਦਾ ਹੈ। ਤੇ ਮੱਸਾ ਸਿੰਘ ਜੀ ਜੇ ਉਸ ਟਾਈਮ ਤੇ ਤਾਂ ਉਹਨਾਂ ਦੇ ਐਕਚੁਅਲ ਆਸਟ੍ਰੇਲੀਅਨਸ ਹੋਣਗੇ ਤੇ ਉਹਨਾਂ ਨੇ ਲੈਂਗੁਏਜ ਵਾਈਜ਼ ਕਿੰਨੀ ਕਮਾਂਡ ਰੱਖੀ ਹੋਏਗੀ ਆਪਣੀ, ਤੇ ਉਹਨਾਂ ਨਾਲ ਕਿੰਨੇ ਪਿਆਰੇ ਤੇ ਮਿੱਠੇ ਤਰੀਕੇ ਨਾਲ। ਮੈਨੂੰ ਲੱਗਦਾ ਵੀ ਇਹਦੇ ਵਿੱਚ ਐਫਰਟ ਦੇ ਨਾਲ ਨਾਲ ਉਹਨਾਂ ਦਾ ਇੱਕ ਕਿਰਦਾਰ ਵੀ ਜ਼ਰੂਰ ਬਾਹਰ ਆਉਂਦਾ ਹੈ ਕਿ ਜੇ ਆਪੋਜੀਸ਼ਨ ਦੇ ਨਾਲ ਵੀ ਉਹ ਗੱਲਬਾਤ ਕਰ ਰਹੇ ਹੋਣਗੇ ਤਾਂ ਕਿੰਨੀ ਮੈਨੂੰ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋਏਗੀ ਕਿ ਉਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਜਗਨਨਾਥ ਮੰਦਿਰ ਤੱਕ ਗਏ ਨੇ ਜੇ, ਜਾਂ ਉਹ ਗੜ੍ਹਾਂ 'ਚ ਗਏ ਨੇ ਜਿੱਥੇ ਕੀ ਕਹਿੰਦੇ ਆ ਉਹਨਾਂ ਨੇ ਆਪਣੀ ਸਾਂਝ ਪਾਈ ਹੈ ਨੌਲੇਜ ਦੀ, ਤਾਂ ਉਸੇ ਹੀ ਉਪਦੇਸ਼ ਨੂੰ ਨਾਲ ਲੈਂਦਿਆਂ ਹੋਇਆਂ ਗੁਰਸਿੱਖਾਂ ਨੇ, ਵੀਰਾਂ ਨੇ ਕਿਵੇਂ ਪਿਆਰ ਨਾਲ, ਕਿਰਦਾਰ ਦੇ ਤਰੀਕੇ ਨਾਲ ਇਹ ਚੀਜ਼ਾਂ ਕੀਤੀਆਂ ਹੋਣਗੀਆਂ। ਨਾ ਹੀ ਨਾਲ ਦੀ ਨਾਲ ਮੈਨੂੰ ਲੱਗਦਾ ਜਿਵੇਂ ਜੇ ਆਪਾਂ ਪੁਆਇੰਟ ਪੜ੍ਹ ਸਕਦੇ ਹਾਂ ਕਿ ਸਿਰਫ ਆਪਣੇ ਹਿੱਤ ਵਾਸਤੇ ਹੀ ਨਹੀਂ, ਸਿਰਫ ਸਿੱਖਾਂ ਵਾਸਤੇ ਨਹੀਂ। ਅਸੀਂ ਅੱਜ ਕੱਲ੍ਹ ਬਹੁਤ ਲੜਦੇ ਹਾਂ ਕਿ ਸਾਡੀ ਕਮਿਊਨਿਟੀ, ਗੁਰੂ ਸਾਨੂੰ ਇੱਕ ਸਾਂਝਾ ਪਰਿਵਾਰ ਸਾਰਿਆਂ ਵਾਸਤੇ ਕਹਿੰਦਾ ਵੀ ਜਿੱਥੇ ਵੀ ਕੋਈ ਗਲਤ ਚੀਜ਼ ਹੋ ਰਹੀ ਹੋਵੇ ਜਾਂ ਆਪਣੇ ਹੱਕ ਵਾਸਤੇ, ਕਿਸੇ ਦੇ ਵੀ ਹੱਕ ਵਾਸਤੇ ਲੜਿਆ ਜਾਵੇ। ਤੇ ਆਈ ਥਿੰਕ ਇਹ ਚਾਈਨੀਜ਼ ਤੇ ਹੋਰ ਮਾਈਨੋਰਿਟੀਜ਼ ਨੂੰ ਵੀ ਬੜਾ ਫਾਇਦਾ ਹੋਇਆ ਸੀਗਾ ਜਦ ਇਹ ਐਕਟ ਪਾਸ ਹੋਇਆ। ਇੱਕ ਨਾਲ ਦੀ ਨਾਲ ਮੈਂ ਇੱਕ ਚੀਜ਼ ਜ਼ਰੂਰ ਪਿੱਛੇ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਨੇ, ਆਨਲਾਈਨ ਵੀ ਦੇਖ ਰਹੇ ਨੇ, ਮੈਂ ਉਹਨਾਂ ਨੂੰ ਜ਼ਰੂਰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਇਹ ਆਪਾਂ ਪੜ੍ਹ ਤਾਂ ਲਿਆ, ਵੀਰ ਜੀ ਨੇ ਸਾਨੂੰ ਦੱਸ ਵੀ ਦਿੱਤਾ ਕਿ ਉਹਨਾਂ ਨੇ ਰੈਸਲਿੰਗ ਦੇ ਵਿੱਚ ਉਹ ਗਏ ਤੇ ਉਹਨਾਂ ਨੇ ਜੂੜਾ ਤੇ ਦਾੜੀ ਤੇ ਕੇਸ ਰੱਖੇ ਆ ਉਹਨਾਂ ਨੇ। ਪਰ ਜੇ ਆਪਾਂ ਇੱਕ ਸਵੈ ਪੜਚੋਲ ਕਰੀਏ
ਅੱਜ ਝਾਂਕੀਏ ਅਸੀਂ ਆਪਣੇ ਆਪ ਨੂੰ, ਇੱਕ ਸੋਚੀਏ ਕਿ ਜਿਹੜਾ ਅੱਜ ਕੱਲ੍ਹ ਦਾ ਜ਼ਮਾਨਾ ਚੱਲ ਰਿਹਾ ਹੈ, ਜੇ 180 ਸਾਲ ਪਹਿਲਾਂ 100 ਸਾਲ ਪਹਿਲਾਂ ਕਿੰਨਾ ਕੁ ਟਫ ਚੈਲੰਜ ਹੁੰਦਾ ਹੋਏਗਾ, ਜਿਸ ਟਾਈਮ ਤੇ ਸਿੱਖ ਬਹੁਤ ਥੋੜੇ ਸਨ, ਤੇ ਉਸ ਟਾਈਮ ਤੇ ਰੇਸਿਜ਼ਮ ਕਿੱਦਾਂ ਹੋਏਗੀ, ਉਸ ਟਾਈਮ ਤੇ ਕਿੰਨਾ ਪ੍ਰੈਸ਼ਰ ਹੁੰਦਾ ਹੋਏਗਾ ਇਹਨਾਂ ਦੇ ਉੱਪਰ। ਤੇ ਇਹ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਤਾਂ ਕੋਈ ਵੇਖ ਵੀ ਨਹੀਂ ਰਿਹਾ ਸੀ। ਇੱਥੇ ਤਾਂ ਅਸੀਂ ਕਹਿ ਦਿੰਦੇ ਨਾ ਵੀ ਸਾਨੂੰ ਪ੍ਰਚਾਰਕ ਵੇਖ ਰਹੇ ਨੇ, ਸਾਨੂੰ ਸਾਡੇ ਨਾਲ ਦੇ ਸੰਸਥਾਵਾਂ ਵੇਖ ਰਹੀਆਂ ਨੇ, ਉੱਥੇ ਤਾਂ ਕੋਈ ਵੀ ਨਹੀਂ ਸੀਗਾ ਪ੍ਰੂਵ ਕਰਨ ਨੂੰ। ਬਟ ਫਿਰ ਵੀ ਉਹਨਾਂ ਦੇ ਅੰਦਰ ਦੀ ਜਿਹੜੀ ਗੁਰੂ ਨਾਲ ਪ੍ਰੇਮ ਸੀਗਾ, ਉਹਨਾਂ ਨੇ ਸਪੋਰਟਸ ਵੀ ਖੇਡੀਆਂ ਤੇ ਸਪੋਰਟਸ ਦੇ ਅੰਦਰ ਆਪਣੇ ਕੇਸ ਵੀ ਨਾਲ ਰੱਖੇ। ਮੈਨੂੰ ਲੱਗਦਾ ਹੈ ਸਾਡੇ ਸਾਰਿਆਂ ਵਾਸਤੇ ਇੱਕ ਐਦਾਂ ਦੀ ਸਟੋਰੀ ਹੈ, ਇੱਕ ਐਦਾਂ ਦਾ ਐਕਸਪੀਰੀਅੰਸ ਹੈ ਵੀਰ ਜੀ। ਜਦ ਮੈਂ ਪੜ੍ਹ ਰਿਹਾ ਸੀਗਾ, ਆਈ ਐਮ ਸ਼ੋਰ ਕਿ ਜਿਹੜੇ ਸੁਣ ਵੀ ਰਹੇ ਹੋਣਗੇ ਉਹ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਪ੍ਰਾਊਡ ਤੇ ਮੋਟੀਵੇਟਿਡ ਫੀਲ ਕਰਨਗੇ ਕਿ ਆਪਾਂ ਇਤਿਹਾਸ, ਗੁਰੂਆਂ ਦੇ ਇਤਿਹਾਸ ਦੀ ਤਾਂ ਜ਼ਰੂਰ ਗੱਲ ਕਰਦੇ ਹਾਂ, ਬਟ ਇੱਕ ਇਤਿਹਾਸ ਸਾਡੇ ਕੋਲ ਇਹ ਵੀ ਹੈ ਜਿਹੜਾ ਕੰਟੀਨਿਊ ਹੁੰਦਾ ਪਿਆ। ਸੋ ਇਹਦੇ ਨਾਲ ਹੀ ਵੀਰ ਜੀ ਮੈਂ ਕੀ ਕਹਿੰਦੇ ਇਸ ਇੰਡੀਅਨ ਫੈਮਿਨ ਫੰਡ ਬਾਰੇ ਵੀ ਗੱਲ ਕਰਾਂਗਾ। ਬਟ ਨਹੀਂ, ਪਹਿਲੇ ਮੱਸਾ ਸਿੰਘ ਦੀ ਥੋੜੀ ਇੱਕ ਗੱਲ ਹੋਰ ਰਹਿ ਗਈ ਜੀ ਵੀਰ ਸੀ। ਜੀ, ਪਲੀਜ਼। ਜਦੋਂ ਇਹਨੇ ਅਸੀਂ ਗੱਲ ਕੀਤੀ, ਮੇਰੀ ਇਨਫੋਰਮੇਸ਼ਨ ਤੇ ਮੀਡੀਆ 'ਚ ਆਉਣ ਲੱਗ ਪਈ, ਤੇ ਇੱਕ ਵੀਰ ਹੈਗੇ ਸ਼ਸ਼ਪਾਲ ਸਿੰਘ, ਇਹ ਮੈਲਬਨ ਰਹਿੰਦੇ, ਉਹਨਾਂ ਨੇ ਕੰਟੈਕਟ ਕੀਤਾ। ਸ਼ਸ਼ਪਾਲ ਸਿੰਘ ਇਸ ਮੱਸਾ ਸਿੰਘ ਦੇ ਪੜਪੋਤਰੇ ਨੇ, ਤੇ ਇਹ ਉਹਨਾਂ ਨੇ ਜਦੋਂ ਕੰਟੈਕਟ ਕੀਤਾ ਤੇ ਪਤਾ ਲੱਗਾ, ਤੇ ਇਹਨਾਂ ਦਾ ਲਿਖਿਆ ਹੋਇਆ ਕਿ ਕਾਲੇ ਕੇ ਪਿੰਡ ਤੋਂ ਆ, ਤੇ ਮੇਰੇ ਵੀ ਬੈਕਗਰਾਊਂਡ ਅੰਮ੍ਰਿਤਸਰ ਤੋਂ ਹੀ ਹੈ। ਤੇ ਫਿਰ ਮੈਂ ਜਦੋਂ 2017 'ਚ ਇੰਡੀਆ ਗਿਆ ਅੰਮ੍ਰਿਤਸਰ, ਤੇ ਮੈਂ ਸ਼ਸ਼ਪਾਲ ਨੂੰ ਪੁੱਛਿਆ ਕਿ ਤੇਰੇ ਫੈਮਿਲੀ ਦਾ ਕਿਸ ਤਰ੍ਹਾਂ ਬੈਕਗਰਾਊਂਡ, ਤੇ ਉਹਨੇ ਲਿੰਕ ਦਿੱਤਾ। ਤੇ ਜਿਹੜੀ ਥੱਲੇ ਚੌਥੀ ਫੋਟੋ ਹੈ ਨਾ ਗੁਰਦੁਆਰਾ ਸਾਹਿਬ ਦੇ ਪਿੱਛੇ, ਜਿੱਥੇ ਵਾਈਟ ਉਹ ਲੇਡੀ ਖੜੀ ਹੈ, ਜੀ ਗੋਦੀ 'ਚ ਬੱਚਾ ਹੈ, ਇਹ ਸ਼ਸ਼ਪਾਲ ਦੀ ਵਾਈਫ ਹੈ। ਤੇ ਫਿਰ ਜਦੋਂ ਇਹਨਾਂ ਨਾਲ ਕੰਟੈਕਟ ਕਰਕੇ ਮੈਂ ਇਹਨਾਂ ਦੇ ਪਿੰਡ ਗਿਆ, ਥੋੜਾ ਪਤਾ ਕਰਨ ਮੱਸਾ ਸਿੰਘ ਦੀ ਕਿਸ ਤਰ੍ਹਾਂ ਹੈ, ਬਈ ਕੀ ਇੰਸਪੀਰੇਸ਼ਨ ਹੈ। ਉੱਥੇ ਜਾ ਕੇ ਦੇਖਿਆ ਤੇ ਇੱਕ ਟੋਟਲੀ ਨਿਊ ਵਰਲਡ ਮੇਰੇ ਸਾਹਮਣੇ ਆ ਗਿਆ, ਮਤਲਬ ਅਨਬਿਲੀਵੇਬਲ। ਉੱਥੇ ਜਾ ਕੇ ਗੱਲ ਕੀਤੀ ਤੇ ਉਹ ਪੂਰੀ ਫੈਮਿਲੀ ਵਾਲੀ, ਜਿਹੜੀ ਪਹਿਲੀ ਫੋਟੋ ਦੇਖ ਰਹੇ ਨਾ, ਉਹ ਪੀਲੇ ਪਰਨੇ 'ਚ ਇੱਕ ਮੁੰਡਾ ਖੜਾ ਹੈ ਜਾਂ ਹੋਰ ਖੜੇ ਨੇ, ਇਹ ਉਹਨਾਂ ਦੇ ਫੈਮਿਲੀ ਮੈਂਬਰਸ ਨੇ, ਮੱਸਾ ਸਿੰਘ ਦੇ ਡਿਸੈਂਡੈਂਟਸ ਨੇ। ਉੱਥੇ ਜੋ ਗੱਲ-ਗੁਲ ਕਰਦੇ ਰਹੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ 'ਚ ਆਓਗੇ ਤੇ ਕਿਸੇ ਨੂੰ ਪੁੱਛਣਾ ਕਿਹਦੇ ਘਰ ਜਾਣਾ, ਨਿਸ਼ਾਨਚੀਆਂ ਦੇ ਘਰ ਜਾਣਾ। ਮੈਂ ਕਿਹਾ ਨਿਸ਼ਾਨਚੀ ਤੇ ਬੜਾ ਥੋੜਾ ਡਿਫਰੈਂਟ ਜਿਹਾ ਵਰਡ ਹੋਇਆ। ਮੈਂ ਕਿਹਾ ਨਿਸ਼ਾਨਚੀ ਗੱਲਾਂ ਬਾਤਾਂ ਹੁੰਦੀ ਰਹੀਆਂ ਕਿ ਹਾਂ ਇਹ ਹੈ, ਕਿਉਂਕਿ ਹੁਣ ਮੱਸਾ ਸਿੰਘ ਦੇ ਬੱਚੇ ਹੋਏ, ਫਿਰ ਗਾਂ ਉਹਨਾਂ ਦੇ ਕਈ ਬੱਚੇ, ਤੇ ਫੈਮਿਲੀ ਸਪਰੈਡ ਆਊਟ ਹੋ ਗਈ। ਇਹ ਜਿਹੜਾ ਵਿੰਗ ਹੈ ਇਹ ਨਿਸ਼ਾਨਚੀ ਆਉਂਦਾ ਹੈ, ਕਿਉਂਕਿ ਮੱਸਾ ਸਿੰਘ ਦੇ ਚਾਚੇ ਤਾਏ ਵੀ ਹੋਣੇ, ਗਾਂ ਉਹਨਾਂ ਦੀ ਵੀ ਫੈਮਿਲੀ ਹੋਣੀ ਹੈ। ਉਹਨਾਂ ਨੇ ਦੱਸਿਆ ਕਿ ਨਿਸ਼ਾਨਚੀ ਤੋਂ ਥੋੜਾ ਇੰਟਰਸਟ ਹੋ ਗਿਆ। ਫਿਰ ਮੈਂ ਕਿਹਾ ਡਿਟੇਲ ਦੱਸੋ। ਜਦੋਂ ਡਿਟੇਲ ਦੱਸੀ, ਮੱਸਾ ਸਿੰਘ ਦੇ ਕਈ ਜਨਰੇਸ਼ਨਸ ਪਿੱਛੇ ਇੱਕ ਹੋਏ ਨੇ ਭਾਈ ਨਰੂ ਜੀ। ਨਰੂ ਜੀ ਇਹ ਕਾਲੇ ਕੇ ਪਿੰਡ, ਇਹਦੇ ਬਾਬਾ ਬਕਾਲੇ ਦੇ ਲਾਗੇ ਹੈ। ਤੇ ਭਾਈ ਨਰੂ ਜੀ ਇੱਕ 10-12 ਸਾਲ ਦੇ ਸੀਗੇ ਉਦੋਂ, ਤੇ ਪਿੰਡ ਆਪਣੇ ਖੇਤਾਂ 'ਚ ਨਾ ਚਿੜੀਆਂ ਉਡਾ ਰਹੇ ਸੀਗੇ। ਤੇ ਜਦੋਂ ਚਿੜੀਆਂ ਉਡਾ ਰਹੇ ਸੀਗੇ ਤੇ ਉੱਥੋਂ ਕੋਈ ਨੇੜੇ ਇੱਕ ਪਿੰਡ, ਇੱਕ ਖੂਹ ਸੀਗਾ, ਉੱਥੇ ਦਰਖਤ ਸੀਗਾ, ਉੱਥੇ ਕੁਝ ਬੰਦੇ ਲੋਕ ਬੈਠੇ ਕੀਰਤਨ ਕਰ ਰਹੇ ਸੀ। ਉਹਨਾਂ 'ਚੋਂ ਇੱਕ ਲੰਘਿਆ, ਉਹਨੇ ਪੁੱਛਿਆ ਬੇਟਾ ਤੂੰ ਆ ਕੀ ਕਰ ਰਿਹਾ? ਕਹਿੰਦਾ ਨਹੀਂ ਮੈਂ ਨਾ ਕੀਰਤਨ ਕਰ ਰਹੇ ਸੀ ਉਹ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਭਨਾ ਜਾਈ। ਤੇ ਮੈਂ ਸੁਣਿਆ ਤੇ ਮੈਂ ਕਿਹਾ ਇਹ ਇਹਨਾਂ ਦਾ ਆਹਾਰ ਹੈ, ਮੈਂ ਉਡਾ ਰਿਹਾ ਵਾਂ, ਮੈਂ ਬੇਸਿਕਲੀ ਗਲਤ ਕੰਮ ਕਰ ਰਿਹਾ ਵਾਂ, ਕਿਉਂਕਿ ਸਾਰੇ ਜਾ ਕੇ ਖੇਤਾਂ 'ਚ ਕਰਦੇ ਨੇ ਕਿ ਚਿੜੀਆਂ ਉਡਾਉਂਦੇ ਨੇ ਕਿ ਦਾਣੇ ਨਾ ਖਾ ਜਾਣ। ਉਹ ਜਿਹੜਾ ਭਾਈ ਸੀਗਾ ਉਹ ਵਾਪਸ ਗਿਆ ਆਪਣੇ ਜੱਥੇ ਕੋਲ, ਉਹਨੇ ਦੱਸਿਆ ਕਿ ਇਸ ਤਰ੍ਹਾਂ ਆ ਇੱਕ ਬੱਚਾ ਇਹ ਗੱਲ ਕਰ ਰਿਹਾ। ਜੱਥੇ ਦੇ ਜਿਹੜੇ ਜਥੇਦਾਰ ਸੀ ਉਹ ਉੱਠ ਕੇ ਆਏ, ਉਹਨਾਂ ਨੇ ਬੱਚੇ ਨਾਲ ਗੱਲ ਕੀਤੀ ਤੇ ਬੱਚੇ ਨੂੰ ਗਲਵਖੜੀ ਲਾ ਲਿਆ। ਫਿਰ ਉਹ ਘਰ ਲੈ ਕੇ ਗਏ ਬੱਚੇ ਦੇ, ਤੇ ਉਹਨਾਂ ਨੂੰ ਪੇਰੈਂਟਸ ਨੇ ਕਹਿੰਦੇ ਬੱਚੇ ਨੂੰ ਮੇਰੇ ਨਾਲ ਘੱਲ ਦਿਓ। ਘਰ ਵਾਲੇ ਨਹੀਂ ਸਮਝਿਆ। ਉਹ ਜਿਹੜੇ ਜਥੇਦਾਰ ਸੀਗੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪ ਸੀਗੇ। ਗੁਰੂ ਤੇਗ ਬਹਾਦਰ ਜੀ ਇਹਨਾਂ ਨਾਲ ਲੈ ਗਏ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕੰਟੈਂਪਰੇਰੀ ਰਹੇ ਹੋਣੇ। ਇਹ ਭਾਈ ਨਰੂ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ 1675 ਦਿੱਲੀ ਸੀਸਗੰਜ, ਇਹ ਉਸ ਜੱਥੇ ਦੇ ਨਾਲ ਸੀਗੇ। ਲੇਕਿਨ ਜਿੱਦਣ ਸ਼ਹੀਦੀ ਹੁੰਦੀ ਹੈ ਉਸ ਤੋਂ 1-2 ਦਿਨ ਪਹਿਲੇ ਗੁਰੂ ਸਾਹਿਬ ਨੇ ਭਾਈ ਨਰੂ ਨੂੰ ਇੱਕ ਚਿੱਠੀ ਦੇ ਕੇ ਅਨੰਦਪੁਰ ਸਾਹਿਬ ਵਾਪਸ ਗੋਬਿੰਦ ਰਾਏ ਕੋਲ ਭੇਜਤਾ। ਫਿਰ ਭਾਈ ਨਰੂ ਜੀ ਅਨੰਦਪੁਰ ਸਾਹਿਬ ਆ ਗਏ। ਉਹਨਾਂ ਨੇ 1699 ਵਿੱਚ ਅੰਮ੍ਰਿਤ ਛਕਿਆ, ਨਰਸਿੰਘ ਬਣ ਗਏ, ਉਹਨਾਂ ਦਾ ਨਾਂ ਹੋ ਗਿਆ। ਫਿਰ ਗੁਰੂ ਸਾਹਿਬ ਦੇ ਨਾਲ ਉਹ ਸਾਰੇ ਮੋਰਚਿਆਂ 'ਤੇ ਰਹੇ। ਉਹਨਾਂ ਦਾ ਕੰਮ ਮੋਰਚਿਆਂ 'ਚ ਨਿਸ਼ਾਨ ਸਾਹਿਬ ਲੈ ਕੇ ਚੱਲਣਾ ਸੀ। ਜਦੋਂ ਬੈਟਲ ਹੁੰਦੀ ਸੀ ਭਾਈ ਨਰੂ ਨਰਸਿੰਘ ਜੀ ਨਿਸ਼ਾਨ ਸਾਹਿਬ ਲੈ ਕੇ
ਸੇਵਾ ਕਰਦੇ ਹੁੰਦੇ ਸੀ ਮੋਰਚਿਆਂ। ਇਸ ਕਰਕੇ ਉਹ ਖਾਨਦਾਨ ਅੱਜ ਵੀ ਨਿਸ਼ਾਨ 'ਚ ਹੀ ਵੱਜਦਾ। ਫਿਰ ਮੈਨੂੰ ਡਾਇਰੈਕਟ ਲਿੰਕ ਹੋ ਗਿਆ ਕਿ ਜਿਹੜਾ ਕਿ ਅਸੀਂ ਉਦਮ ਦੀ ਗੱਲ ਕਰ ਰਹੇ ਹਾਂ ਕਿ ਸਾਡਾ ਉਦਮ ਤੇ ਇਹਨਾਂ ਦੇ ਸਾਹਮਣੇ ਕੁਛ ਵੀ ਨਹੀਂ ਹੈ, ਤਿਲ ਦੇ ਮਾਤਰ ਵੀ ਨਹੀਂ ਹੈ। ਕਿ ਇਹ ਜਿਹੜਾ DNA ਚੇਂਜ ਹੁੰਦਾ ਸਾਡਾ ਗੁਰਬਾਣੀ ਦੇ ਨਾਲ ਜਾਂ ਸਾਡੀ ਸਿੱਖ ਫਿਲਾਸਫੀ ਦੇ ਨਾਲ, ਗੁਰੂ ਸਾਹਿਬ ਤੋਂ ਚੱਲਦਾ ਆ ਰਿਹਾ, ਫਿਰ ਮੱਸਾ ਸਿੰਘ ਆ ਗਿਆ, ਮੱਸਾ ਸਿੰਘ ਨੂੰ ਆ ਕੇ ਇੱਥੇ ਇਹ ਕੰਮ ਕੀਤੇ, ਹੁਣ ਸਾਨੂੰ ਪਤਾ ਲੱਗਿਆ, ਅਸੀਂ ਸਪਰੈਡ ਕਰਿਆ, ਸਾਡੇ ਮੇਰੇ ਥਰੂ ਹੁਣ ਤੁਹਾਡੇ ਤੱਕ ਗੱਲ ਜਾ ਰਹੀ ਹੈ। ਹੁਣ ਜਿੰਨੇ ਸੁਣ ਰਹੇ ਇਸ ਚੀਜ਼ ਨੂੰ ਕੀ ਇੰਟਰਪ੍ਰੀਟ ਕਰਨਗੇ, ਕਿਸ ਤਰ੍ਹਾਂ ਅੱਗੇ ਕਰਨਗੇ, ਵੀ ਡੋਂਟ ਨੋ। ਲੇਕਿਨ ਜੋ ਵੀ ਹੋਏਗਾ ਇਹ ਬਹੁਤ ਅੱਛਾ ਹੋਏਗਾ। ਜੋ ਵੀ ਜਿੱਥੇ ਵੀ ਪਹੁੰਚੇਗਾ ਉਹਨੂੰ ਪੂਰਾ ਇੰਜੋਏ ਕਰੇਗਾ। ਕਿ ਗੁਰੂ ਸਾਹਿਬ ਦੀ ਫਿਲਾਸਫੀ ਦੇ ਡਾਇਰੈਕਟ ਡਿਸੈਂਡੈਂਟਸ ਨੇ ਇਹ ਮੱਸਾ ਸਿੰਘ, ਜਿਨ੍ਹਾਂ ਨੇ ਇਸ ਵੈਸਟਰਨ ਵਰਲਡ 'ਚ ਆ ਕੇ ਐਸੇ ਕੰਮ ਕੀਤੇ ਹੋਏ ਨੇ। ਔਰ ਅਸੀਂ 100 ਸਾਲ, 125 ਸਾਲ ਅਸੀਂ ਭੁੱਲ ਗਏ ਸੀਗੇ, ਲੇਕਿਨ ਹੁਣ ਮੈਂ ਸਮਝਦਾ ਇਹ ਮੇਰੀ ਡਿਊਟੀ ਬਣਦੀ ਹੈ ਕਿ ਇਸ ਚੀਜ਼ ਨੂੰ ਸਪਰੈਡ ਕੀਤਾ ਜਾਏ। ਜੀ ਵਿਜੀਵ ਜੀ, ਬਹੁਤ ਹੀ ਮੈਨੂੰ ਲੱਗਦਾ ਵੀ ਮੇਰੇ ਕੋਲ ਲਫ਼ਜ਼ ਨਹੀਂ ਨੇ ਦੱਸਣ ਦੇ ਕਿ ਕਿਵੇਂ ਕੜੀ ਤੇ ਕੜੀ ਵਾਹਿਗੁਰੂ ਜੀ ਆਪ ਜੋੜਦੇ ਨੇ ਤੇ ਆਪਣੇ ਨਾਲ ਹੀ ਨਾਲ ਦੇ ਨਾਲ ਲੈ ਜਾਂਦੇ ਨੇ। ਜਿਵੇਂ ਆਪ ਜੀ ਨੇ ਸ਼ੁਰੂ 'ਚ ਵੀ ਕਿਹਾ ਸੀਗਾ ਕਿ ਜਿਹੜੀ ਜਰਨੀ ਹੁੰਦੀ ਹੈ ਉਦਮ ਦੀ, ਉਹੀ ਆਪਣੇ ਆਪ ਵਿੱਚ ਇੱਕ ਸਾਡੇ ਵਾਸਤੇ ਪ੍ਰਾਪਤੀ ਹੁੰਦੀ ਹੈ, ਉਪਲਬਧੀ ਹੁੰਦੀ ਹੈ। ਤੇ ਗੁਰਬਾਣੀ ਦਾ ਜਿਹੜਾ DNA ਹੈ ਉਹ ਆਈ ਥਿੰਕ ਸਾਨੂੰ ਜ਼ਰੂਰ ਨਾਲ ਇੱਕ ਪ੍ਰੇਰਨਾ ਕਰਦਾ ਹੈ। ਤੇ ਨਾਲ ਦੀ ਨਾਲ ਮੈਂ ਇੱਕ ਸਵਾਲ ਜ਼ਰੂਰ ਆਪ ਜੀ ਨੂੰ ਪੁੱਛਣਾ ਚਾਹਾਂਗਾ। ਮੈਂ ਇੱਕ PPT ਵੀ ਸ਼ੇਅਰ ਕਰਾਂਗਾ ਜਿੱਥੇ ਆਪਾਂ ਸਿੱਖ ਵਿਰਾਸਤ ਬਾਰੇ ਗੱਲ ਕਰ ਰਹੇ ਹਾਂ। ਮੈਂ ਜਦ ਆਪ ਜੀ ਦੇ ਬਾਰੇ ਪੜ੍ਹਦਾ ਪਿਆ ਸੀ, ਮੈਂ ਬੱਚਿਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਿਰਫ ਆਸਟ੍ਰੇਲੀਅਨ ਜਿਹੜਾ ਇਤਿਹਾਸ ਹੈ ਉਹ ਸਿੱਖਾਂ ਵਾਸਤੇ ਹੀ ਨਹੀਂ ਵੀਰ ਜੀ ਨੇ ਉਦਮ ਕੀਤੇ, ਬਟ ਦੋ ਇੱਦਾਂ ਦੇ ਹੀ ਜਿਹੜੇ ਨੌਨ ਸਿੱਖ ਸਨ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਆਸਟ੍ਰੇਲੀਅਨ ਹਿਸਟਰੀ ਭੁੱਲ ਗਈ ਸੀ, ਉਹਦੇ ਬਾਰੇ ਵੀ ਇਹਨਾਂ ਨੇ ਰਿਸਰਚ ਕੀਤੀ ਹੈ ਤੇ ਉਹਨਾਂ ਵਾਸਤੇ ਇਹ ਉਦਮ ਕੀਤੇ ਨੇ। ਵੀਰ ਜੀ ਇਹਦੇ ਬਾਰੇ ਜਿਹੜੀ ਮੈਂ ਫੋਟੋ ਆਪ ਜੀ ਨੂੰ ਮੈਂ ਜੇ ਆਪ ਜੀ ਦੇਖ ਪਾ ਰਹੇ ਹੋ ਤਾਂ ਇਹਦੇ ਬਾਰੇ ਜੇ ਕੁਝ ਆਪ ਜੀ ਸਾਂਝ ਪਾਣੀ ਚਾਹੋ ਤਾਂ ਬੱਚਿਆਂ ਨੂੰ। ਹਾਂਜੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਰਿਸਰਚ ਕਰਦਾ ਸੀ, ਉਹ ਜਿਹੜੀ ਵੈਬਸਾਈਟ ਹੈਗੀ ਹੈ ਪ੍ਰੋ ਨੈਸ਼ਨਲ ਲਾਇਬ੍ਰੇਰੀ ਆਫ ਆਸਟ੍ਰੇਲੀਆ ਦੀ, ਉਹ 'ਚ ਸਰਚ ਕਰਨ ਦਾ ਪੂਰੀ ਜਿਹੜੀ ਗਾਈਡੈਂਸ ਫਰੇਮਵਰਕ ਹੈ ਗੁਰੂ ਸਾਹਿਬ ਗੁਰਬਾਣੀ ਦੀ ਫਿਲਾਸਫੀ ਹੈ। ਸਿੰਪਲ ਅਸੀਂ ਸਰਚ ਕਰਦੇ ਹਾਂ ਟੈਕਸਟ ਡੇਟਾ, ਜਿਹੜਾ ਟੈਕਸਟ ਡੇਟਾ ਹੈ ਅਸੀਂ ਸਰਚ ਕਰਦੇ ਹਾਂ ਸਿੰਘ ਜਾਂ ਸਿੱਖ ਜੀ ਜਾਂ ਪੰਜਾਬ ਜਾਂ ਟਰਬਨ ਜਾਂ ਪਗੜੀ, ਇਸ ਤਰ੍ਹਾਂ ਕਰਕੇ ਇਹ 'ਚੋਂ ਜਦੋਂ ਆਏ ਤੇ ਕਈ ਸਿੱਖਾਂ ਦੇ ਨਾਂ ਆਏ ਤੇ ਸਾਰੀ ਮੈਂ ਰਿਸਰਚ ਕਰੇ ਗਿਆ। ਉਹ 'ਚੋਂ ਇੱਕ ਨਾਂ ਆ ਰਿਹਾ ਸੀ ਨਯਨ ਸਿੰਘ ਸੈਲਾਨੀ ਦਾ। ਤੇ ਨਯਨ ਸਿੰਘ ਸੈਲਾਨੀ ਜਿਹੜਾ ਤੁਸੀਂ ਫੋਟੋ ਦੇਖੋਗੇ ਟੌਪ ਰਾਈਟ ਹੈਂਡ ਲਾਗ ਲਿਖਿਆ ਨਾ ਨਯਨ S ਸੈਲਾਨੀ, ਇਹਦੇ ਬਾਰੇ ਪਤਾ ਲੱਗਾ ਕਿ ਇਹ ਹਿਮਾਚਲ ਪ੍ਰਦੇਸ਼ ਤੋਂ ਸੀਗੇ, ਇਹ ਨੌਨ ਸਿੱਖ ਹਿੰਦੂ ਬੈਕਗਰਾਊਂਡ ਤੋਂ ਸੀਗੇ। ਇਹਨਾਂ ਨੇ ਵੀ ਇੱਥੇ ਵੈਸਟਰਨ ਆਸਟ੍ਰੇਲੀਆ ਸੀਗੇ ਔਰ ਇਹ ਫਸਟ ਵਰਲਡ ਵਾਰ 'ਚ ਸ਼ਹੀਦ ਹੋਏ ਸੀ। ਤੇ ਇਹ ਥੋੜਾ ਮੇਰੀ ਜਿਹੜੀ ਰਿਸਰਚ ਤੋਂ ਥੋੜਾ ਜਿਹਾ ਸਾਈਡ ਦੀ ਸੀ, ਇਹਨੂੰ ਸਾਈਡ ਤੇ ਕਰਤਾ। ਫਿਰ ਕੰਮ ਚੱਲੇਗਾ 2017 'ਚ ਆਸਟ੍ਰੇਲੀਆ 'ਚ ਫਸਟ ਵਰਲਡ ਵਾਰ ਦੇ 100 ਈਅਰਸ ਮਨਾਏ ਗਏ। ਕਾਫੀ ਵੱਡੇ ਪੱਧਰ ਤੇ ਕਾਫੀ ਸਮਾਗਮ ਹੋਏ, ਇਵੈਂਟਸ ਹੋਏ, ਐਗਜ਼ੀਬਿਸ਼ਨਸ ਲੱਗੀਆਂ, ਮੀਡੀਆ 'ਚ ਬੜਾ ਆਉਂਦਾ ਰਿਹਾ। ਤੇ ਮੇਰਾ ਵੈਸੇ ਹੀ ਮਈ ਦੇ ਤਕਰੀਬਨ ਐਂਡ 'ਚ 20-25 ਮਈ 2017 ਦੀ ਗੱਲ ਹੈ। ਮੈਂ ਇੱਕ ਦਿਨ ਵੈਸੇ ਹੀ ਸਵੇਰੇ ਨਾਲ ਰਾਤੀ ਉੱਥੇ ਸਵੇਰੇ ਇਸ਼ਨਾਨ ਕਰ ਰਿਹਾ ਸੀ ਤੇ ਉਦੋਂ ਦਿਮਾਗ 'ਚ ਆਇਆ ਕਿ ਇਹ ਨੈਣ ਸਿੰਘ ਸੈਲਾਨੀ ਦਾ 100 ਸਾਲ ਦੀ ਡੈਥ ਐਨੀਵਰਸਰੀ, ਇਹਨਾਂ ਦੀ ਡੈਥ 2017 'ਚ ਹੋਈ ਸੀ ਔਰ 2017 'ਚ ਹੀ ਇਹ ਮਨਾਇਆ ਜਾ ਰਿਹਾ ਸੀਗਾ। ਮੈਂ ਕਿਹਾ ਕਿ ਇਹ ਜਿਹੜੀ ਚੀਜ਼ ਹੈ ਇਹਨਾਂ ਦੀ ਕਦੀ ਕੋਈ ਰਿਸਪੈਕਟ, ਕਦੀ ਕੋਈ ਰਿਮੈਂਬਰੈਂਸ ਸਰਵਿਸ ਕੋਈ ਇਸ ਤਰ੍ਹਾਂ ਦੀ ਨਹੀਂ ਹੁੰਦੀ। ਕੈਨਬਰਾ 'ਚ ਇਹਨਾਂ ਦੀ ਆਸਟ੍ਰੇਲੀਅਨ ਵਾਰ ਮੈਮੋਰੀਅਲ ਹੈਗਾ, ਉਹ 'ਚ ਇਹਨਾਂ ਦਾ ਨਾਂ ਆਉਂਦਾ, ਲੇਕਿਨ ਵੈਸਟਰਨ ਆਸਟ੍ਰੇਲੀਆ 'ਚ ਕੁਛ ਨਹੀਂ ਪਤਾ, ਕੁਛ ਨਹੀਂ ਹੁੰਦਾ। ਫਿਰ ਮੈਂ ਇੰਟਰਸਟ ਹੋ ਗਿਆ ਕਿ ਜੇ ਮੈਂ ਇਨ ਪਰਸਨੈਲਿਟੀ ਨੂੰ ਮੈਂ ਇਗਨੋਰ ਕਰ ਦਿੰਦਾ ਵਾ और मैं बाकी अपनी रिसर्च कर रहा था, मैं फिर गुरु साहब की अपनी सिखों की फिलोसफी के अगेंस्ट ही काम कर रहा कि जगह एक ऐसा हीरो मिले जो कि मेरी क्राइटेरिया च नहीं फिट आ रहा तो मैं छड्ड देवां, ये गलत हो जाएगा। फिर पता किया तो होया कि इत्थे जिहड़ी एक वॉर मैमोरीअल साइट है पर्थ दे विच, वो इन्हां दा नाम है, ही इज़ एलिजिबल, इन्हां दे नाम ते एक डेडिकेटेड प्लाक ये लगाया जा सकता। फिर इहदे लई नाल आस्ट्रेलियन आर्मी का भी सपोर्ट चाहिए होंगे। फिर आस्ट्रेलियन आर्मी नूं कॉन्टैक्ट किया, वो कहते नहीं ये सब काम करने वास्ते तुहानूं घट्टो घट्ट 6 हफ्ते का टाइम देना। इन्हां दी शहीदी हुई सी 1 जून 2017 तो 2017 सीगा। मैं कहा हुण ते मेरे 4-6 दिन रह गए, जे तुसीं इस टाइम सपोर्ट करो तो अगले साल तो 101 एनिवर्सरी है, फिर उसका कोई मतलब नहीं। आस्ट्रेलियन आर्मी ने अपना रूल छड्ड के इस उदम च फिर उन्होंने मेरा सपोर्ट किया। असीं 1 जून नूं सेरेमनी की और नैन सिंह सैलानी नूं रिमेंबर करन लग पे, उन्होंने रिस्पैक्ट रिकग्निशन मिली और फिर असीं हौली हौली सिख एसोसीएशन ने सपोर्ट करके इस चीज़ में अगे कंटिन्यू किया।
कि असी हिस्ट्री च अगर ऐसी चीज़ मिल रही है जो कि गुरु साहब जिदा बड़ा सिंपल एग्जाम्पल है, गुरु साहब के नाल भाई मरदाना जी रहे ने सारी जिंदगी, गुरु दरबार साहब की नींह पत्थर रखी गई भाई मियां मीर ने, गुरदार उत्थे हरगुरु श्री हरगोबिंदपुर मस्जिद है, गुरु की मस्जिद, ये सारे हिस्टोरिकल फैक्ट्स ने, ये साडा इनवाइब्ड कल्चर है सिख फिलोसफी के अंदर। ਤੇ ਅਸੀਂ ਇਸ ਨੂੰ ਛੱਡ ਫਿਰ ਅਸੀਂ ਇਹਨੂੰ ਹੋਇਆ ਕਿ ਇਹਨਾਂ ਨੂੰ ਇਕੁਅਲ ਰਿਕਗਨੀਸ਼ਨ ਦਿੱਤੀ ਜਾਏ ਤੇ ਅਸੀਂ ਇਹ ਫਿਰ ਹਰ ਸਾਲ ਹੁਣ ਇੱਕ ਇਵੈਂਟ ਕਰਦੇ ਹਾਂ ਔਰ ਇਹਨਾਂ ਨੂੰ ਯਾਦ ਕਰਦੇ ਹਾਂ। ਇਸ ਵਿੱਚ ਫਿਰ ਇੱਕ ਹੋਰ ਮਿਲ ਗਏ ਜੇ ਕਿ ਕ੍ਰਿਸਚੀਅਨ ਸੀਗੇ ਚਾਰਲਸ ਵੇਅਰਬੀਅਰਡ, ਫਿਰ ਉਹਨਾਂ ਦਾ ਐਡ ਆਨ ਕਰਤਾ। ਸੋ ਇਹਦੇ ਵਿੱਚ ਇਹ ਲੱਗਦਾ ਕਿ ਮੈਂ ਆਪਣਾ ਜਿਹੜਾ ਕੰਮ ਕਰ ਰਿਹਾ ਇਹ ਥੋੜੀ ਸਿੱਖ ਫਿਲੋਸਫੀ ਜਾਂ ਗੁਰਬਾਣੀ ਦੇ ਅਕੋਰਡਿੰਗਲੀ ਕਰ ਰਿਹਾ, ਤੇ ਮੈਨੂੰ ਤਸੱਲੀ ਹੁੰਦੀ ਕਿ ਮੈਂ ਕਿਸੇ ਨਾਲ ਕੋਈ ਮੈਂ ਆਪ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਿਹਾ। ਜੀ ਵੀਰ ਜੀ ਬਿਲਕੁਲ। ਜਦ ਮੈਂ ਪੜ੍ਹਦਾ ਪਿਆ ਸੀਗਾ ਇਸ ਬਾਰੇ ਮੈਂ ਜਾਣਿਆ ਤਾਂ ਮੈਂ ਬਹੁਤ ਹੀ ਜ਼ਿਆਦਾ ਮੈਨੂੰ ਇਦਾਂ ਲੱਗਿਆ ਕਿ ਕਿਤੇ ਨਾ ਕਿਤੇ ਮੇਰਾ ਐਕਚੁਅਲੀ ਸਵਾਲ ਵੀ ਸੀਗਾ, ਆਪ ਜੀ ਨੇ ਸ਼ਾਇਦ ਉਹਦਾ ਉੱਤਰ ਵਿੱਚ ਹੀ ਦੇਤਾ ਕਿ ਜਿਹੜਾ ਗੁਰਬਾਣੀ ਹੈ ਤੇ ਜਿਹੜਾ ਗੁਰਬਾਣੀ ਦਾ ਜਿਹੜਾ ਚੈੱਕ ਅਸੀਂ ਆਪਣੇ ਮਨ ਵਿੱਚ ਰੱਖਦੇ ਹਾਂ ਕਿ ਮੈਂ ਜੇ ਉੱਦਮ ਕਰਨ ਲੱਗਾ ਤੇ ਮੇਰੀ ਕੋਈ ਸੈਲਫ ਉਹ ਇੰਟਰਸਟ ਤਾਂ ਹੁੰਦਾ ਨਹੀਂ ਹੈ, ਮੈਂ ਕਿਸੇ ਨਾ ਕਿਸੇ ਪਾਸੇ ਮੈਂ ਹਿਸਟਰੀ ਤੇ ਉਹਨੂੰ ਵਿਰਾਸਤ ਨੂੰ ਮੈਂ ਅਮਰ ਰੱਖਣਾ ਚਾਹੁੰਦਾ ਤੇ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ। ਇੱਕ ਆਪਾਂ ਉੱਦਮ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਜਿਹਦੇ ਅੰਦਰ ਜੇ ਸਾਨੂੰ ਇੱਕ ਇੱਦਾਂ ਦੀ ਸ਼ਖਸੀਅਤ ਮਿਲ ਜਾਵੇ ਜਿਹੜੀ ਸਾਡੇ ਕਮਿਊਨਿਟੀ ਵਿੱਚ ਨਾ ਵੀ ਹੋਵੇ ਬਟ ਉਹ ਵੈਲ ਡਿਜ਼ਰਵਿੰਗ ਹੋਵੇ, ਮੈਨੂੰ ਲੱਗਦਾ ਇੱਥੋਂ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਸੀਖ ਲੈ ਸਕਦੇ ਹਾਂ। ਸਾਡੇ ਸਾਰੇ ਜਿੰਨੇ ਵੀ ਸਰੋਤੇ ਸੁਣਦੇ ਪਏ ਨੇ ਕਿ ਜਦ ਆਪਾਂ ਇੱਕ ਉੱਦਮ ਕਰਨ ਲੱਗੀਏ ਤਾਂ ਨਿਰਵੈਰ ਨਿਰਭਉ ਹੋ ਕੇ ਆਪਾਂ ਜਦ ਉੱਦਮ ਕਰਨਾ ਸ਼ੁਰੂ ਕਰਦੇ ਹਾਂ ਗੁਰੂ ਦੇ ਆਸ਼ੇ ਅਨੁਸਾਰ ਤੇ ਆਪਾਂ ਸਾਰਿਆਂ ਨੂੰ ਗਲਵਕੜੀ ਵਿੱਚ ਲੈਣਾ ਜਿਹੜਾ ਡਿਜ਼ਰਵ ਕਰਦਾ, ਆਪਾਂ ਕਿਸੇ ਇੱਕ ਧੜੇ ਦੇ ਨਾ ਬਣ ਜਾਈਏ ਕਿਉਂਕਿ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਸਿੱਖ ਤੇ ਗੁਰਸਿੱਖ ਉਹ ਸਾਰਿਆਂ ਦਾ ਸਾਂਝਾ ਹੈ ਤੇ ਉਹਦਾ ਉੱਦਮ ਵੀ ਸਾਰਿਆਂ ਦੇ ਸਾਂਝੇ ਵਾਸਤੇ ਹੀ ਹੋਣਾ ਚਾਹੀਦਾ ਹੈ। ਬਹੁਤ ਹੀ ਖੂਬ ਵੀਰ ਜੀ। ਮੈਂ ਇਹਦੇ ਨਾਲ ਹੀ ਆਪ ਜੀ ਤੋਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ, ਥੋੜਾ ਵਾਪਸ ਮੈਂ ਇੱਕ ਵਾਰੀ ਹਿਸਟਰੀ ਤੇ ਆਨਾ ਆਪ ਜੀ ਕੋਲੋਂ ਪੁੱਛਦਾ ਮੈਂ ਕਿ ਜਦ ਆਪ ਜੀ ਨੇ ਇਹ ਸਾਂਝ ਪਾਈ ਮੈਨੂੰ ਕਿ ਇੱਕ ਲੈਟਰ ਵੀ ਲਿਖੀ ਗਈ ਸੀ, ਇੱਕ ਫੰਡ ਰੇਜ਼ ਹੋਇਆ ਸੀਗਾ। ਸੋ ਇੰਡੀਅਨ ਫੈਮਿਨ ਫੰਡ ਇੱਕ ਰੇਜ਼ ਹੋਇਆ ਸੀ 1899 ਤੋਂ 1900 ਦੇ ਅੰਡਰ ਇੱਕ ਕੁਛ ਭਾਣਾ ਵਾਪਰਿਆ ਸੀ ਜਿਹਦੇ ਵਾਸਤੇ ਕੀ ਕਹਿੰਦੇ ਆ ਇੱਕ ਫੰਡ ਦੀ ਰਿਕੁਐਸਟ ਗੁਰਮੁਖੀ ਲੈਂਗੁਏਜ ਦੇ ਅੰਦਰ ਆਸਟ੍ਰੇਲੀਆ ਦੇ ਅੰਦਰ ਅਖਬਾਰਾਂ ਵਿੱਚ ਛਪੀ ਗਈ ਸੀਗੀ ਤੇ ਮੈਂ ਉਹ ਜੇ ਤੁਸੀਂ ਉੱਪਰ ਵੇਖ ਸਕਦੇ ਹੋ ਬਿਲਕੁਲ ਟੌਪ ਤੇ ਲੈਫਟ ਤੇ ਗੁਰਮੁਖੀ ਮਤਲਬ ਉਹਦੇ ਅੰਦਰ ਲਿਖੀ ਗਈ ਹੈ। ਮੈਂ ਵੈਸੇ ਸ਼ੇਅਰ ਵੀ ਕਰ ਦਾਂਗਾ, ਜਿਹੜੇ ਲੈਣਾ ਚਾਹੁੰਦੇ ਹੋਣ ਵੀਰ ਜੀ ਕੋਲੋਂ ਵੀ ਆਪਾਂ ਲੈ ਸਕਦੇ ਹਾਂ। ਇਸ ਤੋਂ ਮੈਨੂੰ ਵੀਰ ਜੀ ਇੱਕ ਬੜਾ ਹੀ ਪਤਾ ਨਹੀਂ ਮੇਰੇ ਮਨ ਦੇ ਅੰਦਰ ਇੱਕ ਗੱਲ ਅਸਰ ਕਰ ਗਈ ਕਿ ਆਪਾਂ ਜਿੱਥੇ ਪੰਜਾਬੀ ਤੋਂ ਤੇ ਗੁਰਮੁਖੀ ਤੋਂ ਆਪਾਂ ਉਹਦੇ ਲਿਖਣ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ। ਆਪਾਂ ਸਾਡੀ ਮਤਲਬ ਆਪ ਜੀ ਨੇ ਵੈਸੇ ਸੋਚਿਆ ਹੋਣਾ, ਜੇ ਫੀਲ ਵੀ ਕਰਤਾ ਹੋਣਾ ਵੀ ਮੇਰੇ ਵੀ ਜਦ ਮੈਂ ਗੱਲ ਕਰਦਾ ਤੇ ਮੇਰੇ ਕੋਲ ਲਫ਼ਜ਼ ਹੀ ਨਹੀਂ ਹੁੰਦੇ, ਉਹ ਇੰਗਲਿਸ਼ ਦੇ ਲਫ਼ਜ਼ ਮੈਂ ਫਿਲ ਕਰਦਾ ਪਿਆ, ਉਹਦੇ ਵਾਸਤੇ ਮੇਰੀ ਮਾਫੀ ਹੈ। ਬਟ ਸ਼ਾਇਦ ਇਸ ਤੋਂ ਇੰਨੀ ਮੈਨੂੰ ਚੋਟ ਲੱਗੀ ਹੈ ਕਿ ਮੈਂ ਆਪ ਗੁਰਮੁਖੀ ਤੇ ਉਹਦੇ ਵਿਆਕਰਨ ਤੇ ਉਹਦੇ ਬਾਰੇ ਮੈਂ ਸਾਂਝ ਪਾਵਾਂਗਾ। ਆਪ ਜੀ ਪਲੀਜ਼ ਇਹਦੇ ਬਾਰੇ ਕੁਝ ਸਾਂਝ ਪਾਓ ਕਿ ਇਹ ਫੰਡ ਦਾ ਕਿਵੇਂ ਇਹ ਆਇਆ ਹੈ, ਉੱਦਮ ਕੀ ਤੇ ਆਪਾਂ ਇਹਨੂੰ ਕਿਵੇਂ ਗੁਰਮੁਖੀ ਤੇ ਪੰਜਾਬੀ ਨੂੰ ਆਪਾਂ ਕਿਵੇਂ ਹੋਰ ਪ੍ਰੇਰਨਾ ਆਪਾਂ ਲੈ ਸਕਦੇ ਹਾਂ ਇਸ ਸਟੋਰੀ ਤੋਂ। ਇਸ ਨੂੰ ਹੁਣ ਹਿਸਟਰੀ ਚ ਨਾ ਐਡਰੈਸ ਔਰ ਟਾਈਮ ਡੇਟਸ ਹੁੰਦੀਆਂ, ਲੇਕਿਨ ਹਿਸਟਰੀ ਚ ਤੁਸੀਂ ਲੈਣਾ ਕੀ ਡਿਰਾਈਵ ਕੀ ਕਰਨਾ, ਡਿਰਾਈਵ ਲੈਣੀ ਹੈ ਸੈਟਿਸਫੈਕਸ਼ਨ, ਹੈਪੀਨੈਸ ਔਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ, ਨੈਕਸਟ ਜਨਰੇਸ਼ਨ ਤੱਕ ਪਹੁੰਚਾਈਏ। ਜਿਸ ਤਰ੍ਹਾਂ ਰੇਸ ਨਹੀਂ ਹੁੰਦੀ, ਰੀਲੇ ਰੇਸ, ਇੱਕ ਰਨਰ ਆਉਂਦਾ ਉਹਦੇ ਹੱਥ 'ਚ ਬੈਟਨ ਹੁੰਦਾ ਤੇ ਉਹ ਬੈਟਨ ਅਗਲੇ ਨੂੰ ਫੜਾਉਂਦਾ, ਅਗਲਾ ਭੱਜ ਜਾਂਦਾ। ਇਹ ਸਾਡਾ ਰੋਲ ਹੈ, ਤੁਹਾਨੂੰ ਬੈਟਨ ਸੋਲਿਡਲੀ ਫੜਨਾ ਪਏਗਾ ਔਰ ਰੇਸ ਭੱਜਣੀ ਹੈ ਬੈਟਨ ਲੈ ਕੇ ਔਰ ਅੱਗੇ ਹੈਂਡਓਵਰ ਵੀ ਕਰਨਾ। ਜੇ ਬੈਟਨ ਹੀ ਛੁੱਟ ਗਿਆ ਤੇ ਰੇਸ ਭੱਜਣ ਦਾ ਕੋਈ ਫਾਇਦਾ ਨਹੀਂ ਹੈ। ਸੋ ਇਸ ਪੂਰੇ ਰਿਸਰਚ ਮੈਨੂੰ ਚਿੱਠੀ ਲੱਭੀ 1900 'ਚ। ਹੁਣ ਇੱਥੇ ਜਿਸ ਤਰ੍ਹਾਂ ਮੈਂ ਪਹਿਲੇ ਹੀ ਦੱਸਿਆ ਸੀ, ਇਹ 100-150 ਸਿੱਖ ਸੀਗੇ, ਕੋਈ ਫੈਮਿਲੀ ਨਹੀਂ ਸੀਗੀ ਔਰ ਐਡਾ ਵੱਡਾ ਵੈਸਟਰਨ ਆਸਟ੍ਰੇਲੀਆ ਉੱਥੇ ਕੰਮ ਕਰਦੇ ਸੀ। ਉਦੋਂ ਇੰਡੀਆ ਈਸਟ ਇੰਡੀਆ ਵੱਲ ਕਲਕੱਤੇ ਬੰਗਲਾਦੇਸ਼ ਇਸ ਪਾਸੇ ਅਕਾਲ ਪਿਆ 1899। ਉੱਥੇ ਫਿਰ ਸਿੱਖਾਂ ਨੇ ਇੱਥੇ ਫੰਡ ਰੇਜ਼ਿੰਗ ਕੀਤੀ। ਹੁਣ ਆਪ ਕੀ ਕਰਦੇ ਸੀ, ਆਪਣੇ ਨਾਲ ਕੀ ਬੀਤ ਰਹੀ ਸੀ ਉਹ ਛੱਡ ਕੇ ਕਿੱਥੇ ਪੰਜਾਬ ਉੱਥੋਂ 3000 ਕਿਲੋਮੀਟਰ ਈਸਟ ਬੰਗਾਲ ਦੀ ਧਰਤੀ। ਦੇਖੋ ਐਰਾ ਦੇਖੋ 1900, ਉਦੋਂ ਇੰਡੀਆ ਦਾ ਪੋਲੀਟੀਕਲ ਸਿਨੈਰੀਓ, ਸੋਸ਼ਲ ਸਿਸਟਮ, ਉਦੋਂ ਪਰਸਪੈਕਟਿਵ ਦਿਮਾਗ 'ਚ ਰੱਖਣਾ ਪਏਗਾ। 1900 'ਚ ਵੈਸਟਰਨ ਆਸਟ੍ਰੇਲੀਆ 'ਚ 100-150 ਸਿੱਖ ਅਕਾਲ ਪੈ ਰਿਹਾ ਹੈ ਬੰਗਾਲ ਵਿੱਚ, ਉਹਨਾਂ ਦੀ ਹੈਲਪ ਕਰਨ ਆ ਗਏ। ਜਿੰਨੇ ਵੀ ਪੈਸੇ ਇਕੱਠੇ ਕੀਤੇ, ਮਤਲਬ ਅੱਜ ਦੀ ਡੇਟ ਜਿੱਦਾਂ ਹੁਣ ਕਰੋਨਾ ਵਾਇਰਸ ਦੀ ਪ੍ਰੋਬਲਮ ਹੈ,
ਅੱਜ ਦੀ ਡੇਟ 'ਚ ਸਾਰੇ ਸਿਸਟਮ, ਸਾਰੇ ਗੌਰਮੈਂਟ ਸਭ ਫੇਲ ਨੇ। ਦ ਓਨਲੀ ਥਿੰਗ ਜਿਹੜੀ ਅਪ ਐਂਡ ਰਨਿੰਗ ਪਾਏ ਗਏ ਉਹ ਸਾਡੀ ਸਿੱਖ ਫਿਲੋਸਫੀ ਦੇ ਫੋਲੋਅਰਸ ਸੀਗੇ ਨੇ। ਅੱਜ ਸਾਡੇ ਕੋਲ ਗੁਰਦੁਆਰੇ ਨੇ, ਸਾਡੇ ਕੋਲ ਲੰਗਰ ਦੀ ਪਰੰਪਰਾ ਹੈ। ਅਸੀਂ ਉਹਨਾਂ ਨੂੰ ਅੱਜ ਦੀ ਡੇਟ ਸਭ ਤੋਂ ਵੱਡੀ ਡਿਮਾਂਡ ਜਿਹੜੀ ਹੈ ਭੁੱਖ ਹੈ, ਰੋਟੀ ਹੈ, ਅਸੀਂ ਰੋਟੀ ਪ੍ਰੋਵਾਈਡ ਕਰ ਪਾ ਰਹੇ ਹਾਂ। ਇਹੀ ਆਸਟ੍ਰੇਲੀਆ 'ਚ 120 ਸਾਲ ਪਹਿਲੇ ਸਿੱਖਾਂ ਨੇ ਜਦੋਂ ਦੇਖਿਆ, ਇਹ ਜਿਹੜੀ ਦੂਸਰੇ ਦੀ ਹੈਲਪ ਕਰਨੀ ਹੈ ਇਹ ਸਪੌਂਟੇਨੀਅਸ ਹੈ ਸਾਡੇ ਅੰਦਰ। ਜਦੋਂ ਲੋੜ ਪਈ ਅਸੀਂ ਖੜੇ ਹੋਣਾ। ਇਹ ਪਾਠ, ਕਥਾ, ਕੀਰਤਨ ਸੁਣਨ ਦਾ ਭਾਵ ਇਹ ਹੀ ਹੈ ਕਿ ਜਦੋਂ ਲੋੜ ਪਈ ਸੋਸਾਇਟੀ ਨੂੰ ਤਾਂ ਅਸੀਂ ਸੋਚਿਆ ਨਹੀਂ ਲੈਫਟ, ਰਾਈਟ ਐਂਡ ਸੈਂਟਰ, ਅਸੀਂ ਕਰ ਦਿੱਤਾ। ਕਰਕੇ ਚਲੋ ਠੀਕ ਹੈ, ਹੁਣ ਕੌਣ ਅੱਗੇ ਲੈ ਰਿਹਾ ਇਹਦੇ ਨਾਲ ਮਤਲਬ ਨਹੀਂ ਹੈ। ਸਾਡਾ ਫਰਜ਼ ਹੈ, ਇਹ ਡਿਊਟੀ ਹੈ ਕਿ ਸਬਰ ਨਾਲ, ਸੰਤੋਖ ਨਾਲ, ਆਪਣਾ ਬਗੈਰ ਕਿਸੇ ਦੇ ਨਾਲ ਕੋਈ ਭੇਦਭਾਵ, ਨਿਰਵੈਰ ਹੋ ਕੇ ਆਪਣਾ ਕੰਮ ਕਰੀਏ। ਔਰ ਜੋ ਵੀ ਅਚੀਵ ਹੋਏਗਾ ਇਹ ਇਹਨਾਂ ਨੇ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਤੇ 120 ਸਾਲ ਪਹਿਲੇ ਕੀਤਾ। ਔਰ ਉਸ ਜ਼ਮਾਨੇ 'ਚ ਜੇ ਗੁਰਮੁਖੀ 'ਚ ਪੇਪਰ 'ਚ ਛਪ ਰਹੀ ਹੈ, ਫਿਰ ਇਹਨਾਂ ਨੇ ਫੰਡਸ ਟ੍ਰਾਂਸਫਰ ਕਰਵਾਏ, ਕਲਕੱਤੇ 'ਚ ਗਏ, ਇਹ ਸਾਰਾ ਇਹ 'ਚ ਇਹਨਾਂ ਨੇ ਹੈਲਪ ਕੀਤੀ ਸੀ। ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਅੱਜ ਦੇ ਜ਼ਮਾਨੇ ਸਿੱਖਾਂ ਨੂੰ ਕਿ ਆਸਟ੍ਰੇਲੀਆ ਆ ਰਹੇ ਹਾਂ ਤੇ ਪਤਾ ਹੋਣਾ ਚਾਹੀਦਾ ਕਿ ਆਸਟ੍ਰੇਲੀਆ ਵਾਸ ਜਸਟ ਲਾਈਕ ਐਕਸਟੈਂਡਡ ਪਾਰਟ ਆਫ ਪੰਜਾਬ। ਔਰ ਇੱਥੋਂ ਦੇ ਸਿੱਖ ਕਿਹੜੇ ਕਿਹੜੇ ਉਦਮ ਉਸ ਜ਼ਮਾਨੇ 'ਚ ਕਰ ਚੁੱਕੇ ਨੇ। ਅੱਜ ਖਾਲਸਾ ਏਡ ਔਰ ਵੈਸੇ ਕਿੰਨੀ ਵੱਡੀ ਵੱਡੀ ਸੰਸਥਾਵਾਂ ਕੰਮ ਕਰ ਰਹੀਆਂ, ਤੇ ਇਹ ਸਾਡਾ DNA 'ਚ ਹੈਗਾ, ਪਾਰਟ ਹੈਗਾ ਕਿ ਅਸੀਂ ਇਸ ਤਰ੍ਹਾਂ ਹੀ ਕਰਦੇ ਰਹੇ ਹਾਂ। ਭਾਵੇਂ ਗੁਰੂ ਸਾਹਿਬ ਦੇ ਟਾਈਮ ਸੀ, ਉਹਨਾਂ ਦੇ ਬਾਅਦ ਦਾ ਟਾਈਮ ਸੀ ਜਾਂ ਅੱਜ ਦਾ ਟਾਈਮ ਹੈ, ਸਾਨੂੰ ਇਹ ਕਰਨਾ ਚਾਹੀਦਾ। ਇਹ ਅਸੀਂ ਐਕਚੁਅਲੀ 'ਚ ਅਸੀਂ ਇਹ ਆ, ਅਸੀਂ ਦੂਸਰਿਆਂ ਦੇ ਕੌਣ ਕੀ ਕਰ ਰਿਹਾ ਉਹਦੇ ਨਾਲ ਨਹੀਂ ਕੰਪੈਰੀਜ਼ਨ ਕਰਨੀ। ਅਸੀਂ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਸਮਝ ਕੇ ਯਾਦ ਰੱਖ ਕੇ ਅੱਗੇ ਤੁਰੀ ਜਾਣਾ। ਜੀ ਵੀਰ ਜੀ, ਮਤਲਬ ਮੈਂ ਜੇ ਸਾਰਿਆਂ ਨੂੰ ਜੇ ਮੈਂ ਇੱਕ ਸਾਂਝ ਪਾਉਣਾ ਚਾਹਾਂ ਤਾਂ ਇਹ ਜੋ ਵੀ ਆਪਾਂ ਹੁਣ ਤੱਕ ਸਾਂਝ ਪਾਈ ਹੈ, ਇੱਕ ਬਹੁਤ ਛੋਟੀ ਜੀ ਕੋਸ਼ਿਸ਼ ਹੈ, ਤੇ ਉਪਰਾਲੇ ਪ੍ਰਾਪਤੀਆਂ ਵੀਰ ਜੀ ਦੇ ਬਹੁਤ ਜ਼ਿਆਦਾ ਨੇ। ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ, ਇਹਨਾਂ ਦੀ ਟੀਮ ਵੀ ਨਾਲ ਜੁੜੀ ਹੋਈ ਹੈ, ਹੋਰ ਵੀ ਬਹੁਤ ਕੰਮ ਕਰਦੇ ਨੇ। ਮੈਂ ਕੀ ਕਹਿੰਦੇ ਇੱਕ ਸਵਾਲ ਵੀਰ ਜੀ ਆਪ ਜੀ ਕੋਲ ਪੁੱਛਾਂਗਾ, ਉਸ ਤੋਂ ਬਾਅਦ ਮੈਂ ਚਾਹਾਂਗਾ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਬੱਚੇ ਉਹ ਵੀ ਆਪਣੇ ਸਵਾਲ ਤਿਆਰ ਰੱਖ ਲੈਣ, ਕਿਉਂਕਿ ਇਹ ਸਾਨੂੰ ਦੁਬਾਰਾ ਮੌਕਾ ਸ਼ਾਇਦ ਪਤਾ ਨਹੀਂ ਵਾਹਿਗੁਰੂ ਜੀ ਕਦ ਬਖਸ਼ਣ ਕਿ ਵੀਰ ਜੀ ਦਾ ਸਮਾਂ ਆਪਾਂ ਲੈ ਸਕੀਏ ਦੁਬਾਰਾ, ਤੇ ਜੇ ਕੁਝ ਸਾਨੂੰ ਕੁਝ ਵੀ ਮਨ ਵਿੱਚ ਹੋਵੇ ਆਪਾਂ ਜ਼ਰੂਰ ਪੁੱਛ ਸਕਦੇ ਹਾਂ। ਵੀਰ ਜੀ ਇੱਕ ਖੈਰ ਥੋੜਾ ਜਿਹਾ ਬੱਚਿਆਂ ਵਾਲਾ ਸਵਾਲ ਹੀ ਹੈ, ਉਹ ਮੇਰੇ ਵੱਲੋਂ ਆਪ ਦੇ ਵੱਲੋਂ ਹੀ ਹੈ ਕਿ ਕਦੀ ਆਪ ਜੀ ਨੂੰ ਏਦਾਂ ਮਹਿਸੂਸ ਹੋਇਆ ਕਿ ਹੁਣ ਇੰਨਾ ਕੁਝ ਤੁਸੀਂ ਕਰਦੇ ਪਏ ਹੋ ਕਿ ਇਸ ਵਿੱਚ ਮੇਰਾ ਕੀ ਫਾਇਦਾ ਹੈ? ਮਤਲਬ ਮੈਂ ਇਸ ਕੁਐਸਚਨ ਨੂੰ ਥੋੜਾ ਜਿਹਾ ਇੱਕ ਜੇ ਪੈਰਾਫਰੇਜ਼ ਕਰ ਦਵਾਂ ਕਿ ਤੁਸੀਂ ਆਪਣੇ ਗੋਲ ਜਾਂ ਟੀਚੇ ਵੱਲ ਆਪਣੇ ਮਨ ਨੂੰ ਕਿਵੇਂ ਫੋਕਸ ਜਾਂ ਕੇਂਦਰਿਤ ਕਰਕੇ ਰੱਖਦੇ ਹੋ? ਜਿਹੜਾ ਹੁਣ ਜਿੱਦਾਂ ਤੁਹਾਡੇ ਨਾਲ ਮੁਲਾਕਾਤ ਹੋਈ, ਸਾਰਿਆਂ ਨਾਲ ਹੋ ਰਹੀ ਹੈ, ਇਹ ਮੇਰੇ ਚਿੱਤ ਚੇਤੇ 'ਚ ਹੀ ਨਹੀਂ ਸੀ। ਇਹ ਵੀਰ ਹਰਪ੍ਰੀਤ ਵੀਰ ਜੀ ਕਰਕੇ ਹੋ ਰਹੀ ਹੈ। ਹੁਣ ਇਹ ਜਿਹੜਾ ਫੋਕਸ ਰੱਖਣਾ ਹੈ, ਤੇ ਖਾਸ ਕਰ ਮੈਂ ਜਿਹੜਾ ਹਿਸਟਰੀ ਹੈਰੀਟੇਜ 'ਚ ਇਹ ਪਾਇਆ ਕਿ ਜਿੰਨਾ ਜ਼ਿਆਦਾ ਇਹਨੂੰ ਸ਼ੇਅਰ ਕਰਦੇ ਆ ਨਾ, ਉਨਾ ਜ਼ਿਆਦਾ ਮਜ਼ਾ ਆਉਂਦਾ, ਤੇ ਫੋਕਸ ਆਟੋਮੈਟਿਕਲੀ ਰਹਿੰਦੀ ਹੈ। ਔਰ ਜਿਹੜੀ ਕਿ ਮੈਂ ਦੇਖਦਾ ਹਾਂ ਕਿ ਜੇ ਹੁਣ ਤੁਸੀਂ ਇੰਟਰਸਟ ਸ਼ੋ ਕਰ ਰਹੇ ਹੋ, ਹਰਪ੍ਰੀਤ ਵੀਰ ਜੀ ਨੇ ਇੰਟਰਸਟ, ਇਹ ਜਿਹੜੀ ਸਪਾਰਕ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਇਹ ਇਸ ਤਰ੍ਹਾਂ ਕੰਮ ਕਰਦੀ ਹੈ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਕੰਮ ਸੀਗਾ। ਇੱਥੇ ਵੀ ਇੱਕ ਏਰੀਆ ਹੈਗਾ ਆਸਟ੍ਰੇਲੀਆ ਜਿਹਦਾ ਕਿ ਨਾਮ ਪੰਜਾਬ ਹੈਗਾ। ਇਹ 2-3 ਸਾਲ ਪਹਿਲੇ ਮੈਂ ਰਿਲੀਜ਼ ਕੀਤੀ ਸੀ ਥੋੜੀ ਇਨਫੋਰਮੇਸ਼ਨ। ਉਦੋਂ ਪੰਜਾਬ ਦੇ ਸਪੈਲਿੰਗ PUNJAUB ਤੋਂ ਤੁਸੀਂ ਗੂਗਲ ਤੇ ਸਰਚ ਕਰਨਾ ਪੰਜਾਬ ਆਸਟ੍ਰੇਲੀਆ ਤੇ। ਹੁਣ ਇਹ ਜਦੋਂ ਇਨਫੋਰਮੇਸ਼ਨ ਮੈਂ ਰਿਲੀਜ਼ ਕੀਤੀ, ਉਹ ਜਿਹੜੇ ਸੋਰਸ ਇਨਫੋਰਮੇਸ਼ਨ ਸੀ ਉਹੀ ਥੋੜੀ ਡਿਸਟੋਰਟਡ ਸੀ, ਗਲਤ ਹੋ ਗਈ। ਤੇ ਕੁਝ ਇੱਥੇ ਹੋਰ ਹਿਸਟੋਰੀਅਨ ਰਿਸਰਚ ਹੈਗੇ ਆ ਨॉन ਸਿੱਖ, ਉਹਨਾਂ ਇੰਡੀਅਨ ਹਿਸਟਰੀ ਤੇ ਉਹਨਾਂ ਨੇ ਫਿਰ ਮੇਰੇ ਅਗੇਂਸਟ ਪੋਸਟ ਪਾਤੀ ਉਹਦੇ ਅਗੇਂਸਟ। ਤੇ ਇੱਕ ਵੀਰ ਹੈਗਾ ਜਿਹੜਾ ਕਿ ਕੁਈਨਜ਼ਲੈਂਡ ਦੀ ਤਰਫ, ਕਿਉਂਕਿ ਉਹ ਜਿਹੜਾ ਏਰੀਆ ਕੁਈਨਜ਼ਲੈਂਡ 'ਚ ਹੈ, ਇੱਥੋਂ ਬਹੁਤ 3-4 ਹਜ਼ਾਰ ਕਿਲੋਮੀਟਰ, ਉਹ ਉਸ ਡਿਪਾਰਟਮੈਂਟ 'ਚ ਕੰਮ ਕਰਦਾ ਸੀਗਾ, ਲੈਂਡ ਡਿਪਾਰਟਮੈਂਟ। ਉਹਨੇ ਫਿਰ ਸਾਰੀ ਇਨਫੋਰਮੇਸ਼ਨ ਡਿਗ ਕਰਕੇ ਉਹਨੇ ਉਹ ਇਨਫੋਰਮੇਸ਼ਨ ਪਾਤੀ ਵੈਬਸਾਈਟ ਤੇ ਫਰਦਰ, ਤੇ ਉਹ ਕੰਟੀਨਿਊਸ਼ਨ ਹੋ ਗਈ। ਉਹ ਇਨਫੋਰਮੇਸ਼ਨ ਇੰਨੀ ਜ਼ਿਆਦਾ ਸਪਰੈਡ ਹੋਈ ਪੂਰੇ ਵਰਲਡ 'ਚ ਕਿ ਜਿਨ੍ਹਾਂ ਨੇ ਆ ਬਲੈਕ ਪ੍ਰਿੰਸ ਪਿਕਚਰ ਬਣਾਈ ਸੀ, ਇਹ ਡਾਇਰੈਕਟਰ ਨੇ ਉੱਥੇ US 'ਚ ਰਹਿੰਦੇ ਨੇ, ਉਹਨਾਂ ਨੇ ਫਿਰ ਕੰਟੈਕਟ ਕੀਤਾ ਕਿ ਉਹ ਕਹਿੰਦੇ ਕਿ ਜੇ ਉਹ ਜ਼ਮੀਨ ਵਿਕਦੀ ਪਈ ਹੈ ਤੇ ਕਿੰਨੇ ਦੀ ਵਿਕੇਗੀ। ਮੈਂ ਕਿਹਾ ਕਿ ਮੈਂ ਰੀਅਲ ਏਸਟੇਟ ਏਜੰਟ ਨਹੀਂ ਹੈਗਾ, ਮੇਰਾ ਕੰਮ ਹੈ ਹਿਸਟਰੀ ਸਪਰੈਡ ਕਰਨਾ। ਹੁਣ ਮੇਰੀ ਗੱਲ ਤੋਂ ਉਹ ਜਿਹੜੇ ਵੀਰ ਸੀ ਕੁਈਨਜ਼ਲੈਂਡ ਡਿਪਾਰਟਮੈਂਟ 'ਚ ਗੁਰਵਿੰਦਰ, ਉਹਨਾਂ ਨੇ ਲਈ, ਉਹਨਾਂ ਨੇ ਅੱਗੇ ਦਿੱਤੀ, ਉਹੀ ਇਨਫੋਰਮੇਸ਼ਨ ਬੈਕ ਐਂਡ ਫੋਰਥ ਹੁੰਦੀ ਗਈ ਤੇ ਪੂਰੇ ਵਰਲਡ ਨੂੰ ਪਤਾ ਲੱਗ ਗਿਆ
कि ਆਸਟ੍ਰੇਲੀਆ ਤੋਂ ਅਗਰ ਪੰਜਾਬ ਜਾਣਾ ਹੈ ਤੇ ਕੋਈ ਵੀਜ਼ਾ ਜਾਂ ਪਾਸਪੋਰਟ ਦੀ ਲੋੜ ਨਹੀਂ ਹੈ। ਹੁਣ ਉੱਥੇ ਕੀ ਬੈਕਗ੍ਰਾਉਂਡ ਆ ਉਹਦਾ ਮਤਲਬ ਨਹੀਂ, ਮਤਲਬ ਇਹ ਹੈ ਕਿ ਇਹ ਜਿਹੜੀ ਹਿਸਟਰੀ ਦੇ ਜਿਹੜਾ ਸਪਾਰਕ ਹੈ ਇਹ ਸਾਰਿਆਂ 'ਚ ਕੰਟੀਨਿਊ ਹੁੰਦਾ ਤੇ ਸਾਰੇ ਆਪਣੀ ਵਿਰਾਸਤ ਨਾਲ ਫਿਰ ਗੁਰੂ ਸਾਹਿਬ ਦੀ ਫਿਲਾਸਫੀ, ਉਹਨਾਂ ਦੇ ਪ੍ਰਿੰਸੀਪਲਸ ਜਿਹੜੇ ਕਿ ਗਾਈਡਿੰਗ ਪ੍ਰਿੰਸੀਪਲਸ ਇਨ ਲਾਈਫ ਬਣ ਜਾਂਦੇ ਆ ਆਟੋਮੈਟਿਕਲੀ। ਹੌਲੀ ਹੌਲੀ ਜਦੋਂ ਇੰਟਰਸਟ ਪੈਦਾ ਹੁੰਦਾ ਉਸ ਪਾਸੇ ਤੁਰਦੇ ਆ, ਉਹ ਸਾਨੂੰ ਗਾਈਡ ਕਰਦਾ। ਇਹ ਮੇਰਾ ਫੋਕਸ ਹੋ ਜਾਂਦਾ ਆਪੇ। ਜੀ ਵੀਰ ਜੀ ਬਹੁਤ ਹੀ ਪਿਆਰਾ ਵੀਰ ਜੀ। ਤੇ ਮੇਰਾ ਅਗਲਾ ਸਵਾਲ ਵੀ ਐਕਚੁਅਲੀ ਜਿਹੜਾ ਇੱਕ ਬੱਚੇ ਨੇ ਪੁੱਛਿਆ ਹੈਗਾ ਉਹਨਾਂ ਦੇ ਮੇਲ ਹੀ ਖਾਂਦਾ ਹੈਗਾ, ਉਹ ਹੈਗਾ ਵੀ ਕਿ ਸਾਨੂੰ ਕੋਈ ਐਦਾਂ ਦਾ ਹਿਸਟੋਰੀਕਲ ਡਾਕੂਮੈਂਟ ਮਿਲਿਆ ਜਿਹੜਾ ਗੁਰਬਾਣੀ ਦੇ ਮਤਲਬ ਆਧਾਰ ਤੇ ਹੋਵੇ, ਕਿ ਗੁਰਬਾਣੀ ਦੇ ਰਿਲੇਟਡ ਕੁਝ ਸਾਨੂੰ ਮਿਲਿਆ ਹੋਵੇ ਉੱਥੇ ਆਪ ਜੀ ਦੀ ਰਿਸਰਚ ਦੇ ਅੰਦਰ? ਗੁਰਬਾਣੀ ਦੇ ਹੁਣ ਇਹ ਜਿਹੜੇ ਇਹਨਾਂ ਦੇ ਕੰਮ ਨੇ, ਕਿਉਂਕਿ ਆ ਕੇ ਆਪਣਾ ਕਲਚਰ ਟ੍ਰੈਡੀਸ਼ਨ ਵੀ ਰੱਖਣਾ ਔਰ ਇਸ ਵੈਸਟਰਨ ਵਰਲਡ ਜਾਂ ਇੰਨੀ ਦੂਰ ਆਪਣੇ ਇੰਡੀਆ ਤੇ ਪੰਜਾਬ ਤੇ ਆ ਜਾਣਾ ਜਿੱਥੇ ਲੈਂਗੁਏਜ ਹੀ ਨਹੀਂ ਪਤਾ, ਉਹਨਾਂ ਦੇ ਲੋਕਾਂ ਦੇ ਵਿੱਚ ਵਿਚਰਨਾ ਔਰ ਆਪਣਾ ਸਰੂਪ, ਆਪਣੀ ਫਿਲਾਸਫੀ ਨੂੰ ਕੰਟੀਨਿਊ ਰੱਖਣਾ। ਇਹ ਬੜਾ ਵੱਡਾ ਇੱਕ ਪ੍ਰੂਫ ਹੈ, ਜਿਹੜੀ ਚੀਜ਼ ਮੈਂ ਇਕੱਠੀ ਕਰਕੇ ਸਾਰਿਆਂ ਨਾਲ ਸ਼ੇਅਰ ਕਰੀ ਜਾਂਦਾ ਹਾਂ। ਜੀ ਵੀ ਜੀ ਇਹਦੇ ਨਾਲ ਹੀ ਸੌਰੀ ਮੈਂ ਆਪ ਜੀ ਨੂੰ ਇੰਟਰਪਟ ਕਰ ਰਿਹਾ ਇੱਕ, ਕਿਉਂਕਿ ਉਹ ਸਵਾਲ ਓਬਵੀਅਸਲੀ ਆਪਾਂ ਇੱਕ ਚੀਜ਼ ਤਾਂ ਆਪਾਂ ਇਹ ਰੱਖ ਰਹੇ ਹਾਂ ਕਿ ਜਿਹੜੇ ਆਸਟ੍ਰੇਲੀਅਨ ਸਿੱਖਾਂ ਦਾ ਜਿਹੜੀ ਉੱਥੇ ਐਗਜ਼ਿਸਟੈਂਸ ਸੀ ਆਪਾਂ ਉਹਦੇ ਬਾਰੇ ਦੱਸ ਰਹੇ ਹਾਂ। ਇੱਕ ਸਵਾਲ ਥੋੜਾ ਜਿਹਾ ਇਸ ਤਰੀਕੇ ਦਾ ਹੈ ਕਿ ਸਾਨੂੰ ਕੋਈ ਲਿਖਤ ਸਕ੍ਰਿਪਟਾਂ ਮਿਲੀਆਂ ਨੇ ਕੋਈ ਗੁਰਮੁਖੀ ਦੇ ਅੰਦਰ? ਮਤਲਬ ਇੱਕ ਤਾਂ ਆਪ ਜੀ ਨੇ ਸਾਂਝ ਕੀਤੀ ਜਿਹੜੀ ਫੈਮਿਨ ਫੰਡ ਦੇ ਉੱਪਰ ਸੀਗੀ, ਇਹਦੇ ਇਲਾਵਾ ਕੀ ਕੋਈ ਸਾਨੂੰ ਗੁਟਕਾ ਸਾਹਿਬ ਮਿਲੇ ਹੋਣ ਜਾਂ ਕੋਈ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ ਹੋਵੇ ਜਾਂ ਕੁਝ ਐਦਾਂ ਦੇ ਰਿਲੇਟਡ ਵੀ ਆਪ ਜੀ ਉਪਰਾਲੇ ਜਾਂ ਉਦਮ ਕਰਦੇ ਪਏ ਹੋ ਇਹਦੀ ਖੋਜ ਵਾਸਤੇ? ਹਾਂ, ਇਹਦੀ ਅਸਲ ਇੱਥੇ ਤੇ ਨਹੀਂ ਮਿਲਿਆ, ਇੱਥੇ ਤੇ ਆ ਚਿੱਠੀ ਮਿਲੀ ਹੈ। ਇਸ ਤੋਂ ਪਹਿਲੇ ਵੀ ਇੱਕ ਹੋਰ ਚਿੱਠੀ ਸੀ ਜਿੱਥੇ ਕਿ ਸਿੱਖਾਂ ਨੇ ਆਪਣੇ ਇਕੁਅਲ ਰਾਈਟਸ ਲਈ ਗੌਰਮੈਂਟ ਨਾਲ ਕਰਸਪੋਂਡੈਂਸ ਕੀਤੀ ਸੀ। ਉਹ 1898 ਸੀਗੀ। ਉਹ 'ਚ ਤਕਰੀਬਨ 25-30 ਸਿੱਖਾਂ ਦੇ ਸਾਈਨ ਨੇ, ਉਹ ਗੁਰਮੁਖੀ 'ਚ ਨੇ। ਲੈਟਰ ਇੰਗਲਿਸ਼ 'ਚ ਆ ਲੇਕਿਨ ਥੱਲੇ ਸਿਗਨੇਚਰ ਸਾਰੇ ਗੁਰਮੁਖੀ 'ਚ ਨੇ। ਉਹ ਤੁਸੀਂ ਸਾਡੀ ਆਸਟ੍ਰੇਲੀਅਨ ਸਿੱਖ ਹੈਰੀਟੇਜ ਵੈਬਸਾਈਟ 'ਤੇ ਜਾਓਗੇ ਉੱਥੇ ਲੱਭ ਜਾਏਗੀ। ਲੇਕਿਨ ਈਸਟਰਨ ਸਟੇਟ ਵੱਲ, ਕਿਉਂਕਿ ਇੱਥੇ ਜਿਹੜਾ ਸਿਡਨੀ ਮੈਲਬਨ ਹੈ ਉਹ ਬਹੁਤ ਦੂਰ ਹੈ, ਲੌਜਿਸਟਿਕਲੀ ਈਜ਼ੀ ਨਹੀਂ ਹੈ ਕਿ ਟਾਈਮ ਡਿਵੋਟ ਕਰਕੇ ਜਾਣਾ। ਲੇਕਿਨ ਉੱਥੇ ਵਿਕਟੋਰੀਆ 'ਚ ਸਿੱਖਾਂ ਨੇ ਜਿਹੜਾ ਪਹਿਲਾ ਗੁਰੂ ਘਰ ਬਣਾਇਆ ਸੀਗਾ ਉਹਦੇ ਬਾਰੇ ਇਨਫੋਰਮੇਸ਼ਨ ਪਈ ਹੋਈ ਹੈ ਕਿ ਉਹ ਸਿੱਖਾਂ ਨੇ ਆ ਕੇ ਉੱਥੋਂ ਦੇਖਦੇ ਨੇ ਕਿਸ ਤਰ੍ਹਾਂ ਆਪਣਾ ਗੁਰੂ ਘਰ ਐਸਟੈਬਲਿਸ਼ ਕੀਤਾ ਔਰ ਸਾਰਿਆਂ ਦੇ ਨਾਲ। ਹੁਣ ਜਿੱਦਾਂ ਆਹ ਜਿਹੜੀ ਚਿੱਠੀ ਹੈ ਗੁਰਬਾਣੀ ਦੇ ਰਾਜ ਤੇ ਜਿਹੜੇ ਮੈਂ ਫੈਮਿਨ ਵਾਸਤੇ ਜਿਹੜੀ ਲਈ ਹੈ, ਇਹ ਪ੍ਰਿੰਟ ਹੋਈ ਹੈ 14 ਅਪ੍ਰੈਲ 1900 'ਚ। ਦੇਖੀ 14 ਅਪ੍ਰੈਲ ਦੇਖੀਏ ਤੇ ਸਭ ਵਾਸਤੇ ਇੱਕ ਡੇਟ ਹੈ, ਲੇਕਿਨ ਸਾਡੇ ਵਾਸਤੇ ਵਿਸਾਖੀ ਹੈ। ਇਹਦਾ ਮਤਲਬ ਕਿਤੇ ਇਹ ਇਕੱਠੇ ਹੁੰਦੇ ਸੀਗੇ। ਹੁਣ ਇਕੱਠੇ ਹੋ ਕੇ ਕੀ ਕਰਦੇ ਆ ਇਹ ਮੈਨੂੰ ਹਾਲੇ ਇਨਫੋਰਮੇਸ਼ਨ ਨਹੀਂ ਮਿਲੀ, ਲੇਕਿਨ ਇਹ ਜੋ ਮੀਡੀਆ 'ਚ ਇੱਕ ਪ੍ਰੈਸ ਰਿਲੀਜ਼ ਦੇ ਰਹੇ ਨੇ, ਇਟ ਮੀਨਸ ਕਿਤੇ ਕਲੈਕਟਿਵਲੀ ਇਕੱਠੇ ਹੋ ਕੇ ਰਿਲੀਜੀਅਸ ਕੰਮ ਐਕਟੀਵਿਟੀਜ਼ ਕਰ ਰਹੇ ਸੀਗੇ। ਤਾਂ ਇਹ ਇਹਨਾਂ ਨੇ ਅਪਰੋਚ ਕੀਤੀ ਕਿ ਸਾਰੇ ਸਿੱਖ ਪੜ੍ਹ ਲੈਣਗੇ। ਜੇ ਉਹ 100-150 ਸਿੱਖ ਸੀਗੇ ਤੇ ਇਹਦਾ ਮਤਲਬ ਈਸਟਰਨ ਸਟੇਟਸ ਵਿੱਚ ਕੁਝ ਹੁੰਦਾ ਹੋਏਗਾ। ਹਾਲੇ ਮੈਂ ਉਸ ਪਾਸੇ ਜ਼ਿਆਦਾ ਰਿਸਰਚ ਨਹੀਂ ਕੀਤੀ ਹੈ, ਲੇਕਿਨ ਲੋਕ ਜਿਹੜੇ ਇੱਥੇ ਆਏ ਸੀਗੇ ਸਿੱਖ, ਉਧਰ ਫੈਮਿਲੀ ਲਿਆਉਣਾ ਅਲਾਉਡ ਸੀ ਸਿਡਨੀ ਮੈਲਬਰਨ ਵੱਲ, ਤੇ ਉਹਨਾਂ ਨੇ ਜ਼ਿਆਦਾ ਵੱਡੇ ਲੈਵਲ ਤੇ ਕੰਮ ਕੀਤੇ। ਲੇਕਿਨ ਹਾਲੇ ਉੱਧਰ ਕਿਸੇ ਨੇ ਇੰਨੀ ਜ਼ਿਆਦਾ ਰਿਸਰਚ ਨਹੀਂ ਕੀਤੀ ਹੈ। ਲੇਕਿਨ ਜਿਹੜੀ ਉਹਨਾਂ ਦੀ ਲਾਈਫ ਸਟਾਈਲ ਹੈ ਕਈਆਂ ਦੀ, ਜਿਸ ਤਰ੍ਹਾਂ ਹੁਣ ਇੱਕ ਗੁਰਸਿੱਖ ਸੀਗੇ, ਉਹਨਾਂ ਦੀ ਗੁਰਬਾਣੀ ਦੀ ਮੈਂ ਗੱਲ ਕਰਦਾ, ਉਹ ਇੱਕ ਦਿਨ ਆਪਣੇ ਪਿੰਡ ਪਹੁੰਚੇ। ਇੱਥੇ ਕਈ ਤੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਊਠਾਂ ਦੇ ਨਾਲ, ਕਈ ਘੋੜੇ ਦੇ ਗੱਡਿਆਂ ਤੇ ਸਮਾਨ ਜਾ ਕੇ ਪਿੰਡਾਂ 'ਚ ਵੇਚਦੇ ਹੁੰਦੇ ਸੀਗੇ। ਉਹ ਜਦੋਂ ਪਿੰਡ 'ਚ ਗਏ ਤੇ ਦੇਖਿਆ ਸਾਰੇ ਪਿੰਡ ਵਾਲੇ 170 ਲੋਕ ਖੜੇ ਉਹਨਾਂ ਦੇ ਵੈਲਕਮ ਕਰਨ ਵਾਲੇ ਹੈਗੇ, ਤੇ ਇਹ ਫੇਰੀ ਵਾਲੇ ਹੀ ਨੇ। ਜਿੱਦਾਂ ਪਿੰਡ 'ਚ ਕੋਈ ਰੇੜੀ ਲੈ ਕੇ ਆ ਗਿਆ ਤੇ ਇਹ ਗੱਡੇ ਆਪਣੇ ਘੋੜੇ ਦੇ ਗੱਡੇ ਤੇ ਲੈ ਕੇ ਗਏ ਸਮਾਨ। ਇਹਨਾਂ ਦਾ ਬਰਥਡੇ ਸੀਗਾ, ਹੀ ਵਾਜ਼ ਅਬਾਊਟ 80 ਐਟ ਦੈਟ ਟਾਈਮ। ਤੇ ਉਹਨਾਂ ਪਿੰਡ ਵਾਲਿਆਂ ਨੇ 170 ਬੰਦਿਆਂ ਨੇ 80 ਮੋਮਬੱਤੀਆਂ ਲਾਈਆਂ ਹੋਈਆਂ ਸੀ ਔਰ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਸਾਜ਼ ਬੁਝਾਓ। ਹੁਣ ਇੱਕ ਐਕਟੀਵਿਟੀ ਹੋ ਰਹੀ ਹੈ, ਇੱਕ ਪਾਰਟੀ ਹੋ ਰਹੀ ਹੈ। ਹੁਣ ਤੁਸੀਂ ਦੇਖੋ ਕਿ ਸਾਰੇ ਗੋਰੇ ਨੇ, ਆਸਟ੍ਰੇਲੀਅਨ ਪਿੰਡ ਦੇ ਨੇ, ਇੱਕ ਸਿੱਖ ਹੌਕਰ ਨੂੰ ਸਰਪ੍ਰਾਈਜ਼ ਬਰਥਡੇ ਪਾਰਟੀ ਦੇ ਰਹੇ। ਹੁਣ ਇਸ ਇੰਸੀਡੈਂਟ ਤੋਂ ਕਿੰਨੀ ਚੀਜ਼ਾਂ ਨਿਕਲਦੀਆਂ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਇੰਟਰਪ੍ਰੇਟ ਕਰਦੇ ਹੋ ਕਿ ਇਹਨਾਂ ਦਾ ਭਾਈਚਾਰਾ, ਇਹਨਾਂ ਦਾ ਇੰਟਰੈਕਸ਼ਨ ਸੋਸਾਇਟੀ 'ਚ ਕਿੰਨਾ ਜ਼ਿਆਦਾ ਹੋਏਗਾ, ਪਿਆਰ ਮੁਹੱਬਤ ਆਪਸ 'ਚ। ਇਹ ਔਰ ਉੱਥੇ ਡਿਸਕ੍ਰਾਈਬ ਹੈ ਕਿ ਹੀ ਵਾਜ਼ ਵੈਰੀ ਟਾਲ ਵੇਅਰਿੰਗ ਹਿਸ ਟਰਬਨ, he was more than 6-7 feet high and very respected, very articulately dressed, very smart,
ਹੀ ਇਜ਼ ਅਬਾਊਟ 80 80 ਸਾਲ ਦਾ ਇੱਕ ਫੇਰੀ ਵਾਲਾ ਜਿਹਨੂੰ ਕਿ ਇੱਕ ਸਰਪ੍ਰਾਈਜ਼ ਮਤਲਬ ਕਿੰਨਾ ਜ਼ਿਆਦਾ ਪਿਆਰ ਮੁਹੱਬਤ ਰੱਖ ਰਿਹਾ ਔਰ ਉਹਦੀ ਜੀ ਡਿਸਕ੍ਰਾਈਬ ਕਰ ਰਹੇ ਨਿਊਜ਼ ਆਰਟੀਕਲ 'ਚ। ਸੋ ਇਹ ਛੋਟੇ ਛੋਟੇ ਪੀਸਸ ਤੋਂ ਅਸੀਂ ਇੰਟਰਪ੍ਰੇਟ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰਬਾਣੀ ਤੇ ਇਹ ਲੋਕ ਚੱਲਦੇ ਰਹੇ ਹੋਣੇ ਆ। ਬਿਲਕੁਲ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਲਰਨਿੰਗ ਹੈ ਕਿ ਸਾਨੂੰ ਕਦੀ ਕਦੀ ਲੱਗਦਾ ਹੈ ਕਿ ਅਸੀਂ ਜਿਵੇਂ ਮੈਂ ਦੇਖੇ ਨੇ ਮੇਰੇ ਆਪ ਦੇ ਦੋਸਤ ਵੀ ਕਿ ਉਹ ਜੇ ਇੰਡੀਆ ਨੂੰ ਛੱਡ ਕੇ ਜਾਣ ਤੋਂ ਸਭ ਤੋਂ ਪਹਿਲਾਂ ਇੰਡੀਆ ਛੱਡਦੇ ਨੇ ਮਤਲਬ ਉਸ ਤੋਂ ਛੱਡਣ ਤੋਂ ਪਹਿਲਾਂ ਉਹ ਆਪਣਾ ਕਿਰਦਾਰ ਛੱਡ ਦਿੰਦੇ ਨੇ, ਆਪਣਾ ਸਰੂਪ ਛੱਡ ਦਿੰਦੇ ਨੇ। ਤੇ ਮੈਨੂੰ ਇਦਾਂ ਲੱਗਦਾ ਵੀ ਜੇ ਇੱਥੋਂ ਇਹ ਵੀ ਮੈਨੂੰ ਪ੍ਰੇਰਨਾ ਇਹ ਮਿਲਦੀ ਪਈ ਹੈ ਕਿ ਜੇ ਆਪਾਂ ਗੁਰੂ ਨੂੰ ਨਾਲ ਲੈ ਕੇ ਚੱਲੀਏ, ਗੁਰੂ ਨੂੰ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਲਾਈਫ ਸਟਾਈਲ ਦੇ ਹਿਸਾਬ ਨਾਲ ਆਧਾਰਿਤ ਰੱਖੀਏ ਤਾਂ ਉਹ ਸਾਰੇ ਆਪਣੇ ਆਪ ਹੀ ਮਿਲ ਜਾਂਦੇ ਨੇ। ਉਹ ਸਾਡਾ ਆਪਣਾ ਡਰ ਹੁੰਦਾ ਹੈ ਕਿ ਮੈਨੂੰ ਕੋਈ ਐਕਸੈਪਟ ਨਹੀਂ ਕਰੇਗਾ ਜਾਂ ਮੈਨੂੰ ਕੀ ਕਹਿੰਦੇ ਮੇਰੀ ਟਰਬਨ ਨੂੰ ਕੋਈ ਸਵਾਲ ਪੁੱਛੇਗਾ, ਪਰ ਜੇ ਮੈਂ ਆਪਣੇ ਕਿਰਦਾਰ ਨੂੰ ਇੱਕ ਜਿਹੜਾ ਗੁਰੂ ਵਾਲਾ ਕਿਰਦਾਰ ਬਣਾ ਕੇ ਰੱਖਾਂ ਗੁਰਬਾਣੀ ਦੇ ਆਧਾਰ ਤੇ, ਤਾਂ ਆਈ ਥਿੰਕ ਉਹ ਮੈਂ ਸਾਰਿਆਂ ਨੂੰ ਹੀ ਮਤਲਬ ਹੁੰਦਾ ਨਾ ਵੀ ਹਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਵੀ ਉਹ ਸਾਰਿਆਂ ਦਾ ਪਿਆਰਾ ਆਪੇ ਹੀ ਬਣ ਜਾਂਦਾ। ਤੇ ਬਹੁਤ ਖੂਬ ਵੀਰ ਜੀ। ਜੀ ਵੀਰ ਜੀ ਇਹਦੇ ਚ ਇੱਕ ਮੈਂ ਗੱਲ ਕਰਨੀ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਕਿਹਾ ਆਪਣਾ ਕਿਰਦਾਰ ਛੱਡ ਦਿੰਦੇ ਆ। ਹੁਣ ਮੇਰੀ ਰਿਸਰਚ 'ਚ ਜਿੱਥੇ ਤੇ ਟੈਕਸਟ ਡੇਟਾ ਹੈ ਉੱਥੇ ਤੇ ਮੈਂ ਸਿੱਖ ਸਰਚ ਕਰ ਲਿਆ, ਤੇ ਜਿਹੜੀ ਫੋਟੋਗ੍ਰਾਫਿਕਲ ਐਵੀਡੈਂਸ ਉੱਥੇ ਇੱਥੇ ਮੁਸਲਮਾਨ ਵੀ ਕਾਫੀ ਸੀ ਉਸ ਜ਼ਮਾਨੇ 'ਚ, ਤੇ ਦਾੜੀ ਪੱਗ ਵਾਲੇ ਬਲੋਚ, ਪਠਾਨ, ਅਫਗਾਨ ਸਾਰੇ ਹੁੰਦੇ ਸੀਗੇ। ਇੱਥੇ ਹਿਸਟਰੀ 'ਚ ਕਈ ਥਾਵਾਂ ਤੇ ਨਾਂ ਲਿਖਿਆ ਹੋਇਆ ਸਿੱਖਾਂ ਦਾ, ਲੇਕਿਨ ਕਿਹਾ ਗਿਆ ਅਫਗਾਨ, ਕਿਉਂਕਿ ਜਨਰਲ ਇੰਪ੍ਰੈਸ਼ਨ ਜਨਰਲ ਵਰਡ ਐਸੇ ਲੋਕਾਂ ਦਾ ਸੀਗਾ ਕਿ ਅਫਗਾਨ ਹੁੰਦੇ ਆ, ਕਿਉਂਕਿ ਬ੍ਰਿਟਿਸ਼ ਦੀ ਅਫਗਾਨ ਨਾਲ ਬੜੀ ਲੜਾਈ ਚੱਲਦੀ ਸੀ ਕਈ ਸਾਲ। ਲੇਕਿਨ ਅੱਜ ਮੇਰੀ ਰਿਸਰਚ 'ਚ ਜਿੱਦਾਂ ਮੈਂ ਸਿੱਖ ਔਰ ਸਿੰਘ ਟੈਕਸਟ ਡੇਟਾ 'ਚ ਫੋਟੋ 'ਚ ਪੱਗ ਲੱਭ ਲੈਣਾ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਜਿਹੜੀ ਪਰਟੀਕੂਲਰ ਸਟਾਈਲ ਆਫ ਪੱਗ ਹੈ ਇਹ ਸਿੱਖ ਹੈ। ਜੇ 10 ਪੱਗ ਵਾਲੇ ਖੜੇ ਅਸੀਂ ਈਜ਼ੀਲੀ ਆਈਡੈਂਟੀਫਾਈ, ਇਹ ਸਿਰਫ ਅਸੀਂ ਕਰ ਸਕਦੇ ਹਾਂ, ਹੋਰ ਕੋਈ ਨਹੀਂ ਕਰ ਸਕਦਾ। ਲੇਕਿਨ ਜੋ ਤੁਸੀਂ ਗੱਲ ਕੀਤਾ ਕਿ ਕਿਰਦਾਰ ਛੱਡ ਦਿੰਦੇ ਆ, ਇੱਕ ਬੜੀ ਸਿੰਪਲ ਕਹਾਣੀ ਕਿ ਜਿਹੜਾ ਇਤਿਹਾਸ ਭੁੱਲ ਜਾਂਦਾ ਨਾ, ਇਤਿਹਾਸ ਉਹਨੂੰ ਭੁੱਲ ਜਾਂਦਾ। ਜੇ ਅਸੀਂ ਆਪਣਾ ਛੱਡਤਾ ਅੱਜ ਤੋਂ 100-2 ਸਾਲ ਬਾਅਦ ਇਹਨਾਂ ਲੋਕਾਂ ਦੇ ਜੋ ਮਰਜ਼ੀ ਅਚੀਵ ਕਰ ਲੈਣ ਉਹ ਲਾਈਫ 'ਚ, ਉਹ ਹਿਸਟਰੀ 'ਚ ਖਤਮ ਹੋ ਜਾਣਗੇ। ਜੇ ਆਪਣਾ ਨਾਂ ਵੀ ਛੱਡ ਰਹੇ, ਜਿੱਦਾਂ ਆਪਾਂ ਕਿੰਨਾ ਗਲਤ ਕਰਦੇ ਹਾਂ ਕਿ ਅਸੀਂ ਨਾਂ ਸਿੰਘ ਦੇ ਪਿੱਛੇ ਵੀ ਆਪਣਾ ਇੱਕ ਹੋਰ ਕੋਈ ਵਰਡ ਐਡ ਕਰ ਦਿੰਦੇ ਹਾਂ, ਕੋਈ ਜਾਤ ਹੈ, ਕੋਈ ਪਿੰਡ ਦਾ ਨਾਂ ਜਾਂ ਕੋਈ ਹੈ। ਮੇਰੀ ਰਿਸਰਚ ਦੇ ਅਕੋਰਡਿੰਗਲੀ 1930-40 ਤੱਕ ਦੀ ਜਿਹੜੀ ਮੇਰੀ ਰਿਸਰਚ ਹੈ ਵੈਸਟਰਨ, ਕਿਸੇ ਵੀ ਸਿੱਖ ਦੇ ਪਿੱਛੇ ਸਿੰਘ ਦੇ ਬਾਅਦ ਕੋਈ ਵਰਡ ਨਹੀਂ ਲੱਗਾ ਹੋਇਆ ਸੀ, ਇੱਕ ਵੀ ਨਹੀਂ ਸੀ। ਹੁਣ ਅਸੀਂ ਕਿੰਨੇ ਸਭ ਦੇ ਨਾਂ ਦੇ ਅੱਗੇ ਲੱਗਾ ਹੋਇਆ, ਇਹ ਅਸੀਂ ਗਲਤ ਕਰ ਰਹੇ ਹਾਂ, ਇਹ ਅਸੀਂ ਫਿਲਾਸਫੀ ਦੇ ਅਗੇਂਸਟ ਚੱਲ ਰਹੇ ਹਾਂ, ਇਹ ਸਾਨੂੰ ਖਤਮ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਮੈਂ ਕਹਿੰਦਾ ਵੀ ਜਿੰਨਾ ਆਪ ਜੀ ਦੇ ਨਾਲ ਮੈਂ ਗੱਲ ਕਰਦਾ ਜਾਵਾਂ ਤੇ ਰਿਸਰਚ ਦੇ ਬਾਰੇ ਆਪਾਂ ਸਾਂਝ ਪਾਉਂਦੇ ਰਹੀਏ, ਮੈਨੂੰ ਲੱਗਦਾ ਆਪਾਂ ਪਤਾ ਨਹੀਂ ਕਿੰਨੀਆਂ ਹੀ ਡਾਇਮੈਂਸ਼ਨਸ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ। ਸਮਾਂ ਸਾਡਾ ਵੀਰ ਜੀ ਆਲਮੋਸਟ ਡਨ ਹੀ ਹੈਗਾ, ਬਟ ਮੈਂ ਇੱਕ ਸਵਾਲ ਜ਼ਰੂਰ ਸਾਡੇ ਵੀਰ ਜੀ ਨੇ ਕਿਸੇ ਨੇ ਪੁੱਛਿਆ ਕਿ ਹਜੇ ਵੀ ਵੈਸਟਰਨ ਆਸਟ੍ਰੇਲੀਆ ਦੇ ਅੰਦਰ ਕੋਈ ਸਾਡੇ ਜਿਹੜੇ ਜਿਵੇਂ ਹੁਣ ਮੱਸਾ ਸਿੰਘ ਜੀ ਦੀ ਆਪ ਜੀ ਨੇ ਗੱਲ ਕੀਤੀ, ਤੇ ਕੀ ਉੱਥੇ ਹਜੇ ਵੀ ਕੋਈ ਹੋਂਦ ਵਿੱਚ ਨੇ ਜਿਨ੍ਹਾਂ ਦੀ ਆਪਾਂ ਰਿਸਰਚ ਲੈ ਕੇ ਆ ਰਹੇ ਉਹਨਾਂ ਦੇ ਅੱਗੇ ਬੱਚਿਆਂ ਦੇ ਬੱਚੇ, ਜਿਵੇਂ ਆਪ ਜੀ ਨੇ ਕਿਹਾ ਸ਼ਮਸ਼ੇਰ ਸਿੰਘ ਜੀ ਬਾਰੇ ਗੱਲ ਕੀਤੀ ਉਹਨਾਂ ਨੇ? ਹਾਂਜੀ ਹੈਗੇ ਨੇ, ਮਿਲਦੇ ਪਏ ਨੇ। ਹਾਂ, ਉਹਨਾਂ ਚੋਂ ਕਈ ਐਬਰੀਜਨਿਸ ਨਾਲ ਵੀ ਨੇ, ਇੱਕ ਉਹ ਵੀ ਐਸਪੈਕਟ ਹੈ ਹਿਸਟਰੀ ਦਾ ਜਿਹੜਾ ਰਿਸਰਚ ਕਰ ਰਹੇ ਹਾਂ ਸਾਈਡ ਤੇ, ਹੈਗੇ ਨੇ ਡਿਸੈਂਡੈਂਟਸ। ਓਕੇ ਸਮਾਂ ਘੱਟ ਹੈ। ਐਸੀ ਇੱਕ ਬਹੁਤ ਬੜੀ ਕਈ ਇੰਟਰਸਟਿੰਗ ਸਟੋਰੀਜ਼ ਨੇ, ਵੈਰੀ ਇੰਸਪਾਇਰਿੰਗ। ਅਸੀਂ ਅਗਲੇ ਟਾਈਮ ਜੇ ਮੌਕਾ ਮਿਲਿਆ ਰੂਬਰੂ ਹੋਣ ਦਾ ਤਾਂ ਫਿਰ ਅਸੀਂ ਡਿਸਕਸ ਕਰ ਸਕਦੇ ਹਾਂ। ਬਿਲਕੁਲ ਵੀਰ ਜੀ। ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਆਪਾਂ ਵੀਰ ਜੀ ਨੂੰ ਹੁਣ ਫੜ ਲਿਆ, ਵੀਰ ਜੀ ਦਾ ਨੰਬਰ ਆਪਾਂ ਲੈ ਲਿਆ, ਤੇ ਵੀਰ ਜੀ ਤੋਂ ਆਪਾਂ ਉਹਨਾਂ ਦੀ ਜਿਹੜੀ ਸਿੱਖ ਆਸਟ੍ਰੇਲੀਅਨ ਹੈਰੀਟੇਜ ਵੈਬਸਾਈਟ ਹੈ, ਪਲੀਜ਼ ਮੈਂ ਉਹ ਰეკਮੈਂਡ ਕਰਾਂਗਾ ਕਿ ਆਪਾਂ ਸਾਰੇ ਜ਼ਰੂਰ ਵੇਖੀਏ। ਤੇ ਅੰਤਲਾ ਸਮਾਂ ਵੀਰ ਜੀ, ਕਿਉਂਕਿ ਮੇਰਾ ਮਨ ਤਾਂ ਨਹੀਂ ਕਰ ਰਿਹਾ, ਤੇ ਮੈਨੂੰ ਲੱਗਦਾ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਨਹੀਂ ਕਰ ਰਿਹਾ ਹੋਏਗਾ, ਬਟ ਇੱਕ ਲਾਸਟ ਦਾ ਸਵਾਲ ਜ਼ਰੂਰ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਸਾਡੇ ਨਾਲ ਬੱਚੇ ਜੁੜੇ ਨੇ ਜਿਨ੍ਹਾਂ ਨੇ ਉੱਦਮ ਬਾਰੇ ਗੁਰਮਤ ਕਲਾਸਿਸ ਲਾਈਆਂ ਨੇ, ਉਹਦੇ ਵਿੱਚ ਫਿਜ਼ੀਕਲ ਚੈਲੰਜਸ, ਮੈਂਟਲ ਚੈਲੰਜਸ, ਗੁਰਬਾਣੀ ਕਿਵੇਂ ਸਹਾਈ ਹੁੰਦੀ ਹੈ। ਤੇ ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦਾ ਕਿ ਆਪ ਜੀ ਦੇ ਇੰਨੇ ਜ਼ਿਆਦਾ ਮਤਲਬ ਗੁਰੂ ਇਤਿਹਾਸ ਦੇ ਨਾਲ, ਸਿੱਖ ਦੇ ਨਾਲ, ਸਿੱਖ ਵਿਰਾਸਤ ਦੇ ਨਾਲ ਜੁੜਨ ਦੇ ਨਾਲ ਕੀ ਮੈਸੇजेस, ਕੀ ਲੈਸਨਸ ਹੋਣਗੇ ਬੱਚਿਆਂ ਵਾਸਤੇ, ਉਹ ਕਿਵੇਂ ਆਪਣੇ ਗੋਲਸ ਜਾਂ ਆਪਣੀ ਜ਼ਿੰਦਗੀ ਨੂੰ ਜੀ ਸਕਣ? ਜਿੱਦਾਂ ਆਪਣੇ ਮੈਂ ਹਿਸਟਰੀ ਹੈਰੀਟੇਜ ਦੇ ਪੁਆਇੰਟ ਨਾਲ ਗੱਲ ਕਰਾਂਗਾ ਕਿ ਜਿਹੜੇ ਆਪਣੇ ਐਲਡਰਸ ਨੇ ਉਹਨਾਂ ਦੀ ਗੱਲ ਜ਼ਰੂਰ ਸੁਣੀਏ, ਉਹਨਾਂ ਦੇ ਆਖੇ ਲੱਗੀਏ, ਉਹਨਾਂ ਦਾ ਐਕਸਪੀਰੀਅੰਸ ਹੈ ਲਾਈਫ ਦਾ, ਉਹਨੂੰ ਨਹੀਂ ਭੁੱਲਣਾ, ਉਹਨਾਂ ਦੀ ਗਾਈਡੈਂਸ ਨੂੰ ਨਹੀਂ ਛੱਡਣਾ। ਸੈਕੰਡ, ਜਿਹੜੀ ਸਾਡੀ ਆਪਣੀ ਇਨਰ ਵੌਇਸ ਹੈ, ਜਿਹੜੀ ਕੌਨਸ਼ੀਅਸਨੈਸ ਕਹਿ ਲਈਏ ਜਾਂ ਜਿਹੜੀ ਆਪਣੀ ਵੌਇਸ ਹੈ, ਉਹ ਹਮੇਸ਼ਾ ਅਨਸੈਲਫਿਸ਼ ਹੁੰਦੀ ਹੈ।
ਉਸ ਚੀਜ਼ ਨੂੰ ਅਗਰ ਅਸੀਂ ਫੋਲੋ ਕਰੀਏ ਤੇ ਜੋ ਵੀ ਕੰਮ ਕਰਾਂਗੇ ਨਾ ਉਹ ਅਸੀਂ ਪੂਰਾ ਇੰਜੋਏ ਕਰਾਂਗੇ। ਇਹ ਨਹੀਂ ਕਿ ਜਿੱਦਾਂ ਮੈਂ ਕੰਪੀਟੀਸ਼ਨ ਦਿੱਤਾ ਤੇ ਮੇਰੇ ਦੋਸਤ ਨੇ ਵੀ ਦਿੱਤਾ, ਇੱਕ ਦਾ ਐਡਮਿਸ਼ਨ ਏਮਸ 'ਚ ਹੋ ਗਿਆ ਦਿੱਲੀ, ਔਰ ਮੇਰਾ ਐਡਮਿਸ਼ਨ ਨਹੀਂ ਹੋਇਆ ਤੇ ਮੈਂ ਉਹਦੇ ਨਾਲ, ਇਹ ਇੱਕ ਨੈਚੁਰਲ ਟੈਂਡੈਂਸੀ ਹੈ, ਡਿਵੈਲਪ ਹੋ ਜਾਂਦੀ ਹੈ। ਜੈਲਸੀ ਫੈਕਟਰ ਤੇ ਡਿਵੈਲਪ ਹੁੰਦਾ ਹੈ। ਅਸੀਂ ਇਸ ਤਰ੍ਹਾਂ ਦੇ ਜਿਹੜੇ ਕੰਮ ਕਰੀਏ ਸਾਨੂੰ 100% ਖੁਸ਼ੀ ਮਿਲਦੀ ਪਈ ਹੈ, ਔਰ ਖੁਸ਼ੀ ਐਕਵਾਇਰ ਕਰਨ 'ਚ ਨਹੀਂ ਹੈ, ਖੁਸ਼ੀ ਸਪਰੈਡ ਕਰਨ, ਸ਼ੇਅਰ ਕਰਨ 'ਚ। ਉਹ ਕੰਮ ਅਗਰ ਕੀਵਰਡ ਲੈ ਕੇ ਚੱਲਾਂਗੇ ਨਾ, ਅਸੀਂ ਜਿਹੜਾ ਵੀ ਉਦਮ ਕਰਾਂਗੇ ਅਸੀਂ ਪੂਰਾ ਨੂੰ ਇੰਜੋਏ ਕਰਾਂਗੇ। ਬਿਲਕੁਲ ਹਾਂਜੀ ਬਿਲਕੁਲ, ਮੈਨੂੰ ਲੱਗਦਾ ਜਿਹੜਾ ਜਿਹੜਾ ਸੇਵਾ ਦਾ ਜਿਹੜਾ ਸਿਧਾਂਤ ਹੈ ਉਹ ਕਿਤੇ ਨਾ ਕਿਤੇ ਕੀ ਕਹਿੰਦੇ ਆ ਸਾਡੇ ਨਾਲ ਚੱਲਦਾ ਆ ਰਿਹਾ। ਤੇ ਜਿਹੜੇ ਉਹ ਜੇ ਆਪਾਂ ਕਰੋਨਾ ਵਾਇਰਸ ਦੀ ਜਿਵੇਂ ਆਪ ਜੀ ਨੇ ਸਾਂਝ ਪਾਈ ਕਿ ਆਪਾਂ ਲੰਗਰ ਦੀ ਸੇਵਾ ਕਰਦੇ ਹਾਂ, ਉੱਥੇ ਨਾਲ ਦੀ ਨਾਲ ਅਸੀਂ ਬੱਚਿਆਂ ਨਾਲ ਇਹ ਵੀ ਸਾਂਝ ਪਾ ਰਹੇ ਹਾਂ ਵੀ ਇੱਕ ਇੱਕ ਸੇਵਾ ਅਸੀਂ ਇਹ ਵੀ ਕਰੀਏ, ਇੱਕ ਉੱਦਮ ਇਹ ਵੀ ਕਰੀਏ ਕਿ ਅਸੀਂ ਗੁਰਬਾਣੀ ਨੂੰ ਪੜ੍ਹੀਏ, ਇਤਿਹਾਸ ਪੜ੍ਹੀਏ। ਹੋਰ ਜਿਵੇਂ ਜਿਵੇਂ ਮੈਂ ਦੇਖ ਸਕਦਾ ਕਿ ਜਦ ਮੈਂ ਆਪ ਜੀ ਨਾਲ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਤੇ ਅੱਜ ਵੀ ਮਤਲਬ ਇੰਨੇ ਸਾਲ ਦੀ ਰਿਸਰਚ ਤੋਂ ਬਾਅਦ ਵੀ ਆਪ ਜੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਨਾ, ਐਕਸਾਈਟਿਡ ਹੋ ਕੇ ਗੱਲ ਕਰਦਾ ਕਿ ਮੇਰੇ ਕੋਲ ਹੋਰ ਬਹੁਤ ਨੇ, ਮੈਂ ਹੋਰ ਬਹੁਤ ਕਰਨਾ ਤੇ ਉਹ ਜਿਹੜਾ ਪਿਆਰ ਹੈ ਉਹ ਮੈਨੂੰ ਲੱਗਦਾ ਆਪਾਂ ਜੇ ਕਰੀਏ ਤਾਂ ਕਿਤੇ ਨਾ ਕਿਤੇ ਗੁਰੂ ਸਾਡੀ ਸਹਾਈ ਬਹੁਤ ਹੁੰਦੇ ਨੇ। ਤੇ ਅੱਛਾ, ਇੱਕ ਕੁਐਸਚਨ ਸਾਡੇ ਕੋਲ ਆਇਆ ਕਿ ਅੱਛਾ, ਉਹਨਾਂ ਨੇ ਇੱਕ ਬੜਾ ਹੀ ਜਿਵੇਂ ਆਪਾਂ ਕਹਿ ਲਈਏ ਕਿ ਸੱਚਾ ਸਵਾਲ ਹੈ। ਉਹ ਕਹਿੰਦੇ ਨੇ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਅੰਦਰਲੀ ਆਵਾਜ਼ ਹੈਗੀ, ਜਿਹੜੀ ਸਾਡੀ ਕੌਨਸ਼ੀਅਸ ਹੈ, ਜਿਹੜੀ ਹਮੇਸ਼ਾ ਸੱਚ ਬੋਲਦੀ ਹੈ, ਜਾਂ ਆਪਾਂ ਕਹੀਏ ਜਿਹੜਾ ਪਰਮਾਤਮਾ ਅੰਦਰ ਵਸਦਾ ਹੈ ਸਾਡਾ, ਤੇ ਜਿਹੜੇ ਜਿਹੜੇ ਥਾਟਸ ਮੇਰੇ ਮਨ ਵਿੱਚ ਆ ਰਹੇ ਨੇ ਜਾਂ ਜਿਹੜੇ ਮੈਂ ਕਾਰਜ ਕਰਨਾ ਚਾਹੁੰਦਾ, ਉਹ ਇੱਕ ਗੈਪ ਜਿਹਾ ਕ੍ਰੀਏਟ ਹੋ ਜਾਂਦਾ ਮਤਲਬ ਮੇਰੇ ਸੱਚ ਦੇ ਵਿੱਚ ਜੋ ਮੈਂ ਜਾਣਦਾ ਹਾਂ ਤੇ ਉਹਨੂੰ ਪ੍ਰੈਕਟੀਕਲ ਤੌਰ ਤੇ ਇੰਪਲੀਮੈਂਟ ਕਰਨ ਦੇ ਵਿੱਚ। ਕਦੀ ਆਪ ਜੀ ਦੇ ਨਾਲ ਏਦਾਂ ਹੋਇਆ? ਨਹੀਂ, ਮੈਂ ਜਿੱਦਾਂ ਕੋਈ ਥਾਟ ਆਇਆ ਤੇ ਮੈਂ ਉਹਨੂੰ ਅਟੈਂਪਟ ਕਰ ਲੈਣਾ ਕਿ ਹਾਂ ਇਹਨੂੰ ਸਟਾਰਟ ਕਰੀਏ। ਕਿਸੇ ਨਾਲ ਸਲਾਹ ਕਰ ਲਈ, ਵਾਈਫ ਨਾਲ ਕਰ ਲਈ, ਫੈਮਿਲੀ ਨਾਲ, ਯਾਰ ਦੋਸਤ ਕਿਸੇ ਨਾਲ ਕਰ ਲਈ, ਥੋੜ੍ਹਾ ਜਿਹਾ ਹੰਗਾਰਾ ਇੱਕ ਵਾਰੀ ਕਿ ਜਿੱਦਾਂ 11 ਹੋ ਜਾਂਦਾ, ਉਹਦਾ ਇੱਕ ਪਰਸਪੈਕਟਿਵ ਆਉਂਦਾ, ਨਹੀਂ ਯਾਰ ਇਹ 'ਚ ਨਾ ਇਹ ਐਂਗਲ ਨਹੀਂ, ਇਹਨੂੰ ਇਸ ਤਰ੍ਹਾਂ ਕਰੀਏ। ਤੇ ਉਹ ਜੇ ਤੇ ਸਹੀ ਲੱਗਾ ਔਰ ਸਹੀ ਹੁੰਦਾ, ਕਿਉਂਕਿ ਉਹ ਵੀ ਅੰਦਰੋਂ ਬੋਲ ਰਿਹਾ, ਜਿਹੜੀ ਅੰਦਰਲੀ ਜਿਹੜੀ ਗੱਲ ਹੈ ਨਾ ਉਹ ਹਰ ਇੱਕ ਤੇ ਅਪਲਾਈ ਹੋਏਗੀ। ਜਿਹੜੀ ਚੀਜ਼ ਹੈ ਜਿਹੜੀ ਹਰ ਇੱਕ ਤੇ ਅਪਲਾਈ ਹੈ, ਮਤਲਬ ਉਹ ਠੀਕ ਹੈ, ਉਹਨੂੰ ਕਰ ਲੈਣਾ ਚਾਹੀਦਾ। ਕਿੱਥੇ ਜਿੱਥੇ ਵੀ ਪਹੁੰਚੇ, ਭਾਵੇਂ ਆਪਾਂ ਦੇਖੋ ਲੋਵੈਸਟ ਲੈਵਲ ਤੇ ਖੜੇ ਹਾਂ, ਜ਼ਮੀਨ ਤੇ ਖੜੇ ਹਾਂ, ਦੇਰ ਇਜ਼ ਨੋ ਹਾਰਮ ਇਨ ਟਰਾਈਂਗ। ਭਾਵੇਂ ਇੱਕ ਸਟੈਪ ਉੱਪਰ ਜਾਈਏ, ਭਾਵੇਂ 5, ਭਾਵੇਂ 10, ਅਸੀਂ ਜਿੱਥੇ ਵੀ ਪਹੁੰਚਾਂਗੇ ਉੱਥੇ ਇੰਜੋਏ ਹੀ ਕਰਾਂਗੇ ਕਿ ਤੁਹਾਡੇ ਐਫਰਟਸ ਸਿੰਸੀਅਰ ਨੇ। ਪਰ ਜੇ ਕੁਝ ਵੀ ਨਹੀਂ ਹੋਇਆ ਨਾ ਤਾਂ ਫਿਰ ਡਿੱਗਾਂਗੇ ਤਾਂ ਹੈ ਨਹੀਂ, ਕਿ ਆਪਾਂ ਲੋਵੈਸਟ ਤੇ ਖੜੇ ਹੀ ਹੈ ਨਾ, ਵੀ ਆਰ ਜ਼ੀਰੋ, ਵੀ ਆਰ ਡਸਟ, ਵੀ ਆਰ ਖਾਕ। ਤੇ ਖਾਕ ਨੂੰ ਜਿਸ ਤਰ੍ਹਾਂ ਵੀ ਜਿੰਨਾ ਵੀ ਉੱਪਰ ਚੁੱਕਾਂਗੇ ਉਹਨਾਂ ਇੰਜੋਏ ਹੀ ਕਰਾਂਗੇ। ਤੇ ਆਪਣੀ ਹੋਂਦ, ਆਪਣੀ ਬੇਸ ਨੂੰ ਕਦੀ ਨਾ ਛੱਡੀਏ। ਔਰ ਜਿਹੜੀ ਇਸ ਤਰ੍ਹਾਂ ਕੋਈ ਵੀ ਚੀਜ਼ ਹੈ, ਤੁਹਾਨੂੰ ਆਨਸਰ ਫਿਰ ਜਿਹੜਾ ਪਾਠ ਕਰਦੇ ਆ ਜਾਂ ਵਿਚਰਦੇ ਆ, ਉਹ ਤਾਂ ਕਿਤੇ ਨਾ ਕਿਤੇ ਮਿਲੇਗਾ। ਔਰ ਉਸ ਜਿਹੜੀ ਆਪਣੀ ਇਨਰ ਕੌਨਸ਼ੀਅਸ ਵੌਇਸ ਹੈ, ਉਸ 'ਤੇ ਉਪਰਾਲੇ ਕਰਾਂਗੇ, ਤੁਹਾਨੂੰ ਆਪ ਹੀ ਗਾਈਡੈਂਸ ਮਿਲੇਗੀ। ਉਹ 'ਤੇ ਬਹੁਤ ਜ਼ਿਆਦਾ ਸੋਚਣ ਦਾ ਨਹੀਂ ਹੈ, ਜੇ ਸਹੀ ਚੀਜ਼ ਹੈ ਨਾ ਉਹ ਆਪਣੇ ਆਪ ਤੁਹਾਨੂੰ ਗਾਈਡ ਕਰੀ ਜਾਏਗੀ। ਹੁਣ ਜਿਸ ਤਰ੍ਹਾਂ ਉਸ ਸੈਟਅਪ ਹੈ, ਅਸੀਂ ਨਹੀਂ ਜਾਣਦੇ ਸੀ ਦੂਸਰੇ ਨੂੰ, ਕਿੰਨਾ ਪਿਆਰਾ ਸੈਟਅਪ ਹੈ। ਅਗੇਨ ਵੀਰ ਹਰਪ੍ਰੀਤ ਵੀਰ ਜੀ ਦੇ ਫਿਰ ਉਹਨਾਂ ਦੇ ਫਾਦਰ ਨਾਲ ਚਲੇ ਜਾਂਦੇ ਆ, ਇਸ ਲੈਵਲ ਤੇ ਗੱਲ ਜਾਂਦੀ ਹੈ, ਮਤਲਬ ਵਰਡਸ ਨਹੀਂ ਹੈਗੇ ਨਾ। ਮੈਂ ਤੁਹਾਡੇ ਨਾਲ ਇੰਜੋਏ ਕਰ ਰਿਹਾ, ਸਾਰਿਆਂ ਨਾਲ, ਸਾਰੇ ਹੁਣ ਅੱਜ ਇਸ ਦੇ ਬਾਅਦ ਸਾਰੇ ਕਿੰਨੇ ਵਾਈਜ਼ ਹੋ ਗਏ, ਕਿਹੜਾ ਕਿਹੜਾ ਅੱਗੇ ਨਾਲ ਅਟੈਂਪਟ ਕਰਨਗੇ, ਉਹ ਮੇਰੀ ਖੁਸ਼ੀ ਹੈ। ਦਿਸ ਇਜ਼ ਵਾਟ ਆਈ ਹੈਵ ਇੰਜੋਇਡ, ਮੈਨੂੰ ਮਿਲ ਗਿਆ, ਔਰ ਜਿੰਨਾ ਐਕਸਪੈਕਟੇਸ਼ਨ ਹੈ ਉਸ ਨੂੰ 1000 ਟਾਈਮ ਜ਼ਿਆਦਾ ਮਿਲ ਗਿਆ ਮੈਨੂੰ, ਸੋ ਆਈ ਐਮ ਹੈਪੀ। ਬਿਲਕੁਲ ਵੀਰ ਜੀ, ਮੈਨੂੰ ਲੱਗਦਾ ਜਦ ਆਪ ਜੀ ਨਾਲ ਮੈਂ ਪਹਿਲਾਂ ਸਾਂਝ ਪਾ ਰਿਹਾ ਸੀ ਉਸ ਇੱਕ ਹੋਰ ਸਵਾਲ ਦੇ ਰਿਲੇਟਡ ਹੀ ਹੈ ਕਿ ਆਪਾਂ ਜੇ ਆਪਾਂ ਆਪਣੇ ਆਪ ਨੂੰ ਜ਼ੀਰੋ ਲੈਵਲ ਤੇ ਸਮਝ ਕੇ ਉਦਮ ਕਰਾਂਗੇ ਤੇ ਗੁਰੂ ਦੇ ਵੱਲ ਛੱਡ ਦਾਂਗੇ ਕਿ ਗੁਰੂ ਮੈਂ ਜ਼ੀਰੋ ਤੇ ਹਾਂ ਤੇ ਤੁਸੀਂ ਮੈਨੂੰ ਅੱਗੇ ਲੈ ਕੇ ਜਾਣਾ ਤੇ ਮੇਰੀ ਮੱਤ ਕੁਛ ਨਹੀਂ ਹੈ, ਆਪ ਜੀ ਆਪ ਹੀ ਮੈਨੂੰ ਡਰਾਈਵ ਕਰੋ, ਆਪ ਹੀ ਖਿੱਚ ਕੇ ਮੇਰਾ ਹੱਥ ਫੜ ਕੇ ਲੈ ਕੇ ਜਾ ਦਿਓ। ਜੇ ਮੈਂ ਥੱਲੇ ਗਿਰ ਵੀ ਪਾਵਾਂਗਾ ਤੇ ਮੈਨੂੰ ਲੱਗਦਾ ਕਿ ਮੈਂ ਗਿਰਾਂਗਾ ਨਹੀਂ, ਉਹ ਮੈਨੂੰ ਗੋਦੀ 'ਚ ਚੱਕ ਰਿਹਾ, ਬਟ ਮੈਨੂੰ ਲੱਗ ਰਿਹਾ ਕਿ ਮੈਂ ਗਿਰ ਰਿਹਾ, ਮੈਂ ਵਾਪਸ ਸ਼ੂਨਿਆ ਤੇ ਆ ਗਿਆ, ਬਟ ਕਦੀ ਨਹੀਂ ਬੰਦਾ ਆਉਂਦਾ। ਉਹਦਾ ਸਮਾਂ ਜਦੋਂ ਜਿਵੇਂ ਅਸੀਂ ਇਹ ਨਾ ਬੜਾ ਏਦਾਂ ਦਾ ਸਵਾਲ ਹੁੰਦਾ ਕਿ ਅਸੀਂ ਬੱਚੇ ਪੁੱਛਦੇ ਵੀ ਨੇ ਕਿ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ ਜੀ, ਸਾਨੂੰ ਫਾਇਦਾ ਤਾਂ ਹੋ ਨਹੀਂ ਰਿਹਾ, ਵੀ ਸਾਨੂੰ ਕੁਝ ਇੰਪਰੂਵਮੈਂਟ ਤਾਂ ਹੋ ਨਹੀਂ ਰਹੀ, ਤੇ ਆਪਾਂ ਬੜੇ ਹੀ ਜਿਵੇਂ ਉਹਦੇ ਅੰਦਰ ਗੱਲ ਵੀ ਕਰ ਦਿੰਦੇ ਹਾਂ, ਆਪਾਂ ਬੜਾ ਪਿੰਨ ਪੁਆਇੰਟ ਹੋ ਕੇ ਕਹਿ ਦਿੰਦੇ ਹਾਂ ਵੀ ਜਿਹਨਾਂ ਨੇ 20-20 ਸਾਲ ਪਾਠ ਕੀਤੇ ਹੈ ਉਹਨਾਂ ਨੇ ਕਿਹੜਾ ਕੁਝ ਇੰਪਰੂਵਮੈਂਟ ਆ ਗਈ। ਮੈਂ ਕਹਿੰਦਾ ਵੀ ਇਹ ਬਹੁਤ ਹੀ ਮਤਲਬ ਸੋਚ ਸਾਡੀ ਥੋੜੀ ਜਿਹੀ ਪਤਾ ਨਹੀਂ ਕਿਹੜੇ ਪਾਸੇ ਖਿਲਾਰੇ ਵਾਲੇ ਪਾਸੇ ਜਾ ਚੁੱਕੀ ਹੈ। ਜੇ ਆਪਾਂ ਆਪਣਾ ਇੱਕ ਉਦਮ ਕਰੀਏ, ਬੰਦੇ ਖੋਜ ਦਿਲ ਹਰ ਰੋਜ਼, ਤੇ ਉਦਮ ਦੀ ਜਿਹੜੀ ਗੱਲ ਹੈ ਉਹ ਜੇ ਮੈਂ ਦੂਜੇ ਵੱਲ ਸ਼ੁਰੂ ਕਰ ਰਿਹਾ ਕਿ ਮੈਂ ਦੂਜੇ ਨੂੰ ਗਿਆਨ ਦੇਣਾ ਤਾਂ ਸ਼ਾਇਦ ਮੇਰਾ ਉਦਮ ਨਹੀਂ ਰਹਿਣਾ।
ਮੈਂ ਆਪਣੇ ਤੌਰ ਤੇ ਜਿੰਨਾ ਕੁ ਛੋਟਾ ਉਦਮ ਕਿਉਂਕਿ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਅੱਜ ਮਿਲ ਰਹੇ ਹਾਂ ਐਸ ਇਫ ਆਲ ਥੈਂਕਸ ਟੂ ਕਰੋਨਾ ਵਾਇਰਸ ਹੀ ਮੈਂ ਕਹਾਂ ਕਿ ਆਪਾਂ ਆਨਲਾਈਨ ਗੁਰਮਤ ਕਲਾਸਿਸ ਕਰਨੀਆਂ ਸ਼ੁਰੂ ਕੀਤੀਆਂ ਨੇ, ਜਿਹਦੇ ਕਰਕੇ ਇਹ ਉਪਰਾਲਾ ਪੈਦਾ ਹੋਇਆ। ਟੀਮ ਸਾਰੀ ਰਲ ਕੇ ਗੁਰੂ ਸਾਹਿਬ ਨੇ ਆਪੇ ਸੁਮਤ ਬਖਸ਼ੀ ਕਿ ਆਪਾਂ ਏਦਾਂ ਦੇ ਗੁਰਸਿੱਖਾਂ ਦੇ ਨਾਲ ਬੱਚਿਆਂ ਦੀ ਸਾਂਝ ਪਾਈਏ। ਤੇ ਇਹ ਸਾਡੇ ਵਾਸਤੇ ਤਾਂ ਕਰੋਨਾ ਵਾਇਰਸ ਗੁਰੂ ਦੀ ਕਿਰਪਾ ਕਰਕੇ ਹੀ ਆਇਆ ਕਿ ਆਪ ਜੀ ਨੂੰ ਮੈਂ ਮਿਲ ਸਕਿਆ। ਤੇ ਇਹ ਵੇਖਣ ਦਾ ਨਜ਼ਰੀਆ ਹੈ ਜਿੱਥੇ ਜਿੱਥੇ ਇੱਕ ਸੰਗਤ ਬੈਠ ਕੇ ਇਹ ਸੋਚ ਰਹੀ ਹੈ ਕਿ ਪਤਾ ਨਹੀਂ ਕਿਹੜਾ ਭਾਣਾ ਵਾਪਰ ਗਿਆ, ਇੱਕ ਗੁਰੂ ਨੇ ਬਖਸ਼ਿਸ਼, ਮਤਲਬ ਉਹਦੇ ਚੋਜ ਨੇ, ਉਹਦਾ ਬਿਸਮਾਦ ਹੈ ਕਿ ਇੱਕ ਪਾਸੇ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਸਾਨੂੰ ਮਿਲਦਾ ਪਿਆ ਆਪ ਜੀ ਨਾਲ ਸਾਂਝ ਪਾ ਕੇ ਗੱਲਬਾਤ ਕਰਕੇ, ਤੇ ਇੱਕ ਢਹਿੰਦੀ ਕਲਾ ਹੈ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਉਦਮ ਕਰਦੇ ਰਹਿਣਾ। ਐਨ ਵੀਰ ਜੀ ਮਾਫੀ ਹੈ ਕਿ ਮੈਨੂੰ ਕੀ ਕਹਿੰਦੇ ਆ ਕੱਟਣਾ ਪੈ ਰਿਹਾ ਇੱਥੇ, ਬਿਕਾਜ਼ ਸਮਾਂ ਸਾਡਾ ਹੋ ਗਿਆ। ਤੇ ਸਾਰੇ ਪਾਰਟਿਸਿਪੈਂਟਸ ਵੱਲੋਂ, ਬੱਚਿਆਂ ਵੱਲੋਂ, ਜਿਹੜੇ ਵੀ ਸਿੱਖੀ ਸਿੱਖਿਆ ਟੀਮ ਹੈ, ਉਹਨਾਂ ਵੱਲੋਂ ਮੈਂ ਆਪ ਜੀ ਦੇ ਸਮੇਂ ਦਾ, ਆਪ ਜੀ ਨੇ ਸਾਂਝ ਪਾਈ ਮੇਰੇ ਨਾਲ, ਸਾਡੇ ਸਾਰੀ ਟੀਮ ਨਾਲ ਗੱਲਬਾਤ ਕੀਤੀ, ਸਾਨੂੰ ਇੰਨਾ ਮਟੀਰੀਅਲ ਦਿੱਤਾ, ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਆਪ ਜੀ ਨੇ ਇੱਕ ਬਹੁਤ ਹੀ ਥੋੜੇ ਸਮੇਂ ਦੇ ਅੰਦਰ ਸਾਡੇ ਨਾਲ ਸਾਂਝ ਪਾਈ ਹੈ। ਮੈਂ ਆਪ ਜੀ ਨੂੰ ਜ਼ਰੂਰ ਇੱਕ ਚੀਜ਼ ਕਹਿਣਾ ਕਿ ਇਹਦੇ ਬਾਰੇ ਮੈਂ ਜ਼ਰੂਰ ਕੀ ਕਹਿੰਦੇ ਹਿਸਟਰੀ ਬਾਰੇ ਪੜਾਂਗਾ, ਤੇ ਮੈਂ ਪਿਆਰ ਮੇਰਾ ਜ਼ਰੂਰ ਇਹਦੇ ਨਾਲ ਹੋਰ ਜੁੜੇਗਾ, ਤੇ ਮੈਂ ਸਮਝਦਾ ਸਾਰੇ ਬੱਚਿਆਂ ਦਾ ਵੀ ਇਹੀ ਸੋਚਣਾ ਹੋਏਗਾ। ਤੇ ਥੈਂਕ ਯੂ ਸੋ ਮਚ ਵੀਰ ਜੀ, ਸ਼ੁਕਰਗੁਜ਼ਾਰ ਆਪ ਜੀ ਦਾ, ਆਪ ਜੀ ਦੇ ਸਮੇਂ ਦਾ। ਭੁੱਲ ਚੁੱਕ ਦੀ ਮਾਫੀ ਜੀ, ਬੱਚੇ ਹੀ ਆ ਜੀ ਅਸੀਂ ਸਾਰੇ, ਅਸੀਂ ਉਦਮ ਕਰ ਰਹੇ ਹਾਂ ਆਪ ਜੀ, ਸਾਰੇ ਇੱਕ ਦੂਜੇ ਤੋਂ ਸਿੱਖ ਰਹੇ ਹਾਂ ਜੀ ਜੀ, ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲੇਗਾ। ਜੀ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।